ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ। 9:17 ਹੋਏ ਨੇ ਤੇ 18 ਅਗਸਤ ਹੈ ਵਰਾ 2021 ਦਾ ਬੁੱਧਵਾਰ ਹੈ। 3 ਭਾਦੋਂ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਚੱਲਾਂਗੇ ਪੰਜਾਬ ਦੇ ਝਰੋਖੇ 'ਚੋਂ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਫਿਰ ਕੁਝ ਖਾਸ ਖਬਰਾਂ ਤੁਹਾਡੀ ਸੇਵਾ ਦੇ ਵਿੱਚ 10:10 ਤੇ ਪੰਜਾਬ ਯੂਨੀਵਰਸਿਟੀ ਤੋਂ ਧਰਨੇ ਤੇ ਬੈਠੇ ਕਿ ਸੈਨੇਟ ਨਾਲ ਖਤਮ ਕੀਤੀ ਜਾਵੇ ਬਿੱਲਾ ਧਾਲੀਵਾਲ ਨਾਲ ਗੱਲਬਾਤ ਹੋਏਗੀ। ਉਹਨਾਂ ਤੋਂ 10 ਮਿੰਟ ਬਾਅਦ 10:25 ਤੇ ਫਲਾਈਟਸ ਜਿਹੜੀਆਂ ਕੈਨੇਡਾ ਨੂੰ ਆ ਰਹੀਆਂ ਭਾਰਤ ਤੋਂ ਹੋਰਾਂ ਦੇਸ਼ਾਂ 'ਚੋਂ ਸਿੱਧੀਆਂ ਫਲਾਈਟਾਂ ਆ ਰਹੀਆਂ, ਜਿੱਥੋਂ ਵੁਹਾਨ ਦੇ ਵਿੱਚੋਂ ਜਿੱਥੇ ਇਹ ਸਿਆਪਾ ਪਿਆ ਜਿਹਦੇ ਕਰਕੇ ਦੁਨੀਆ ਬਲਦੀ ਦੀ ਬੂਥੇ ਆਈ ਹੈ, ਉਹਨਾਂ ਤੋਂ ਸਿੱਧੀਆਂ ਫਲਾਈਟਾਂ ਚੀਨ ਤੋਂ ਆਉਂਦੀਆਂ ਨੇ। ਅਤੇ ਸਾਡਾ ਭਾਈਚਾਰਾ ਜਿਹੜਾ ਹੈ ਜਾਂ ਕੋਈ ਵੀ ਭਾਰਤ ਤੋਂ ਆਉਂਦਾ ਹੈ ਉਹ ਰੁਲਦਾ ਆਉਂਦਾ ਹੈ, 2 ਦਿਨ ਕਿਤੇ 3 ਦਿਨ ਕਿਤੇ, ਕਈ ਵਾਰ ਉਹਨਾਂ ਦਾ ਪਰਮਿਟ ਜਿਹੜਾ ਕੋਵਿਡ ਵਾਲਾ ਉਹ ਖਤਮ ਹੋ ਜਾਂਦਾ, ਉਹ ਕਹਿੰਦੇ ਦੁਬਾਰਾ ਕਰਾਓ। ਇੱਥੋਂ ਚੜ੍ਹਨ ਵੇਲੇ $270 ਇਹ ਲਈ ਜਾਂਦੇ ਨੇ ਲਾਈਫ ਲੈਬ ਵਾਲੇ ਕਿ ਇੱਧਰੋਂ ਚੈੱਕ ਕਰਾ ਕੇ ਜਾਓ ਅਤੇ ਉੱਧਰੋਂ ਕਰਾ ਕੇ ਆਓ। ਅਤੇ ਕੀ ਹੁੰਦਾ ਏਅਰਪੋਰਟ 'ਤੇ ਖੱਜਲ ਖੁਆਰੀ, ਟਿਕਟਾਂ $4,000 ਦੀਆਂ ਵਨ ਵੇ ਮੁੰਡੇ ਦੇ ਕੇ $5,000 ਖਰਚ ਕੇ ਆ ਰਹੇ ਨੇ। ਅਤੇ ਇਸ ਦੇ ਬਾਰੇ ਅੱਜ ਗੱਲਬਾਤ ਹੋਏਗੀ। ਰੋਮਨਪ੍ਰੀਤ ਪ੍ਰੋਡਿਊਸਰ ਜਿਹੜੇ ਨੇ ਉਹ ਮੇਰੇ ਨਾਲ ਸ਼ਾਮਲ ਹੋਣਗੇ ਅੱਜ, ਕਿਉਂਕਿ ਏਅਰਪੋਰਟ ਦੀ ਬਹੁਤ ਜਾਣਕਾਰੀ ਹੈ। ਰੋਮਨ ਉੱਥੇ ਵੀ ਵੀਕਐਂਡ 'ਤੇ 1-ਅੱਧਾ ਦਿਨ ਕੰਮ ਕਰਨ ਜਾਂਦੀ ਹੈ ਅਤੇ ਦੱਸਿਆ ਜਾਊ ਕਿ ਉੱਥੇ ਜਦ ਉਤਰਦੇ ਨੇ ਮੁਸਾਫਰ ਤਾਂ ਕਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ, ਕਿਵੇਂ ਰੁਲੇ ਆਉਂਦੇ ਨੇ। ਇਸ 'ਤੇ ਗੱਲਬਾਤ ਹੋਏਗੀ। ਤੁਸੀਂ ਸ਼ਾਮਲ ਹੋਣਾ 604-204-0600 6042040600। ਡਰਾਈਵ ਥਰੂ ਜਾ ਕੇ ਕਹੋ ਵੀ ਕੋਵਿਡ ਚੈੱਕ ਕਰਨਾ ਹੈ ਤਾਂ ਫਰੀ ਹੈ, ਜੇ ਕਹੋ ਫਲਾਈ ਕਰਨਾ ਹੈ ਉਹ ਕਹਿੰਦੇ $230 ਰੱਖ ਇੱਥੇ ਬਿੱਲੀ ਦੇ ਕੰਨ ਨਰ ਗਏ। 604-204-0600 ਆਉਣੇ ਨੰਬਰ ਹੈ। ਅਬਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ 14 ਤਬਕਾਂ ਦਾ ਨਕਸ਼ ਨਿਗਾਰ ਕਰਕੇ ਰੰਗਾਂ ਰੰਗ ਦੇ ਭੇਖ ਰਚਾਮਦਾ ਈ ਸਫਾਂ ਵਿਚਲੀਆਂ ਸਭ ਸਮੇਟ ਲੈਂਦਾ ਅੱਗੇ ਹੋਰ ਦੀ ਹੋਰ ਬਿਸ਼ਾਮਦਾ ਈ ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ ਬਾਦਸ਼ਾਹ ਥੀ ਭੀਖ ਮਗਾਮਦਾ ਈ। ਇਹ ਤਾਂ ਜੀਆਂ ਨੂੰ ਪਕੜ ਕੇ ਮੋਹ ਲੈਂਦੀ ਦੁਨੀਆ ਵੇਸ ਵਦਾ ਰੱਖੇ ਭੇਸ ਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਬਰੇਸ ਮੀਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਦੇਸ਼ ਰਾਜਿਆਂ ਦੇਸ਼ ਮੀਆਂ ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆ ਸਦਾ ਨਹੀਂ ਜੇ ਕਾਲੜੇ ਕੇਸ ਮੀਆਂ ਸਦਾ ਨਹੀਂ ਜੇ ਕਾਲੜੇ ਕੇਸ ਮੀਆਂ। ਸ਼ਾਹ ਮੁਹੰਮਦ ਜੀ ਲਿਖਦੇ ਨੇ ਸੱਚੀਆਂ। ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣ ਰਹੇ ਹੋ। ਸਨਸ਼ਾਈਨ ਕੋਸਟ 'ਤੇ ਬਹੁਤ ਹੀ ਕਹਿੰਦੇ ਕਲੀਅਰ ਚੱਲਦਾ ਹੈ, ਕਲੀਅਰ ਬਹੁਤ ਸਾਫ਼ ਆਵਾਜ਼ ਹੈ। ਸਰਦਾਰ ਪ੍ਰਵਿੰਦਰ ਸਿੰਘ ਥਿੰਦ ਸਨਸ਼ਾਈਨ ਕੋਸਟ ਦੇ ਨੇ ਅਤੇ ਸੁਣਦੇ ਨੇ ਪ੍ਰੋਗਰਾਮ। ਧੰਨਵਾਦ ਸਾਰਿਆਂ ਦਾ ਜਿੱਥੇ ਵੀ ਤੁਸੀਂ ਬੈਠੇ ਸੁਣਦੇ ਹੋ। ਆਈਲੈਂਡ 'ਤੇ ਤਾਂ ਜਮੇ ਕ੍ਰਿਸਟਲ ਕਲੀਅਰ ਹੈ, ਮਾਰ ਕਰਦੇ ਹਾਂ ਕੈਮਲੂਪਸ ਦੀਆਂ ਜੜ੍ਹਾਂ ਤੱਕ ਅਤੇ ਇੱਧਰ ਓਲੰਪੀਆ ਟੱਪ ਜਾਂਦੇ ਹਾਂ, ਇੱਧਰ ਵਿਸਲਰ ਤੋਂ ਉੱਪਰ ਪੈਂਬਲਟਨ ਤੱਕ ਖੜਕਦਾ। ਸ਼ੇਰੇ ਪੰਜਾਬ ਦੀਆਂ ਬਾਤਾਂ ਹੀ ਹੋਰ ਨੇ, ਗੱਲਾਂ ਬਾਤਾਂ ਕਹਿਣਾ ਕਮਿਊਨਿਟੀ ਦਾ ਰੇਡੀਓ ਤੇ ਕਰਕੇ ਦਿਖਾਉਣਾ ਬਹੁਤ ਵੱਡੀ ਗੱਲ ਹੈ। ਸ਼ੇਰੇ ਪੰਜਾਬ ਨੇ ਸਿੱਧ ਕੀਤਾ, ਬੋਝੋਂ ਪੈਸੇ ਲਾ ਕੇ ਕਮਿਊਨਿਟੀ ਦਾ ਰੇਡੀਓ ਬਣਾ ਕੇ ਅੱਜ ਜਦ ਜਮਾ ਹੀ ਸਰਕਾਰ ਨੇ ਦਿੱਤਾ ਫਿਰ ਤਾਂ ਹੈ ਹੀ ਤੁਹਾਡਾ। ਸਰਦਾਰ ਨਵਕਿਰਨ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਗੱਲਬਾਤ ਕਰਨਗੇ ਅਤੇ ਸਰਦਾਰ ਸਤਿੰਦਰਪਾਲ ਸਿੰਘ ਬਰਾੜ ਪ੍ਰੋਗਰਾਮ ਦੇ ਸਪੌਂਸਰ ਨੇ। ਦੇਸ਼ ਪੰਜਾਬ ਦੇ ਝਰੋਖੇ 'ਚੋਂ 604-906-7413 ਉੱਗੇ ਰੀਅਲਟਰ ਸਤਿੰਦਰਪਾਲ ਸਿੰਘ ਜੀ ਬਰਾੜ। ਸਰਦਾਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਾਝੇ ਵਾਲਾ ਸੁਖਪਾਲ ਭੁੱਲਰ ਪਹਿਲਾਂ ਹੀ ਬੈੜਾ ਹੈ, ਉੱਥੇ ਉਹਦੀ ਖੜਕਦੀ ਰਹੀ ਹੈ ਸਿੱਧੀ ਅਕਾਲੀ ਦਲ ਦੇ ਐਮਐਲਏਆਂ ਦੇ ਨਾਲ, ਵਿਰਸੇ ਨਾਲ, ਵਲਟੋਏ ਨਾਲ, ਅਤੇ ਹੁਣ ਆਪਣੀ ਸਰਕਾਰ ਨੂੰ ਹੀ ਪੈ ਗਿਆ। ਕੀ ਹੋ ਗਈ? ਜੀ ਗਿੱਲ ਸਾਹਿਬ ਦੇਖੋ, ਸੁਖਪਾਲ ਸਿੰਘ ਭੁੱਲਰ ਜਿਹੜਾ ਖੇਮਕਰਨ ਤੋਂ ਐਮਐਲਏ ਹੈ, ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਉਹਨੇ ਬਹੁਤ ਸਾਰੇ ਤੱਥ ਉਜਾਗਰ ਕੀਤੇ ਨੇ। ਗਿੱਲ ਸਾਹਿਬ ਜਦੋਂ ਕੋਈ ਹੋਰ ਦੋਸ਼ ਲਾਉਂਦਾ, ਮੰਨ ਲਓ ਕੋਈ ਵਿਰੋਧੀ ਪਾਰਟੀ ਕਹਿੰਦੀ ਹੈ ਤਾਂ ਸਰਕਾਰ ਦੀ ਗੱਲ ਹੁੰਦੀ ਹੈ ਵੀ ਇਹਨਾਂ ਦਾ ਤਾਂ ਜੀ ਕੰਮ ਹੀ ਸਰਕਾਰ ਨੂੰ ਬਦਨਾਮ ਕਰਨਾ ਹੈ, ਜਾਣ ਬੁੱਝ ਕੇ ਕਹਿ ਰਹੇ ਨੇ।
ਜਦੋਂ ਕੋਈ ਆਪਣੇ ਵਰਗਾ ਗੱਲ ਕਰਦਾ ਤਾਂ ਉਦੋਂ ਵੀ ਸਰਕਾਰਾਂ ਕਹਿੰਦੀਆਂ ਨੇ ਕਿ ਇਹ ਤਾਂ ਜੀ ਮਸਲਾ ਜਾਣ ਬੁੱਝ ਕੇ ਠਾ ਰਹੇ ਨੇ, ਏਦਾਂ ਦੀ ਕੋਈ ਗੱਲ ਨਹੀਂ ਹੈ, ਸਭ ਅੱਛਾ ਹੈ। ਪਰ ਜਦੋਂ ਆਪਦੇ ਅੰਦਰੋਂ ਆਵਾਜ਼ ਉੱਠਦੀ ਹੈ ਨਾ, ਉਦੋਂ ਸੱਚ ਸਾਹਮਣੇ ਆਉਂਦਾ, ਉਦੋਂ ਜੜਾਂ ਹਿਲਦੀਆਂ ਨੇ ਸਰਕਾਰ ਦੀਆਂ। ਤਾਂ ਹੁਣ ਸੁਖਪਾਲ ਭੁੱਲਰ ਖੇਮਕਰਨ ਤੋਂ MLA ਆ, ਉਹਨੇ ਆਪਦੀ ਸਰਕਾਰ ਤੇ ਸਵਾਲ ਉਠਾਤੇ। ਉਹ ਕਹਿੰਦਾ ਸਾਨੂੰ ਨਹੀਂ ਕੋਈ ਪੁੱਛਦਾ, ਅਫਸਰਸ਼ਾਹੀ ਦੀ ਚੱਲਦੀ ਆ, ਅਫਸਰਾਂ ਦੀ ਚੜ੍ਹਤ ਹੈ, ਔਰ ਕਹਿੰਦਾ ਅਫਸਰਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ, ਚੌਂਕੀ ਇੰਚਾਰਜਾਂ ਦੇ, SHO ਦੇ, ਥਾਣੇਦਾਰ ਜਿੰਨੇ ਵੀ ਨੇ ਉਹ ਸਾਰਿਆਂ ਦੇ ਕਰੋ। ਤਰਨਤਾਰਨ ਜ਼ਿਲ੍ਹੇ 'ਚ ਕਹਿੰਦਾ ਨਸ਼ਿਆਂ ਦੇ ਲਈ ਇਹ ਜ਼ਿੰਮੇਵਾਰ ਨੇ। ਤਾਂ ਸੁਖਪਾਲ ਭੁੱਲਰ ਜਿੰਨਾ ਬੋਲ ਸਕਦਾ ਉਹ ਬੋਲਿਆ, ਇਸ ਤੋਂ ਬਾਅਦ ਤਾਂ ਗੱਲ ਸਾਹਿਬ ਉਹ ਬੋਲ ਵੀ ਨਹੀਂ ਸਕਦਾ, ਅਗਲੇ ਨੇ ਵੀ ਗਾਂ ਨੂੰ ਟਿਕਟ ਲੈਣੀ ਹੈ, ਇਸ ਕਰਕੇ ਵੀ ਨਹੀਂ ਬੋਲ ਸਕਦਾ ਵੀ ਉਹਦੀ ਵੀ ਸਰਕਾਰ ਦੇ ਉੱਤੇ। ਪਰ ਜਿੰਨਾ ਉਹ ਬੋਲ ਗਿਆ, ਇਹਦੇ ਤੋਂ 2-3 ਗੱਲਾਂ ਸਾਫ਼ ਹੋ ਗਈਆਂ। ਇੱਕ ਤਾਂ ਇਹ ਕਿ ਜਿਹੜੀ ਅੱਜ ਤੋਂ 4.5 ਸਾਲ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ, 4 ਹਫ਼ਤਿਆਂ 'ਚ ਨਸ਼ਿਆਂ ਦਾ ਲੱਕ ਤੋੜ ਦੂੰ, 4.5 ਸਾਲ ਹੋ ਗਏ, ਉਹਦਾ ਆਪਦਾ ਹੀ MLA ਕਹੀ ਜਾਂਦਾ ਵੀ ਸਾਡੇ ਇਲਾਕੇ 'ਚ ਪੁਲਿਸ ਵਾਲੇ ਜ਼ਿੰਮੇਵਾਰ ਨੇ। ਦੂਸਰੀ ਗੱਲ ਇਹ ਕਿ ਪੰਜਾਬ ਦੇ ਵਿੱਚ ਇਹ ਗੱਲ ਹੈਗੀ ਆ ਕਿ ਅਫਸਰਸ਼ਾਹੀ ਆ ਜਿਹੜੀ ਉਹ ਭਾਰੂਗਾ। ਪਹਿਲਾਂ ਜਦੋਂ ਅਕਾਲੀਆਂ ਦੀ ਸਰਕਾਰ ਸੀ, ਕਾਂਗਰਸ ਵਾਲੇ ਸ਼ਿਕਾਇਤਾਂ ਲਾਉਂਦੇ ਸੀ ਵੀ ਪੁਲਿਸ ਵਾਲੇ ਸਾਡੇ ਨਾਲ ਧੱਕੇਸ਼ਾਹੀ ਕਰਦੇ ਆ, DGP ਦੇ ਇਸ਼ਾਰਿਆਂ ਤੇ ਕਰਦੇ ਨੇ, DGP ਬਦਲ ਦਿਆਂਗੇ। ਪਰ ਜਦੋਂ ਸਰਕਾਰ ਕੈਪਟਨ ਦੀ ਬਣੀ, DGP ਨਾ ਬਦਲਿਆ ਕਿੰਨਾ ਸਮਾਂ, ਉਦੋਂ ਵੀ ਅਕਾਲੀ ਦਲ ਵਾਲੇ ਚੜਾਉਂਦੇ ਸੀ। ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਵੀ ਅਫਸਰਸ਼ਾਹੀ ਆ ਜਿਹੜੀ ਉਹ ਭਾਰੂ ਆ। 9 ਮਹੀਨਿਆਂ ਦੇ ਲਗਭਗ ਹੋ ਗਿਆ, ਬੇਰੁਜ਼ਗਾਰ ਅਧਿਆਪਕ ਧਰਨਾ ਲਾਈ ਬੈਠੇ ਨੇ। ਐਜੂਕੇਸ਼ਨ ਸੈਕਟਰੀ ਆ ਕ੍ਰਿਸ਼ਨ ਕੁਮਾਰ, ਗੱਲ ਨਹੀਂ ਕਰਨ ਦਿੰਦਾ ਸਿੱਖਿਆ ਮੰਤਰੀ ਨੂੰ। ਅੱਜ ਵੀ ਮੀਟਿੰਗ ਹੋਈ ਆ ਬੇਰੁਜ਼ਗਾਰਾਂ ਨਾਲ, ਮੈਂ ਪੁੱਛਿਆ, ਉਹ ਕਹਿੰਦੇ ਗੱਲ ਹੀ ਨਹੀਂ ਕਰਨ ਦਿੰਦਾ ਸਿੱਖਿਆ ਮੰਤਰੀ ਨੂੰ ਐਜੂਕੇਸ਼ਨ ਸੈਕਟਰੀ। ਤਾਂ ਇਹ ਜਿਹੜੀ ਅਫਸਰਸ਼ਾਹੀ ਭਾਰੂ ਹੋਈ ਹੈ ਨਾ ਇਹਨਾਂ ਦੇ ਕਾਂਗਰਸੀਆਂ ਦੇ ਲੀਡਰਸ਼ਿਪ ਦੇ ਉੱਤੇ, ਕਿਤੇ ਨਾ ਕਿਤੇ ਉਹਦੇ ਲਈ ਜ਼ਿੰਮੇਵਾਰ ਤਾਂ ਉਹੀ ਹੈ ਮੇਨ ਤੌਰ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ 4.5 ਸਾਲ ਘਰੋਂ ਬੈਠ ਕੇ ਸਰਕਾਰ ਚਲਾਈ, ਦਫ਼ਤਰ ਜਾਣ ਨੂੰ ਘੱਟ ਹੀ ਤਰਜੀਹ ਦਿੱਤੀ। ਤਾਂ ਹੁਣ ਉਹਨਾਂ ਦੇ ਆਪਦੇ MLA ਬੋਲ ਰਹੇ ਨੇ। ਮੈਨੂੰ ਲੱਗਦਾ ਕਿ ਆਵਾਜ਼ ਆ ਜਿਹੜੀ ਉਹ ਦਿੱਲੀ ਤੱਕ ਜਾਊ, ਇਹਨਾਂ ਦੀ ਪਾਰਟੀ ਤੱਕ। ਜੀ ਅੱਛਾ, ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕਰ ਦਿੱਤਾ 100 ਦਿਨਾਂ ਦਾ ਟੂਰ। ਸੌਖਾ ਨਹੀਂ ਹੋਣਾ, ਪਰ ਦਲੇਰੀ ਦੀ ਦਾਦ ਵੀ ਹੈ ਕਿ ਆਪਣਿਆਂ ਦੇ ਵਿੱਚ ਹੀ ਜਾਣਾ। ਜੇ ਵਿਰੋਧਤਾ ਕਰਨਗੇ, ਜੇ ਉਹ ਮਿਲਣਗੇ, ਗੁੱਸਾ ਉਹਨਾਂ ਦਾ ਹਟੂਗਾ। ਜੇ ਗੁੱਸਾ ਹਟੂ ਤਾਂ ਹੀ ਠੀਕ ਹੋਊਗਾ ਗੱਲ। ਤਾਂ ਜਿਹੜਾ ਹੁਣ ਲੋਕਾਂ ਦੇ ਜਿਹੜਾ ਵਿੱਚ ਜਾ ਰਹੇ ਨੇ, ਕਿਹੋ ਜਿਹੀਆਂ ਮੁਸ਼ਕਲਾਂ ਆ ਰਹੀਆਂ ਨੇ। ਜੀ ਗੱਲ ਸਾਹਿਬ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਇਹਦਾ ਵਿਰੋਧ ਤਾਂ ਹੋਊਗਾ। ਦੇਖੋ, ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਦੀ 100 ਦਿਨ ਦੀ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ, 100 ਹਲਕਿਆਂ 'ਚ ਜਾਣਾ। ਅੱਜ ਜੀਰਾ ਹਲਕੇ ਤੋਂ ਉਹਨਾਂ ਨੇ ਆਪਦਾ ਕਾਫਲਾ ਸ਼ੁਰੂ ਕੀਤਾ। ਤਾਂ ਜੀਰਾ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ, ਕਾਲੀਆਂ ਝੰਡੀਆਂ ਵਿਖਾਈਆਂ, ਔਰ ਪੁਲਿਸ ਵਿਚਾਲੇ ਪਈ, ਕਲੈਸ਼ ਹੁੰਦਾ ਬਚ ਗਿਆ। ਲੇਕਿਨ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਕਰਤਾ। ਸੁਖਬੀਰ ਸਿੰਘ ਬਾਦਲ ਤੱਕ ਆਪਦੀ ਆਵਾਜ਼ ਪਹੁੰਚਾ ਦਿੱਤੀ ਕਿ ਭਾਈ ਇਸੇ ਖੇਤੀ ਕਾਨੂੰਨਾਂ ਦੇ ਤੁਸੀਂ ਪਹਿਲਾਂ ਗੁਣਗਾਨ ਕਰਦੇ ਸੀ। ਕਿਸਾਨ ਇਸੇ ਗੱਲ ਨੂੰ ਲੈ ਕੇ ਖਫਾ ਸੀ। ਦੂਸਰੀ ਗੱਲ ਇਹ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਵਾਰ ਜਿਹੜਾ ਸੈਸ਼ਨ ਹੋ ਕੇ ਹਟਿਆ ਹੈਗਾ ਲੋਕ ਸਭਾ ਦਾ, ਉਹਦੇ ਵਿੱਚ ਪੂਰੀ ਹਾਜ਼ਰੀ ਨਹੀਂ ਦਿੱਤੀ, ਤੁਸੀਂ ਪੂਰੇ ਦਿਨ ਉੱਥੇ ਹਾਜ਼ਰ ਨਹੀਂ ਰਹੇ। ਤਾਂ ਇਹ ਜਿਹੜਾ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੈ, ਵਿਰੋਧ ਪ੍ਰਦਰਸ਼ਨ ਦਾ ਲੋਕਤੰਤਰ 'ਚ ਹਰ ਕਿਸੇ ਨੂੰ ਅਧਿਕਾਰ ਹੈ, ਉਹਨਾਂ ਨੇ ਆਪਦਾ ਅਧਿਕਾਰ ਵਰਤਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਤਾਂ ਇਹਦੇ 'ਚ ਹੁਣ ਗਿੱਲ ਸਾਹਿਬ ਇਹ ਵੀ ਗੱਲ ਉੱਠ ਖੜੀ ਵੀ, ਕਿਉਂਕਿ ਕਿਸਾਨ ਨੂੰ ਇਹ ਵੀ ਲੱਗਦਾ ਗਾ ਕਿ ਅੱਜ ਤੋਂ 9 ਮਹੀਨੇ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਰੌਂ ਸੀ, ਇਉਂ ਲੱਗਦਾ ਸੀ ਕਿ ਪੂਰਾ ਪੰਜਾਬ ਸੰਘਰਸ਼ਾਂ ਦੀ ਧਰਤੀ ਬਣ ਚੁੱਕਿਆ, ਪੂਰੇ ਪੰਜਾਬ ਦੇ ਲੋਕ ਸੰਘਰਸ਼ੀ ਰੰਗ 'ਚ ਰੰਗੇ ਜਾ ਚੁੱਕੇ ਨੇ। ਇਉਂ ਲੱਗਦਾ ਸੀ ਕਿ ਰਾਜਨੀਤਿਕ ਪਾਰਟੀਆਂ ਨੂੰ ਪਿੰਡਾਂ 'ਚ ਲੋਕ ਵੜਨ ਨਹੀਂ ਦੇਣਗੇ। ਲੇਕਿਨ ਇੱਕ ਸਵਾਲ ਇਹ ਵੀ ਉੱਠਿਆ ਕਿ ਠੀਕ ਆ, ਕਿਸਾਨਾਂ ਨੇ ਵਿਰੋਧ ਕੀਤਾ, ਕਾਲੀਆਂ ਝੰਡੀਆਂ ਵੀ ਦਿਖਾਈਆਂ, ਪਰ ਨਾਲ ਕੁਝ ਮੋਟਰਸਾਈਕਲਾਂ ਦੇ ਉੱਤੇ, ਕੁਝ ਕਾਰਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਜਾਂਦੇ ਸੀ। ਤਾਂ ਉਹ ਵੀ ਇਸੇ ਪੰਜਾਬ ਦੇ ਨੇ। ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਰਾਜਨੀਤਿਕ ਖਲਾਅ ਇੱਕ ਪਿਛਲੇ ਦਿਨਾਂ ਦੇ ਵਿੱਚ ਪੈਦਾ ਹੋਇਆ, ਉਹ ਰਾਜਨੀਤਿਕ ਖਲਾਅ ਨੂੰ ਭਰਨ ਦੀ ਕੋਸ਼ਿਸ਼ ਤਿੰਨੇ ਹੀ ਪਾਰਟੀਆਂ ਕਰ ਰਹੀਆਂ ਨੇ। ਤਿੰਨਾਂ ਪਾਰਟੀਆਂ ਦੇ ਵੱਲੋਂ ਹੁਣ 2022 ਦੇ ਵਿੱਚ 6 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ, ਤਾਂ ਤਿੰਨੇ ਪਾਰਟੀਆਂ ਜ਼ੋਰ ਲਾ ਰਹੀਆਂ। ਸੋ ਸੁਖਬੀਰ ਬਾਦਲ ਨੇ ਅੱਜ ਆਪਣੀ ਯਾਤਰਾ ਦਾ ਆਗਾਜ਼ ਕਰ ਦਿੱਤਾ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਆਉਣਗੀਆਂ। ਅੱਜ ਤੱਕ ਕਿਸਾਨਾਂ ਨੇ ਵਿਰੋਧ ਕੀਤਾ, ਲੇਕਿਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੁਝ ਵੱਡੇ ਐਲਾਨ ਵੀ ਕੀਤੇ ਨੇ, ਜਿਹੜੇ ਪਹਿਲਾਂ ਵੀ ਕਰਦੇ ਹੁੰਦੇ ਸੀ। ਉਹ ਕਹਿੰਦੇ ਜਿਹੜੇ ਝੂਠੇ ਪਰਚੇ ਸਾਡੇ ਅਕਾਲੀ ਵਰਕਰਾਂ ਦੇ ਉੱਤੇ ਕਰਵਾਉਂਦੇ ਨੇ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਡੀ ਸਰਕਾਰ ਬਣ ਗਈ, ਅਸੀਂ ਇਸ ਵਿਸ਼ੇ ਦੇ ਉੱਤੇ ਇੱਕ ਕਮਿਸ਼ਨ ਬਿਠਾਵਾਂਗੇ, ਜਾਂਚ ਕਰਾਂਗੇ, ਦੋਸ਼ੀਆਂ ਖਿਲਾਫ ਕਾਰਵਾਈ ਕਰਾਂਗੇ। ਤਾਂ ਇਹ ਗੱਲ ਵੀ ਆ। ਦੂਸਰੀ ਗੱਲ ਗਿੱਲ ਸਾਹਿਬ ਇਹ ਵੀ ਹੈਗੀ ਕਿ ਪੰਜਾਬ ਇਸ ਵਕਤ, ਪੰਜਾਬ ਦੇ ਤਿੰਨੇ ਹੀ ਜਿਹੜੇ ਮੇਨ ਆਗੂ ਨੇ ਨਾ, ਉਹ ਸਟੇਜ ਤੋਂ ਕਮੇਡੀ ਗੱਲਾਂ ਬਹੁਤ ਕਰਦੇ ਨੇ। ਚਾਹੇ ਉਹ ਸੁਖਬੀਰ ਬਾਦਲ ਦੇਖੋ ਅਕਾਲੀ ਦਲ ਦੇ ਮੇਨ ਆਗੂ ਨੇ, ਉਧਰੋਂ ਕਾਂਗਰਸ ਦੇ ਮੇਨ ਆਗੂ ਹੁਣ ਨਵਜੋਤ ਸਿੰਘ ਸਿੱਧੂ ਬਣ ਗਏ, ਤੇ ਉਧਰੋਂ ਭਗਵੰਤ ਮਾਨ। ਹੁਣ ਅੱਜ ਵੀ ਸੁਖਬੀਰ ਬਾਦਲ
ਹੇਠਾਂ ਤੋਂ ਪੁੱਛ ਰਿਹਾ ਸੀ ਵੀ ਜੀਰੇ ਦਾ ਐਮਐਲਏ ਕੌਣ ਆ, ਦੱਸਿਓ ਜਰਾ। ਤਾਂ ਇਹ ਮਤਲਬ ਜਿਹੜਾ ਵਿਰੋਧੀਆਂ ਦਾ ਇੱਕ ਅੰਦਾਜ਼ ਹੁੰਦਾ, ਇੱਕ ਅੰਦਾਜ਼ ਦੇ ਵਿੱਚ ਰਹਿਣਾ, ਇਹ ਜਿਹੜਾ ਪੰਜਾਬ ਦੀਆਂ ਤਿੰਨੇ ਰਾਜਨੀਤਿਕ ਪਾਰਟੀਆਂ ਇਹ ਰੂਪ ਆ ਜਿਹੜਾ ਆਪੋ ਆਪਣਾ ਉਹ ਅਪਣਾ ਰਹੀਆਂ ਨੇ ਜੀ। ਅੱਛਾ ਪੱਤੀ ਸਾਹਿਬ, ਮੈਨੂੰ ਐਂ ਦੱਸਿਓ ਕਿ ਆਪਣੇ ਭਾਰਤੀ ਜਨਤਾ ਪਾਰਟੀ ਚੋਂ ਜਿਹੜੇ ਨੇਤਾਗਣ ਨੇ ਉਹ ਜਾਣ ਲੱਗ ਗਏ ਇੱਧਰ ਉੱਧਰ ਦੀਆਂ ਪਾਰਟੀਆਂ 'ਚ? ਜੀ ਗਿੱਲ ਸਾਹਿਬ ਕਿੰਨਾ ਕੁ ਚਿਰ ਰੁਕਣਗੇ ਉਹ ਵੀ? ਉਹਨਾਂ ਨੇ ਬੜਾ ਕਈਆਂ ਨੇਤਾ ਜਿਹੜਾ ਉਹ ਲੋਕ ਘਰੋਂ ਨਿਕਲਣਾ ਬੰਦ ਕਰਤਾ ਸੀਗਾ। ਚੁਟਕਲੇ ਚੱਲ ਪਏ ਸੀ ਪੰਜਾਬ ਦੇ ਵਿੱਚ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਪੰਜਾਬ ਦੇ ਵਿੱਚ ਲੋਕਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ। ਜਿੱਧਰ ਨੂੰ ਭਾਜਪਾ ਦੇ ਆਗੂ ਜਾਂਦੇ ਸੀਗੇ ਉਧਰ ਨੇ ਵਿਰੋਧ ਪ੍ਰਦਰਸ਼ਨ ਆਗੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਸੀਗੇ। ਘਰਾਂ ਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ ਇਹਨਾਂ ਦਾ। ਜਿਹੋ ਜੀ ਹਾਲਤ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਐਮਐਲਏ ਦੀ ਬਣੀ ਸੀ, ਹਾਲਾਂਕਿ ਠੀਕ ਨਹੀਂ ਹੈ ਗੱਲ, ਜਿਸ ਤਰੀਕੇ ਦਾ ਵਿਰੋਧ ਪ੍ਰਦਰਸ਼ਨ ਹੋਇਆ ਸੀਗਾ ਤਾਂ ਉਹ ਸਭ ਦੇ ਸਾਹਮਣੇ। ਉਸ ਤੋਂ ਬਾਅਦ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਬਿਲਕੁਲ ਹੀ ਦੜ ਬੱਟ ਗਏ ਸੀ। ਉਸ ਤੋਂ ਬਾਅਦ ਹੁਣ ਬਾਗੀ ਸੁਰਾਂ ਨੇ ਜਿਹੜੀਆਂ, ਕਿਉਂਕਿ 2022 ਦੀ ਇਲੈਕਸ਼ਨ ਆ ਗਈ, ਬਹੁਤੇ ਜਿਹੜੇ ਟਿਕਟ ਲੜਨ ਦੇ ਚਾਹਵਾਨ ਸੀ, ਬਹੁਤੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਐਤਕੀ ਖਬਰੇ ਐਮਐਲਏ ਬਣ ਜਾਣਗੇ, ਉਹਨਾਂ ਨੂੰ ਹੁਣ ਲੱਗਣ ਲੱਗ ਗਿਆ ਵੀ ਭਾਜਪਾ 'ਚ ਰਹਿੰਦੇ ਤਾਂ ਆਪਾਂ ਸਾਰੀ ਉਮਰ ਨਹੀਂ ਬਣ ਸਕਦੇ ਪੰਜਾਬ ਦੇ ਵਿੱਚ ਐਮਐਲਏ। ਤਾਂ ਇਸ ਕਰਕੇ ਹੁਣ ਬਾਗੀ ਸੁਰਾਂ ਉੱਠਣ ਲੱਗੀਆਂ ਨੇ, ਹੁਣ ਬਗਾਵਤ ਹੋਣ ਲੱਗੀ ਆ। ਹੁਣ ਲੱਗਦਾ ਤਾਂ ਇਹ ਆ ਵੀ ਭਾਜਪਾ ਖਿੰਡ ਜਾਊਗੀ ਜਿਹੋ ਜੀ ਹਾਲਤ ਬਣ ਗਈ, ਕਿਉਂਕਿ ਸਭ ਤੋਂ ਇਹਨਾਂ ਦਾ ਜਿਹੜਾ ਸੀਨੀਅਰ ਆਗੂ, ਜਿਹੜਾ ਕੈਬਨਿਟ ਮੰਤਰੀ ਰਿਹਾ ਅਕਾਲੀ ਭਾਜਪਾ ਸਮੇਂ ਦੀ ਸਰਕਾਰ ਮੌਕੇ, ਉਹ ਹੈ ਅਨਿਲ ਜੋਸ਼ੀ। ਅਨਿਲ ਜੋਸ਼ੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਗਾਵਤ ਕੀਤੀ, 6 ਸਾਲ ਲਈ ਉਹਨੂੰ ਕੱਢਿਆ। ਹੁਣ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਗਿੱਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਜਾ ਰਹੇ। ਇਹਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ। ਲੱਗਦਾ ਵੀ ਇਹੀ ਹੈ ਵੀ ਬਸ 2 ਦਿਨ ਬਾਕੀ ਨੇ। 20 ਅਗਸਤ ਨੂੰ ਜਿਹੜਾ ਉਹ ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦਾ ਹੈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਨੰਨੂ, ਇਹ ਐਮਐਲਏ ਰਿਹਾ ਭਾਰਤੀ ਜਨਤਾ ਪਾਰਟੀ ਦਾ, ਫਿਰੋਜ਼ਪੁਰ ਇਲਾਕੇ ਦੇ ਵਿੱਚ ਸੀਨੀਅਰ ਭਾਜਪਾ ਆਗੂ ਹੈ। ਇਹਦੀਆਂ ਵੀ ਕਨਸੂਆਂ ਮਿਲਣ ਲੱਗ ਗਈਆਂ ਕਿ ਇਹ ਵੀ ਭਾਜਪਾ ਛੱਡ ਸਕਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਨੇ, ਹਰਜੀਤ ਸਿੰਘ ਭੁੱਲਰ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸੀਨੀਅਰ ਆਗੂ ਨੇ ਜਿਹੜਿਆਂ ਦੀਆਂ ਅਜੇ ਤੱਕ ਚਰਚਾਵਾਂ ਚੱਲ ਰਹੀਆਂ ਨੇ। ਅੱਜ ਮੈਨੂੰ ਇਹ ਵੀ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਆ ਜਿਹੜੀ, ਉਹ ਪੰਜਾਬ ਨੂੰ ਲੈ ਕੇ ਚਿੰਤਤ ਹੋ ਗਈ। ਉਹਨਾਂ ਨੇ ਪੰਜਾਬ ਦਾ ਇੰਚਾਰਜ ਵੀ ਬਦਲਣ ਦੀ ਤਿਆਰੀ ਖਿੱਚ ਲਈ, ਪੰਜਾਬ ਦੇ ਵਿੱਚ ਭਾਜਪਾ ਲੀਡਰਸ਼ਿਪ 'ਚ ਫੇਰ ਬਦਲ ਕਰਨ ਦੀ ਵੀ ਤਿਆਰੀ ਖਿੱਚ ਲਈ। ਸੋ ਉਹਨਾਂ ਨੇ ਵੀ ਤਿਆਰੀ ਖਿੱਚ ਲਈ। ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪੱਧਰ ਦੇ ਜਿਹੜੇ ਲੀਡਰ ਨੇ ਉਹ ਪੰਜਾਬ ਭਾਜਪਾ ਵਾਲਿਆਂ ਦੇ ਸੰਪਰਕ ਦੇ ਵਿੱਚ ਦੱਸੇ ਜਾ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਤਾਂ ਕਿ ਰੋਕਿਆ ਜਾਵੇ ਭਾਜਪਾ ਆਗੂਆਂ ਨੂੰ ਜਾਣੋ। ਲੇਕਿਨ ਜਿਵੇਂ ਦੀ ਤਿਆਰੀ ਅਨਿਲ ਜੋਸ਼ੀ ਨੇ ਖਿੱਚੀ ਹੈ, ਲੱਗਦਾ ਉਹ ਇਕੱਲਾ ਨਹੀਂ ਜਾਊਗਾ। ਤਾਂ ਆਉਣ ਵਾਲੇ 2 ਕੁ ਦਿਨਾਂ ਦੇ ਵਿੱਚ ਹੀ ਬਹੁਤ ਸੀਨੀਅਰ ਆਗੂ ਭਾਜਪਾ ਦੇ ਜਿਹੜੇ ਨੇ ਉਹ ਹੋਰ ਕੁਛ ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ ਨੇ, ਕੁਛ ਕਾਂਗਰਸ 'ਚ ਵੀ ਜਾ ਸਕਦੇ ਨੇ। ਲੇਕਿਨ ਉਹਨਾਂ ਦੀ ਤਰਜੀਹ ਅਕਾਲੀ ਦਲ ਇਸ ਕਰਕੇ ਵੀ ਬਣਦੀ ਹੈ ਗਿੱਲ ਸਾਹਿਬ, ਕਿਉਂਕਿ ਇਕੱਠਿਆਂ ਚੋਣ ਲੜੀ ਆ ਪੁਰਾਣੀ। ਕਾਂਗਰਸ ਕੋਲੇ ਉਸੇ ਸੀਟ ਤੇ ਕੈਂਡੀਡੇਟ ਹੈਗਾ ਗਾ। ਇਹ ਭਾਜਪਾ ਵਾਲੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਖਾਲੀ ਪਿਆ ਗਾ। ਉਹਨਾਂ ਨੂੰ ਲੱਗਦਾ ਹੁਣ ਅਕਾਲੀ ਦਲ ਵੱਲੋਂ ਚੋਣ ਲੜ ਲਓ, ਕਿਉਂਕਿ ਜੇ ਕਾਂਗਰਸ 'ਚ ਜਾਂਦੇ ਤਾਂ ਜ਼ਰੂਰੀ ਨਹੀਂ ਟਿਕਟ ਮਿਲੂਗੀ। ਜੇ ਕਾਂਗਰਸ 'ਚ ਜਾਂਦੇ ਨੇ, ਪਿਛਲੇ ਦਿਨਾਂ ਜਗਵੀਰ ਬਰਾੜ ਗਏ, ਉੱਥੋਂ ਜਿਹੜਾ ਮਤਲਬ ਅਕਾਲੀ ਦਲ ਦਾ ਉਮੀਦਵਾਰ ਸੀਗਾ ਸਰਬਜੀਤ ਸਿੰਘ ਮੱਕੜ, ਉਹ ਬਾਗੀ ਸੁਰਾਂ ਦਿਖਾ ਗਿਆ। ਤਾਂ ਇਸ ਕਰਕੇ ਸੌਖਾ ਨਹੀਂ ਹੁੰਦਾ। ਸੋ ਭਾਜਪਾ ਦਾ ਅਕਾਲੀ ਦਲ 'ਚ ਜਾਣਾ ਉਮੀਦਵਾਰਾਂ ਦਾ ਉਹ ਥੋੜਾ ਉਹਨਾਂ ਨੂੰ ਸੌਖਾ ਜਾਪ ਰਿਹਾ ਜੀ। ਡੇਰਾ ਮੁਖੀ ਦੇ ਖਿਲਾਫ ਸੀਬੀਆਈ ਨੇ ਫੈਸਲਾ 26 ਅਗਸਤ ਨੂੰ ਸੁਣਾਉਣਾ ਜੀ। ਜੀ ਗਿੱਲ ਸਾਹਿਬ, ਡੇਰਾ ਮੁਖੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ, ਕਿਉਂਕਿ ਡੇਰਾ ਮੁਖੀ ਇਸ ਵਕਤ ਇੱਕ ਤਾਂ ਸਾਧਵੀਆਂ ਨਾਲ ਬਲਾਤਕਾਰ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਇਲਾਵਾ ਪੱਤਰਕਾਰ ਛਤਰਪਤੀ ਦੀ ਹੱਤਿਆ ਦੇ ਮਸਲੇ ਦੇ ਵਿੱਚ ਵੀ ਉਹ ਜੇਲ੍ਹ ਦੇ ਵਿੱਚ ਹੈ। ਤੀਸਰਾ ਜਿਹੜਾ ਕੇਸ ਹੈ ਉਹ ਹੈ ਰਣਜੀਤ ਸਿੰਘ ਦਾ। ਰਣਜੀਤ ਸਿੰਘ ਮੈਨੇਜਰ ਸੀਗਾ ਡੇਰੇ ਦਾ, ਔਰ ਰਣਜੀਤ ਸਿੰਘ ਹਰਿਆਣਾ ਦਾ ਨੌਜਵਾਨ ਸੀਗਾ, ਡੇਰੇ ਨਾਲ ਜੁੜਿਆ ਸੀ। ਗਿੱਲ ਸਾਹਿਬ, ਇਹ ਜਿਹੜਾ ਰਣਜੀਤ ਸਿੰਘ ਹੈ ਇਹਦੇ ਤੇ ਸ਼ੱਕ ਸੀ ਡੇਰਾ ਮੁਖੀ ਨੂੰ ਕਿ ਉਹ ਜਿਹੜੀਆਂ 2 ਚਿੱਠੀਆਂ ਜਾਰੀ ਹੋਈਆਂ ਸੀ ਡੇਰਾ ਮੁਖੀ ਦੇ ਮਸਲੇ 'ਚ, ਉਹ ਇਹਦੀ ਭੈਣ ਦੱਸੀ ਜਾਂਦੀ ਹੈ ਰਣਜੀਤ ਸਿੰਘ ਦੀ, ਔਰ ਡੇਰਾ ਮੁਖੀ ਨੂੰ ਸ਼ੱਕ ਸੀ ਕਿ ਇਹਨੇ ਆਪਦੀ ਭੈਣ ਤੋਂ ਚਿੱਠੀ ਲਿਖਵਾਈ ਆ। ਔਰ ਉਸ ਤੋਂ ਬਾਅਦ ਇਹ ਡੇਰਾ ਛੱਡਿਆ ਸੀਗਾ ਰਣਜੀਤ ਸਿੰਘ, ਕਿਉਂਕਿ ਮਸਲਾ ਜਿਹੜਾ ਬੜਾ ਗੰਭੀਰ ਹੈ। ਮਸਲੇ ਦੇ ਵਿੱਚ ਬਹੁਤ ਸਾਰੇ ਆਗੂ ਨੇ ਜਿਹੜੇ ਹਰਿਆਣਾ ਦੇ ਜਿਹੜੇ ਚਿੰਤਕ ਸੀ ਉਹ ਜੁੜੇ ਹੋਏ ਸੀਗੇ। ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਆ। ਰਣਜੀਤ ਸਿੰਘ ਉਹਨਾਂ 'ਚ ਇੱਕ ਅਧਿਆਪਕ ਨੇ, ਉਹਨਾਂ ਦਾ ਸਟੂਡੈਂਟ ਵੀ ਰਿਹਾ ਗਾ। ਆਪਾਂ ਕਿਸੇ ਦਿਨ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ। ਔਰ ਉਹ ਰਣਜੀਤ ਸਿੰਘ ਦੀ ਜਿਹੜੀ ਹੱਤਿਆ ਹੋਈ ਉਹਦੇ 'ਚ ਇਹਦੀ ਇਨਵੋਲਵਮੈਂਟ ਹੈ, ਕਿਉਂਕਿ ਖੱਟਾ ਸਿੰਘ ਜਿਹੜਾ ਦਾ ਡਰਾਈਵਰ ਆ ਉਹਨੇ ਬਿਆਨ ਦਿੱਤੇ ਨੇ ਅਦਾਲਤ ਦੇ ਵਿੱਚ ਜਾ ਕੇ ਕਿ ਜੀ ਮੈਂ ਮਤਲਬ ਇਹ ਸਾਰਾ ਸੁਣਿਆ ਗਾ। ਤਾਂ ਉਹ ਇਨਵੋਲਵਮੈਂਟ ਦੇ ਨੂੰ ਲੈ ਕੇ ਇਹਦੇ ਤੇ ਜਿਹੜਾ 26 ਅਗਸਤ ਨੂੰ ਫੈਸਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਆ ਜਿਹੜੀ ਉਹ ਸੁਣਾ ਸਕਦੀ ਆ ਜੀ। ਬਹੁਤ ਸਮੇਂ ਬਾਅਦ ਬੋਲਣ ਲੱਗਦੇ ਆ। ਖੱਟਾ ਸਿੰਘ ਪਹਿਲਾਂ ਚੇਲੇ ਬਾਲ ਕੇ ਬਣੇ ਰਹੇ ਸਾਲਾਂ ਬੱਧੀ, ਤੇ ਫਿਰ ਜਦ
ਸਿਰੇ ਕੁਛ ਗੱਲ ਆ, ਜਦ ਗਲਤ ਹੋਣ ਲੱਗਿਆ ਜਦੇ ਬੋਲਣਾ ਚਾਹੀਦਾ। ਜਦ ਚਿਰ ਬਾਅਦ ਆਉਂਦੇ ਆ ਨਾ ਪ੍ਰੋਬਲਮ, ਜਦ ਮੁਸ਼ਕਲ ਜ਼ਿਆਦਾ ਆਉਂਦੀ ਹੈ ਨਵਕਿਰਨ। ਅੱਛਾ ਅੱਗੇ ਚੱਲੀਏ। ਬਿਲਕੁਲ ਜੀ। ਜਾਦੂ ਟੂਣੇ ਦਾ ਵਿਰੋਧ ਕਰਤਾ ਇੱਕ ਪਰਿਵਾਰ ਨੇ ਤੇ ਪਿੰਡ ਸਾਰਾ ਹੀ ਪਰਿਵਾਰ ਦੇ ਪਿੱਛੇ ਪੈ ਗਿਆ। ਇਹ ਕਿੱਥੇ ਹੋਈ ਕਹਾਣੀ? ਜੀ ਗਿੱਲ ਸਾਹਿਬ, ਇਹ ਨਾ ਆਪਣੇ ਪੰਜਾਬ ਦੀ ਕਹਾਣੀ ਹੈ। ਬਠਿੰਡਾ ਡਿਸਟ੍ਰਿਕਟ ਦੀ ਤਲਵੰਡੀ ਸਾਬੋ ਦੇ ਨੇੜੇ ਪਿੰਡ ਪੈਂਦਾ ਮਿਰਜੀ ਵਾਲਾ। ਉਹ ਉੱਥੋਂ ਦੀ ਘਟਨਾ ਹੈਗੀ ਇਹ। ਉੱਥੇ ਦਰਅਸਲ ਹੋਇਆ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਗਿੱਲ ਸਾਹਿਬ ਇੱਕ ਬਿਮਾਰੀ ਚੱਲ ਰਹੀ ਆ ਪਸ਼ੂਆਂ ਦੀ, ਮੂੰਹ ਖੁਰ ਦੀ ਬਿਮਾਰੀ। ਔਰ ਮੂੰਹ ਖੁਰ ਦੀ ਬਿਮਾਰੀ ਨੂੰ ਲੈ ਕੇ ਨਾ ਬਹੁਤ ਸਾਰੇ ਜਾਦੂ ਟੂਣੇ ਕੀਤੇ ਜਾਂਦੇ ਨੇ। ਟੂਣੇ ਆਮ ਹੀ ਪਿੰਡਾਂ ਦੇ ਵਿੱਚ ਕੀਤੇ ਜਾਂਦੇ ਨੇ, ਕਿਉਂਕਿ ਬਣਦੀ ਤਾਂ ਦੇਖੋ ਜ਼ਿੰਮੇਵਾਰੀ ਇਹ ਗੌਰਮੈਂਟ ਦੀ ਹੈ ਕਿ ਉਹ ਵੈਕਸੀਨੇਸ਼ਨ ਕਰਨ। ਮੂੰਹ ਖੁਰ ਦੀ ਬਿਮਾਰੀ, ਗਲ ਘੁੱਟ ਦੀ ਬਿਮਾਰੀ ਪਸ਼ੂਆਂ ਨੂੰ ਹਰ ਸਾਲ ਆਉਂਦੀਆਂ। ਗੌਰਮੈਂਟ ਵੈਕਸੀਨੇਸ਼ਨ ਕਰਦੀ ਨਹੀਂ, ਬਹੁਤ ਲੇਟ ਆ। ਔਰ ਵੈਕਸੀਨੇਸ਼ਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਉੱਠ ਰਹੇ ਨੇ, ਤੁਸੀਂ ਕਿਉਂ ਨਹੀਂ ਕਰ ਰਹੇ ਪਸ਼ੂਆਂ ਦੀ ਵੈਕਸੀਨੇਸ਼ਨ? ਹਰ ਸਾਲ ਜ਼ਰੂਰੀ ਆ ਕਰਨੀ ਤੁਹਾਡੇ ਲਈ। ਉਹਨਾਂ ਨੇ ਕੀਤੀ ਨਹੀਂ, ਪਸ਼ੂ ਮਰਨ ਲੱਗ ਗਏ। ਪਸ਼ੂ ਮਰਨ ਲੱਗ ਗਏ, ਲੋਕਾਂ ਨੇ ਇਲਾਜ ਕਰਵਾਇਆ, ਇਲਾਜ ਹੋਇਆ ਨਹੀਂ। ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਹੱਲ ਕੱਢ ਲਿਆ। ਹੈ ਤਾਂ ਅੰਧ ਵਿਸ਼ਵਾਸ ਹੈ, ਬਹੁਤ ਗਲਤ ਗੱਲ ਹੈ। 21ਵੀਂ ਸਦੀ ਦੇ ਵਿੱਚ ਜਾ ਕੇ ਵੀ ਔਰ ਸਿੱਖ ਧਰਮ ਦਾ ਇੰਨਾ ਇਸ ਧਰਤੀ ਦੇ ਉੱਤੇ ਪ੍ਰਚਾਰ ਹੋਣ ਦੇ ਬਾਵਜੂਦ ਵੀ ਜੇ ਲੋਕ ਜਾਦੂ ਟੂਣੇ ਵਾਲੇ ਪਾਸੇ ਜਾਂਦੇ ਨੇ, ਗਲਤ ਗੱਲ ਹੈ। ਸਾਰੇ ਪਿੰਡ ਨੇ ਇਕੱਠੇ ਹੋ ਕੇ ਕਿਹਾ ਵੀ ਆਪਾਂ ਟੂਣਾ ਕਰਾਓ, ਟੂਣਾ ਕਰਾਓ। ਉਹਨਾਂ ਨੇ ਕਿਹਾ ਵੀ ਲਾਈਟਾਂ ਬੰਦ ਰੱਖੋ, ਘਰੇ ਘਰੇ ਜਾ ਕੇ ਜਿਹੜਾ ਗਿੱਲ ਸਾਹਿਬ ਉਹ ਟੂਣਾ ਹੋਊਗਾ। ਲੇਕਿਨ ਉੱਥੇ ਇੱਕ ਗੁਰਸਿੱਖ ਪਰਿਵਾਰ ਰਹਿੰਦਾ, ਜਿਹੜਾ ਸਾਰਾ ਪਰਿਵਾਰ ਸਿੱਖੀ ਦੇ ਵਿੱਚ ਹੈ, ਸਿੱਖੀ ਸਰੂਪ ਦੇ ਵਿੱਚ ਆ। ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਕਿਹਾ ਭਾਈ ਅਸੀਂ ਤਾਂ ਲਾਈਟ ਵੀ ਜਗਾਵਾਂਗੇ, ਅਸੀਂ ਇਹ ਟੂਣੇ ਨੂੰ ਨਹੀਂ ਮੰਨਦੇ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ, ਅਸੀਂ ਇਹਦਾ ਵਿਰੋਧ ਕਰਾਂਗੇ। ਉਹਨਾਂ ਨੇ ਵਿਰੋਧ ਕੀਤਾ, ਸਾਰੇ ਪਿੰਡ ਨੇ ਇਕੱਠਾ ਹੋ ਗਿਆ। ਪਿੰਡ ਇਕੱਠਾ ਹੋ ਕੇ ਮਤਾ ਪਾਤਾ ਵੀ ਅੱਜ ਤੋਂ ਇਹਨਾਂ ਦਾ ਬਾਈਕਾਟ, ਅੱਜ ਤੋਂ ਪਿੰਡ ਦਾ ਕੋਈ ਬੰਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ ਰੱਖੂ, ਕੋਈ ਇਹਨਾਂ ਦੇ ਆਊ ਜਾਊ ਨਹੀਂ। ਉਸ ਤੋਂ ਬਾਅਦ ਮਸਲਾ ਮੀਡੀਆ 'ਚ ਆ ਗਿਆ। ਮੀਡੀਆ 'ਚ ਆਉਣ ਦੇ ਨਾਲ ਇਹਦੇ ਤੇ ਸਵਾਲ ਖੜੇ ਹੋ ਗਏ। ਅੱਜ ਬਲਜੀਤ ਸਿੰਘ ਦਾਦੂਵਾਲ ਜੀ ਵੀ ਉਸ ਪਰਿਵਾਰ ਨੂੰ ਮਿਲਣ ਪਹੁੰਚੇ ਉਸ ਪਿੰਡ ਦੇ ਵਿੱਚ। ਹੁਣ ਵੱਖ-ਵੱਖ ਆਗੂ ਪਹੁੰਚਣਗੇ, ਲੇਕਿਨ ਉਹ ਪਰਿਵਾਰ ਦੀ ਦਾਦ ਦੇਣੀ ਬਣਦੀ ਆ। ਸਦਕੇ ਜਾਈ ਉਸ ਪਰਿਵਾਰ ਦੇ ਜਿਹੜਾ ਕੱਲਾ ਖੜ ਗਿਆ ਸੱਚ ਤੇ। ਜੀ ਅੱਛਾ, ਤੇ ਨਾਲ ਹੀ ਇਹ ਦੱਸਿਓ ਕਿ ਅਲੀਗੜ੍ਹ ਦਾ ਨਾਂ ਬਦਲ ਰਹੇ ਨੇ ਜੀ ਹੁਣ। ਕੱਲ ਫੋਟੋ ਇੱਕ ਵਾਇਰਲ ਹੋ ਰਹੀ ਹੈ, ਉਧਰ ਦਾ ਤਾਲਿਬਾਨ ਬੈਠੇ ਨੇ ਆਪਣੇ ਰਾਸ਼ਟਰਪਤੀ ਮਹਿਲ 'ਚ, ਉਧਰੋਂ ਆਪਣੇ ਯੋਗੀ ਜੀ ਬੈਠੇ ਨੇ ਆਲੇ ਦੁਆਲੇ ਆਪਣੇ ਸਾਧੂਆਂ ਨੂੰ ਲਈ। ਫਰਕ ਤਾਂ ਕੋਈ ਹੈ ਨਹੀਂ, ਨਇਆ ਭਾਰਤ ਤੇ ਨਇਆ ਅਫਗਾਨਿਸਤਾਨ। ਤੇ ਹੁਣ ਨਾਂ ਬਦਲਣਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ, ਤਾਂ ਜਿੱਥੇ ਮੁਸਲਿਮ ਯੂਨੀਵਰਸਿਟੀ ਆ ਅਲੀਗੜ੍ਹ ਦਾ। ਜੀ ਗੱਲ ਸਾਹਿਬ, ਇਹਨਾਂ ਕੋਲੇ ਹੋਰ ਤਾਂ ਕੁਛ ਹੈ ਨੀਗਾ। ਪਿਛਲੇ ਦਿਨਾਂ ਤੇ ਇੱਕੋ ਗੱਲ ਚਲਾਈ ਆ, ਨਾਂ ਬਦਲ ਦਿਓ। ਅਸਲ ਦੇ ਵਿੱਚ ਜਿਹੜਾ ਇਤਿਹਾਸ ਨਾਲ ਛੇੜਛਾੜ ਕਰ ਰਿਹਾ ਜੀ, ਨਾਂ ਬਿਲਕੁਲ ਨਹੀਂ ਬਦਲਣਾ ਚਾਹੀਦਾ। ਨਾਂ ਬਦਲਣ ਦੇ ਨਾਲ ਇਤਿਹਾਸ ਅਸੀਂ ਬੱਚਿਆਂ ਨੂੰ ਕੀ ਦੱਸਾਂਗੇ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਜਦੋਂ ਗਿੱਲ ਸਾਹਿਬ ਕੋਈ ਵੀ ਹੈ, ਕੋਈ ਸਟੋਰੀ ਹੈ, ਕਹਾਣੀ ਹੈ, ਕੋਈ ਫਿਲਮ ਹੈ, ਉਹ ਤਾਂ ਹੀ ਬਣਦੀ ਹੈ ਜਿਹਦੇ 'ਚ ਵਿਲਨ ਵੀ ਹੁੰਦਾ, ਇੱਕ ਹੀਰੋ ਵੀ ਹੁੰਦਾ, ਤਾਂ ਹੀ ਉਹ ਫਿਲਮ ਬਣਦੀ ਆ। ਸੋ ਇਤਿਹਾਸ ਵੀ ਆ ਜਿਹੜਾ ਸਾਡਾ, ਇਤਿਹਾਸ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦਾ ਇਤਿਹਾਸ ਆ। ਜੇ ਉਹਦੇ ਵਿੱਚ ਮੁਗਲ ਆਏ, ਜੇ ਉਹਦੇ ਵਿੱਚ ਇਤਿਹਾਸ ਦੇ ਵਿੱਚ ਅੰਗਰੇਜ਼ ਆਏ, ਜੇ ਊਧਮ ਸਿੰਘ ਵਰਗਿਆਂ ਨੇ ਕੁਰਬਾਨੀਆਂ ਅੰਗਰੇਜ਼ ਹਕੂਮਤ ਖਿਲਾਫ ਦਿੱਤੀਆਂ, ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ, ਤਾਂ ਉਹਦੇ 'ਚ ਨਾਂ ਬਦਲਣ ਦੇ ਨਾਲ ਹੁਣ ਇਤਿਹਾਸ ਬਦਲਣ ਦੇ ਰਾਹ ਪਏ ਹੋਏ ਆ। ਗਲਤ ਗੱਲ ਹੈ ਇਹਨਾਂ ਦੀ। ਇਹਨਾਂ ਨੇ ਹੁਣ ਕੀ ਕੀਤਾ ਹੈ ਕਿ ਅਲੀਗੜ੍ਹ, ਜਿੱਥੇ ਪ੍ਰਸਿੱਧ ਮੁਸਲਿਮ ਯੂਨੀਵਰਸਿਟੀ ਹੈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉਹ ਅਲੀਗੜ੍ਹ ਦਾ ਨਾਂ ਬਦਲ ਕੇ ਹੁਣ ਹਰੀਗੜ੍ਹ ਰੱਖਣ ਦੀ ਤਿਆਰੀ ਆ। ਇਹ ਉੱਥੋਂ ਦੀ ਜਿਹੜੀ ਪੰਚਾਇਤ ਆ, ਪੰਚਾਇਤ ਨੇ ਤਾਂ ਮਤਾ ਪਾਤਾ, ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਤਾ, ਸਰਕਾਰ ਕੋਲੇ ਪਹੁੰਚ ਗਿਆ। ਹੁਣ ਸਰਕਾਰ ਤੇ ਨਿਰਭਰ ਕਰਦਾ ਜੀ, ਤਿਆਰੀ ਕਹਿੰਦੇ ਪੂਰੀ ਹੈ। ਪੰਚਾਇਤ ਨੇ ਮਤਾ ਹੀ ਤਾਂ ਪਾਇਆ ਗਿੱਲ ਸਾਹਿਬ ਜੇ ਤਾਹਾਂ ਤੋਂ ਕੋਈ ਨਾ ਕੋਈ ਇਸ਼ਾਰਾ ਹੋਇਆਗਾ, ਤਾਂ ਅਲੀਗੜ੍ਹ ਦਾ ਨਾਂ ਬਦਲ ਕੇ ਹੁਣ ਹਰੀਗੜ੍ਹ ਆ ਜਿਹੜਾ ਉਹ ਰੱਖਣ ਦੀ ਪੂਰੀ ਤਿਆਰੀ ਹੈ। ਦੂਜਾ ਮੈਨਪੁਰੀ ਦਾ ਨਾਂ ਗਾ ਜਿਹੜਾ, ਉਹ ਵੀ ਬਦਲਣ ਦੀ ਤਿਆਰੀ ਹੈ। ਮੈਨਪੁਰੀ ਦਾ ਨਾਂ ਜਿਹੜਾ ਉਹ ਸਮਾਜਵਾਦੀ ਪਾਰਟੀ ਦਾ ਗੜ੍ਹ ਹੈ, ਮੁਲਾਇਮ ਸਿੰਘ ਯਾਦਵ ਇੱਥੋਂ ਜਿੱਤਦਾ ਰਿਹਾ, ਇਸ ਕਰਕੇ ਇਹਨਾਂ ਨੇ ਇੱਥੇ ਵਿਕਾਸ ਤਾਂ ਕੀਤਾ ਨਹੀਂ। ਹੁਣ ਨਾਂ ਬਦਲ ਕੇ ਵੋਟਾਂ ਲੈਣ ਨੂੰ ਫਿਰਦੇ ਨੇ। ਮੈਨਪੁਰੀ ਦਾ ਨਾਂ ਮੈਨ ਨਗਰ ਰੱਖਣ ਨੂੰ ਫਿਰਦੇ ਨੇ। ਇਸ ਤੋਂ ਇਲਾਵਾ ਫਿਰੋਜ਼ਾਬਾਦ ਦਾ ਨਾਂ ਬਦਲ ਕੇ ਚੰਦਰ ਨਗਰ ਰੱਖਣ ਦੀ ਜਿਹੜੀ ਮੰਗ ਆ ਉਹ ਵੀ ਇਹਨਾਂ ਨੇ ਠਾ ਦਿੱਤੀ ਆ। ਤੋ ਹੋਰ ਕਈ ਨਾਂ ਨੇ ਜਿਹੜੇ ਉਹ ਬਦਲਣ ਦੀ ਤਿਆਰੀ ਆਉਣ ਵਾਲੇ ਦਿਨਾਂ, ਜਿਹਦੇ ਚੋਂ ਅਲੀਗੜ੍ਹ ਦਾ ਨਾਂ ਜੇ ਹਰੀਗੜ੍ਹ ਰੱਖਦੇ ਨੇ ਤਾਂ ਇਹ ਇਤਿਹਾਸ ਦੇ ਨਾਲ ਇੱਕ ਤਰੀਕੇ ਦੇ ਨਾਲ ਛੇੜਛਾੜ ਹੀ ਹੋਊਗੀ। ਜੀ ਅਖੀਰ ਦੀ ਖਬਰ, ਮੁਹਰਮ ਤਾਜ਼ੀਆ ਕੱਢਦੇ ਨੇ ਸ਼ੀਆ ਮੁਸਲਮਾਨਾਂ ਦੇ ਦਿਨ ਵੱਡੇ ਨੇ। ਮੁਹੰਮਦ ਸਾਹਿਬ ਦੇ ਜਿਹੜੇ ਜਵਾਈ ਸਨ ਹਜ਼ਰਤ ਅਲੀ ਜੀ, ਉਹਨਾਂ ਦਾ ਦਿਨ ਉਹਦੇ ਬਾਅਦ, ਕਿਉਂਕਿ ਹਸਨ ਤੇ ਹੁਸੈਨ ਉਹਨਾਂ ਦੇ ਪੁੱਤਰ ਸਨ, ਉਹਨਾਂ ਦੀ ਫੌਤ ਤੋਂ ਬਾਅਦ ਇਹਨਾਂ ਦਾ ਇਹ ਦਿਨ ਮੁਹਰਮ ਦਾ ਨਵਾਂ ਸਾਲ ਤੇ ਤਾਜ਼ੀਏ। ਕਸ਼ਮੀਰ ਦੇ ਵਿੱਚ ਜਲੂਸ ਜਦ ਕੱਢਿਆ ਗਿਆ ਤਾਂ ਉੱਥੇ ਲਾਠੀ ਚਾਰਜ ਹੋਇਆ ਪੁਲਿਸ ਦਾ, ਹੋਇਆ ਕੀ ਸੀ? ਜੀ ਗਿੱਲ ਸਾਹਿਬ, ਇਹ ਨਾ ਜੰਮੂ ਕਸ਼ਮੀਰ ਦੇ ਵਿੱਚ ਮੁਹਰਮ ਦੇ ਮੌਕੇ ਦੇ ਉੱਤੇ ਜਲੂਸ ਕੱਢਿਆ ਗਿਆ। ਹਰ ਸਾਲ ਹੀ ਲਗਭਗ ਕੱਢਿਆ ਜਾਂਦਾ ਗਾ, ਔਰ ਇਸ ਵਾਰ ਜਦੋਂ ਕੱਢਿਆ ਗਿਆ ਤਾਂ ਪੁਲਿਸ ਨੇ ਲਾਠੀ ਚਾਰਜ ਕੀਤਾ। ਪੁਲਿਸ ਨੇ ਸ਼ਹਿਰ ਦੇ ਜਿਹੜਾ
ਸ਼੍ਰੀਨਗਰ ਦੇ ਜਹਾਂਗੀਰ ਚੌਂਕ ਆ, ਉੱਥੇ ਮੁਹਰਮ ਦੇ 10 ਰੋਜ਼ਾ ਸੋਗ ਦੇ 8ਵੇਂ ਦਿਨ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਸ਼ੀਆ ਮੁਸਲਮਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ, ਲਾਠੀਚਾਰਜ ਕੀਤਾ, ਕੁੱਟਮਾਰ ਕੀਤੀ। ਔਰ ਉੱਥੇ ਜਿਹੜੀ ਗੱਲ ਸਭ ਤੋਂ ਭਾਗੀ ਉਹ ਇਹ ਹੈ ਕਿ ਪੱਤਰਕਾਰਾਂ ਦੇ ਉੱਤੇ ਵੀ ਜਿਹੜਾ ਕੁੱਟਮਾਰ ਕੀਤੀ, ਪੱਤਰਕਾਰਾਂ ਨੂੰ ਵੀ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ, ਧੂਹਿਆ ਗਿਆ, ਜਲੀਲ ਕੀਤਾ ਗਿਆ। ਔਰ ਇਹ ਮਸਲਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸੁਰਖੀਆਂ ਬਣ ਗਿਆ। ਤਾਂ ਅੱਜ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਜਿਹੜਾ ਉਹ ਕਰਨ ਦੇ ਨਿਰਦੇਸ਼ ਦਿੱਤੇ ਨੇ। ਉੱਥੋਂ ਦੇ DGP ਨੇ ਕਿਹਾ ਗਾ ਕਿ ਉਹ ਪੁਲਿਸ ਅਫਸਰਾਂ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ। ਸੋ ਇਹ ਇੱਕ ਤਰੀਕੇ ਦੇ ਨਾਲ ਇਹ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਲਾਵੇ 'ਚ ਲੈਣ ਦੀ ਲੋੜ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਜਲੂਸ ਕੱਢਣ ਦੇ ਉੱਤੇ ਹੀ ਪੱਤਰਕਾਰਾਂ ਤੱਕ ਦੀ ਕੁੱਟਮਾਰ ਹੁੰਦੀ ਹੈ, ਜਮਹੂਰੀਅਤ ਦੇ ਵਿੱਚ ਪੱਤਰਕਾਰਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ, ਤਾਂ ਇਹ ਗਲਤ ਗੱਲ ਹੈ ਜੀ ਗਿੱਲ ਸਾਹਿਬ। ਧੰਨਵਾਦ ਜੀ। ਕੱਲ ਸਵੇਰੇ ਫਿਰ ਮੁਲਾਕਾਤੀ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਜੀ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਹੈ। ਸਰ ਨਵਕਿੰਦਰ ਸਿੰਘ ਪੱਤੀ ਇੱਕ ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਵੱਡੀ ਲੈ ਕੇ ਮੇਰੇ ਨਾਲ ਸ਼ਾਮਲ ਨੇ। ਪੱਤੀ ਸਾਹਿਬ, ਕੀ ਬ੍ਰੇਕਿੰਗ ਨਿਊਜ਼ ਹੈ ਜੀ? ਜੀ ਗਿੱਲ ਸਾਹਿਬ ਖਬਰ ਇਹ ਆ ਰਹੀ ਹੈ ਕਿ ਸਮੇਤ ਸਿੰਘ ਸੈਣੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਗਾ। ਸੋ ਇਹ ਬਹੁਤ ਵੱਡੀ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਆ। ਕੁਝ ਮਿੰਟ ਪਹਿਲਾਂ ਹੀ ਸਮੇਤ ਸਿੰਘ ਸੈਣੀ ਅਜੇ ਬਹੁਤ ਘੱਟ ਮਿੰਟ ਹੋਏ ਨੇ ਕਿ ਜਦੋਂ ਵਿਜੀਲੈਂਸ ਨੇ ਸਮੇਤ ਸਿੰਘ ਸੈਣੀ ਨੂੰ ਜਿਹੜਾ ਅਰੈਸਟ ਕੀਤਾ ਗਾ। ਕਿਹੜੀ ਜਗ੍ਹਾ ਤੋਂ ਉਹਦੇ ਖਿਲਾਫ ਇਹ ਜਿਹੜੀ ਅਰੈਸਟ ਹੋਈ ਹੈ ਗਿੱਲ ਸਾਹਿਬ, ਉਹਦੀ ਅਰੈਸਟ ਤਾਂ ਅਸਲ ਦੇ ਵਿੱਚ ਉਹਦੀ ਕਰਪਸ਼ਨ ਦੇ ਕੇਸ ਦੇ ਵਿੱਚ ਹੋਈ ਹੈ, ਕਿਉਂਕਿ ਵਿਜੀਲੈਂਸ ਬਿਊਰੋ ਨੇ ਉਹਦੇ ਖਿਲਾਫ ਜਿਹੜਾ ਕੇਸ ਆ ਉਹ ਕੀਤਾ ਹੋਇਆ ਸੀ ਕਰਪਸ਼ਨ ਦਾ, ਲੋੜੋਂ ਵੱਧ ਜਿਹੜੇ ਵਿੱਤੀ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ। ਸੋ ਇਹਦੇ 'ਚ ਅਰੈਸਟ ਹੋਈ ਹੈ ਜੀ। ਅਜੇ ਤੱਕ ਗਿੱਲ ਸਾਹਿਬ ਦੱਸਿਆ ਨਹੀਂ ਗਿਆ ਕਿ ਕਿੱਥੋਂ ਅਰੈਸਟ ਹੋਈ ਹੈ, ਕਿਵੇਂ ਹੋਈ ਹੈ, ਕੀ ਘਟਨਾਕ੍ਰਮ ਹੈ, ਲੇਕਿਨ ਇਹ ਇੱਕ ਵੱਡੀ ਬ੍ਰੇਕਿੰਗ ਨਿਊਜ਼ ਹੈ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਕਿ ਸਮੇਤ ਸਿੰਘ ਸੈਣੀ ਅਰੈਸਟ ਹੋ ਚੁੱਕਾ ਹੈ ਜੀ। ਧੰਨਵਾਦ ਨਵਕਿਰਨ, ਬਹੁਤ ਬਹੁਤ। ਤੇ ਕੱਲ ਨੂੰ ਸਵੇਰੇ ਗੱਲਬਾਤ ਹੋ ਰਹੀ। ਥੈਂਕ ਯੂ। ਸ਼ੁਕਰੀਆ ਜੀ। ਇਹਦੇ ਤੇ ਆਪਾਂ ਸਵੇਰੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਜੀ। ਬਿਲਕੁਲ ਜੀ, ਧੰਨਵਾਦ। 15 ਮਿੰਟ ਪਹਿਲਾਂ ਦੀ ਨਿਊਜ਼ ਹੈ ਤੇ ਨਵਕਿਰਨ ਸਿੰਘ ਪੱਤੀ ਕਾਇਮ ਹੋ ਕੇ ਇਸ ਤੇ ਨਿਗਾਹ ਰੱਖ ਰਹੇ ਸੀ। ਖਬਰ ਖਤਮ ਕਰਦੇ ਹੀ ਉਹਨਾਂ ਨੇ ਦੱਸ ਦਿੱਤਾ ਕਿ ਆਹ ਗੱਲ ਹੋ ਗਈ ਹੈ, ਅਰੈਸਟ ਹੋ ਗਿਆ। ਤੇ ਹੁਣ ਇਸ ਕੇਸ ਦੇ ਵਿੱਚ ਕਿਉਂਕਿ ਕਿਸੇ ਦੇ ਨਾਂ ਦੀ ਕੋਠੀ ਆ, ਆਪ ਉਸ ਦੇ ਵਿੱਚ ਕਿਰਾਏਦਾਰ ਦੇ ਤੌਰ ਤੇ ਸ਼ੋਅ ਕਰ ਰਿਹਾ ਸੀ, ਕੋਠੀ ਪਰ ਇਸ ਦੀ ਹੈ। ਤੇ ਹੁਣ ਇਸ ਤੇ ਗੱਲਾਂ ਬਾਤਾਂ ਨਿਕਲਣਗੀਆਂ। ਹੁਣ ਵਿਜੀਲੈਂਸ ਦਾ ਸ਼ਿਕੰਜਾ ਇਹਦੇ ਤੇ ਕਿਵੇਂ ਫੜਿਆ, ਕਿੱਥੇ ਫੜਿਆ, ਆਉਣ ਵਾਲਾ ਸਮਾਂ ਇਵੈਂਚੁਅਲੀ ਜਿਹੜਾ ਕਹਿ ਕੇ ਹਟਿਆ ਨਾ ਮੈਂ ਪਹਿਲਾਂ ਸ਼ੁਰੂ 'ਚ, ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਏ, 14 ਤਬਕਾਂ ਦਾ ਨਕਸ਼ ਨਿਗਾਰ ਕਰਕੇ ਰੰਗਾਂ ਦੇ ਭੇਖ ਰਚਾਮਦਾ ਏ, ਸਫਾ ਪਿਛਲੀਆਂ ਸਭ ਸਮੇਟ ਲੈਂਦਾ, ਅੱਗੇ ਹੋਰ ਦੀ ਹੋਰ ਵਿਸ਼ਾਮਦਾ ਈ, ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਥੀ ਭੀਖ ਮਗਾਮਦਾ ਈ। DGP ਜਿਹੜਾ ਨਾ ਪੰਜਾਬ ਦਾ, DGP ਤੁਸੀਂ ਕਿਹਾ ਨਾ SHO ਨਹੀਂ ਮਾਨ, ਉਸ ਤੋਂ ਬਾਅਦ SSP ਨਹੀਂ ਮਾਨ, DGP ਪੰਜਾਬ ਦਾ ਮਾਲਕ ਹੈ CM ਦੇ ਬਰਾਬਰ। CM ਦੀਆਂ ਇੰਸਟਰਕਸ਼ਨਾਂ ਦੇ ਉਲਟ ਵੀ DGP ਖੜ ਜਾਂਦੇ ਨੇ। ਤੇ DGP ਜਿਹੜਾ ਬੰਦਾ ਰਿਹਾ ਹੋਵੇ, ਹੁਣ ਜਦ ਪੁੱਠੀ ਗਿਣਤੀ ਸ਼ੁਰੂ ਹੋਣੀ ਹੈ, ਇਸ ਤਰ੍ਹਾਂ ਹੀ ਹੋਣੀ ਹੈ। ਇਸ ਤਰ੍ਹਾਂ ਹੀ ਪੂਲੇ ਦੀ ਹੋਈ ਸੀ। ਪੂਲਾ ਕੋਈ ਕਹਿੰਦਾ ਸੀ ਵੀ ਮੈਨੂੰ ਕੋਈ ਮਾਰ ਦੂ, ਤੇ ਉਹਨੇ ਜ਼ੁਲਮ ਬੱਚੀਆਂ ਨਾਲ, 12-14 ਸਾਲ ਦੀਆਂ ਨਾਲ ਰੇਪ ਕਰ, ਲੋਕਾਂ ਦੀਆਂ ਜ਼ਮੀਨਾਂ ਰੋਕਣੀਆਂ, ਬੰਦੇ ਮਾਰਨੇ, ਜਿਉਂਦੇ ਸਾੜਨੇ, ਖਾੜਕੂ ਜਟਾਣਾ ਦੇ ਪਰਿਵਾਰ ਨਾਲ ਉਹਨੇ ਕੀ ਕੀਤਾ। ਪਰ ਹੁਣ ਅੰਦਰ ਹੀ ਜੇਲ੍ਹ ਦੇ ਵਿੱਚ ਹੀ ਪੈਦਾ ਹੋ ਗਏ 2 ਜਣੇ। ਤੇ ਕੀ ਹਸ਼ਰ ਹੋਇਆ, ਕੰਮ ਵੀ ਇੰਨਾ ਪੱਕਾ ਕੀਤਾ ਕਿ ਬਚਤ ਨਾ ਰਹਿ ਜਾਵੇ। ਉਹਦੇ ਹੱਥ 'ਚ ਜਾ ਕੇ ਕਿੱਥੋਂ ਤੇਲ ਭਰਿਆ, ਕੀ ਕੁਛ ਕੀਤਾ, ਤੇ ਜਨਰੇਟਰ ਦਾ ਤੇਲ ਭਰ ਕੇ ਲੈ ਕੇ ਜਾ ਕੇ ਡੋਲੂ 'ਚ ਪਾ ਲਿਆ, ਤੇ ਉਸ ਤੋਂ ਬਾਅਦ ਅੱਗ ਲਾਤੀ ਉਹਨੂੰ। ਸੋ ਇਹ ਜਿਹੜਾ ਕੁਦਰਤ ਆ ਜਿਹੜੀ, ਉਹ ਉਸ ਦਾ ਆਪਣਾ ਇੱਕ ਅਸੂਲ ਹੈ। ਉਸ ਤੋਂ ਡਰਨਾ ਚਾਹੀਦਾ ਹੈ ਬੰਦੇ ਨੂੰ, ਸਦਾ ਹੀ ਉਸ ਰੱਬ ਤੋਂ, ਭਗਵਾਨ ਤੋਂ, ਈਸ਼ਵਰ ਤੋਂ, ਅੱਲਾ ਤੋਂ, ਗੋਡ ਤੋਂ ਡਰ ਕੇ ਰਹਿਣਾ ਚਾਹੀਦਾ। ਉਹ ਸਰਵ ਸ਼ਕਤੀਮਾਨ ਹੈ। ਬੰਦੇ ਦੀਆਂ ਬੰਦਾ ਬਹੁਤ ਕੁਝ ਕਰਦਾ, ਵੀ ਇਹਨੂੰ ਖੂਹ 'ਚ ਸਿੱਟ ਦੇ, ਇਹਦੇ ਮੂਹਰੇ ਬੜਾ ਸਾਰਾ ਕੋਈ ਦਰਖਤ ਸਿੱਟ ਦੇ, ਇਹਨੂੰ ਜ਼ਹਿਰ ਦੇ ਦੇ, ਪਰ ਨਹੀਂ ਹੁੰਦਾ ਕੁਛ ਜਦ ਤੱਕ ਦਾਤੇ ਦੀ ਨਿਗਾਹ ਸਿੱਧੀ ਆ। ਬੰਦਾ ਕਿਹਦੇ ਪਾਣੀ ਹਾਰ ਆ ਭਲਾ। ਖਬਰਾਂ ਜਿਹੜੀਆਂ ਇਲੈਕਸ਼ਨ ਗਰਮ ਹੈ ਪੂਰੀ। ਲੀਡਰ ਜਗਮੀਤ ਸਿੰਘ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੋਨੇ ਹੀ ਜਿਹੜੇ ਨੇ ਵੈਨਕੂਵਰ 'ਚ ਨੇ। ਜਸਟਿਨ ਟਰੂਡੋ ਕਹਿ ਰਹੇ ਨੇ, ਕਹਿੰਦੇ ਵੀ ਮੇਰਾ ਬੜਾ ਪਿਆਰ ਆ ਲੋਅਰ ਮੇਨਲੈਂਡ ਨਾਲ, ਮੈਂ ਪੋਰਟ ਕੋਕਿਟਲਮ ਦੇ ਸਕੂਲ 'ਚ ਇੱਥੇ ਹੀ ਮਾਸਟਰ ਰਿਹਾ,
ਮੇਰਾ ਨਾਨਾ ਇੱਥੇ ਰਿਹਾ ਨੌਰਥ ਸ਼ੋਰ ਦੇ ਨਾਲ ਮੇਰਾ ਬੜਾ ਪਿਆਰ ਆ। ਮੈਂ ਜਵਾਕਾਂ ਨੂੰ ਲੈ ਕੇ ਆਇਆ ਅਤੇ ਜਗਮੀਤ ਸਿੰਘ ਹੋਣੀ ਅਫੋਰਡੇਬਲ ਹਾਊਸਿੰਗ ਦੀ ਗੱਲ ਕਰਦੇ ਸੀ। ਅਤੇ ਬਾਕੀ ਜਿਹੜੇ ਵੋਟਰ ਨੇ ਵੋਟਰਾਂ ਨੂੰ ਆਪਣਾ ਖਿਆਲ ਰੱਖਣ ਦੀ ਲੋੜ ਹੈ ਕਿ ਪਾਰਟੀ ਦੇ ਪਲੈਟਫਾਰਮ ਕੀ ਨੇ, ਕਿਸ ਤਰ੍ਹਾਂ ਇਸ ਤੋਂ ਅੱਗੇ ਜਿਹੜੀ ਕਹਾਣੀ ਚੱਲੇਗੀ। ਵੋਟਾਂ ਦੇ ਬਾਰੇ ਤੁਸੀਂ ਖਿਆਲ ਰੱਖਣਾ ਕਿ ਵੋਟ ਕਿਵੇਂ ਪਾਉਣੀ ਆ, ਕੀ ਮਾਪਦੰਡ ਹੋਣਾ ਚਾਹੀਦਾ, ਉੱਥੇ ਗੱਲ ਜਾ ਕੇ ਕਰਨੀ ਹੈ। ਤਾਲਿਬਾਨਾਂ ਦਾ ਬੜਾ ਰੇੜਕਾ ਪਿਆ ਹੈ ਜੀ। ਤਾਲਿਬਾਨਾਂ ਨੂੰ ਦੁਨੀਆ ਕੋਈ ਨਿੰਦ ਰਹੀ ਹੈ, ਕੋਈ ਹੱਕ 'ਚ ਬੋਲ ਰਹੀ ਹੈ, ਕੋਈ ਕਹਿੰਦਾ ਨਹੀਂ ਭੱਜ ਕੇ ਜਹਾਜ਼ ਚੜ੍ਹ ਗਏ, ਲੋਕ 10,000 ਤੁਰਿਆ ਫਿਰਦਾ। ਮੇਰੇ ਮਨ 'ਚ ਆਇਆ, ਮੈਂ ਕਿਹਾ ਦਿੱਲੀ ਦੇ ਏਅਰਪੋਰਟ ਦੀ ਸਿਕਿਉਰਿਟੀ ਕਰ ਦਿਓ ਮਾੜੀ ਜੀ ਖਤਮ, ਅਤੇ ਭਾਰਤ ਦੇ ਲੋਕਾਂ ਨੂੰ ਕਹਿ ਦਿਓ ਵੀ ਜਿਹੜਾ ਚੜ੍ਹ ਗਿਆ ਜਹਾਜ਼, ਜਿਹੜਾ ਰਹਿ ਗਿਆ। ਤੁਸੀਂ ਲਮਕਦੇ ਕਹਿੰਦੇ ਹੋ, ਜੇ ਨਾਲ ਉੱਪਰ ਦੀ ਬੈਲਟਾਂ ਨਾਲ ਕੱਸ ਲੈਣ ਖੰਭਾਂ ਦੇ ਨਾਲ, ਵਿੰਗਸ ਦੇ ਨਾਲ। ਸੋ ਇਹ ਤਾਂ ਦੁਨੀਆ 'ਚ ਜਿੱਥੇ ਦੁੱਖ ਹੈ ਉੱਥੋਂ ਸਭ ਭੱਜਣਾ ਚਾਹੁੰਦੇ ਆ। ਅਫਗਾਨਿਸਤਾਨ ਕੀ ਤੁਸੀਂ ਲਾ ਦਿਓ ਇਕੱਲੇ ਸੂਬੇ 'ਚ ਜਹਾਜ਼ ਵੀ ਕੈਨੇਡਾ ਨੂੰ ਚੱਲਿਆ ਬਈ, ਅਤੇ ਸਿਕਿਉਰਿਟੀ ਕਰ ਦਿਓ ਪਰਾਂ ਵੀ ਜਿਹੜਾ ਚੜ੍ਹ ਗਿਆ, ਜਿਹੜਾ ਰਹਿ ਗਿਆ। ਫਿਰ ਵੇਖਿਓ ਗਿੱਧਾ ਕਿਵੇਂ ਪੈਂਦਾ। ਸੋ ਇਸ ਤਰ੍ਹਾਂ ਹੀ ਹੈ। ਅਗਲੇ ਦੇਸ਼ ਦੇ ਵਿੱਚ 20 ਸਾਲ ਬੰਬ ਉਹਨਾਂ 'ਤੇ ਵਰ੍ਹਦੇ ਰਹੇ ਅਤੇ ਹੁਣ ਉਹ ਜ਼ੋਰ 'ਚ ਆ ਗਏ ਅਤੇ ਉਹਨਾਂ ਨੇ ਸਰਕਾਰਾਂ ਆਪਣੀਆਂ ਸੈੱਟ ਕਰਨੀਆਂ ਨੇ। ਅਗਲੇ ਸਾਲ ਜਿਹੜੇ ਕਿਹੋ ਜਿਹੇ ਆਉਣਗੇ ਉਹ ਸਮਾਂ ਦੱਸੇਗਾ, ਉਹ ਕੀ ਕਰਦੇ ਨੇ ਕੀ ਨਹੀਂ ਕਰਦੇ। ਨਾਰਥ ਕੈਲੀਫੋਰਨੀਆ ਦੇ ਵਿੱਚ ਡਿਕਸੀ ਦੀ ਜਗ੍ਹਾ ਜਿਹੜੀ ਹੈ ਉਸਨੇ ਬਰਬਾਦ, ਉੱਥੇ 51,000 ਦੇ ਕਰੀਬ ਲੋਕ ਨਿਵਾਡਾ ਮਾਊਂਟੇਨਸ ਦੇ ਵਿੱਚ, ਇਹ ਸਾਰਾ ਨਿਵਾਡਾ ਦੇ ਏਰੀਏ ਦੇ ਵਿੱਚ, ਅਤੇ ਨਾਲ ਕੈਲੀਫੋਰਨੀਆ ਦੇ ਵਿੱਚ ਡਿਕਸੀ ਫਾਇਰ ਆ ਜਿਹੜੀ ਗੋਲਡਨ ਰਸ਼ ਈਰਾ ਦਾ ਇੱਕ ਪੂਰਾ ਸਮਾਂ, ਇੱਕ ਪੂਰਾ ਟਾਊਨ ਜਿਹੜਾ ਗ੍ਰੀਨਵਿਲ, ਉਹ ਸਾਰਾ ਜਿਹੜਾ ਖਤਮ ਕਰ ਦਿੱਤਾ ਸੁੱਕਿਆਂ ਦਰਖਤਾਂ ਦੇ ਕਰਕੇ, ਘਾਹ ਕਰਕੇ, ਅਤੇ 12,100 ਦੇ ਕਰੀਬ ਲੋਕ ਘਰੋਂ ਬੇਘਰ ਹੋ ਗਏ। ਅਤੇ ਸਮਾਨ ਪਾ ਕੇ ਗੱਡੀਆਂ ਦੇ ਵਿੱਚ ਲੋਕ ਤੁਰ ਗਏ ਘਰਾਂ ਦੇ ਵਿੱਚੋਂ। ਬਹੁਤ ਔਖਾ ਮਤਲਬ ਜਦ ਤੁਸੀਂ ਸਾਰਾ ਟੱਬਰ ਟੀਹਰ ਚੱਕ ਕੇ ਘਰੋਂ ਤੁਰਨਾ, ਕੁਛ ਵੀ ਨਹੀਂ ਬਚਿਆ। ਡਿਕਸੀ ਏਰੀਆ ਜਿਹੜਾ 253 ਹੈਕਟੇਅਰ, 2,53,000 ਹੈਕਟੇਅਰ ਡਿਕਸੀ ਫਾਇਰ ਆ ਜਿਹੜੀ ਉਹ ਚੱਲੀ ਹੈ। ਹਿਊਸਟਨ ਟੈਕਸਸ ਦੇ ਸ਼ਹਿਰ ਤੋਂ ਵੱਡਾ ਏਰੀਆ ਇਹ, ਜਿਹੜਾ ਸੈਕੰਡ ਲਾਰਜੈਸਟ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ। 1200 ਘਰ ਸਾੜ ਦਿੱਤੇ ਅਤੇ ਥਾਊਜ਼ੈਂਡਸ ਜਿਹੜੇ ਲੋਕ ਨੇ ਉਹ ਇਵੈਕੂਏਟ ਹੋ ਗਏ। ਇੱਕ ਜਿਹੜੀ ਵੱਡੀ ਫਾਇਰ ਸੀ ਪਹਿਲਾਂ 2020 ਦੇ ਵਿੱਚ ਵੀ, ਉਹ 1 ਮਿਲੀਅਨ ਏਕੜ ਦੇ ਕਰੀਬ ਪਿਛਲੇ ਸਾਲ, ਉਹ ਵੀ ਜਿਹੜੀ ਇੱਦੋਂ ਵੱਡੀ ਸੀ। ਸੋ ਡਿਕਸੀ ਦੀ ਇਸ ਜੰਗਲੀ ਅੱਗ ਨੇ BC ਸਾਰਾ ਝੁਲਸ ਰਿਹਾ। ਕੈਲੀਫੋਰਨੀਆ ਤੋਂ ਬਾਅਦ BC ਦੇ ਵਿੱਚ ਬਹੁਤ ਲੰਮਾ ਸੀਜ਼ਨ ਇਸ ਵਾਰ ਚੱਲਿਆ। ਹੁਣੇ ਖਬਰਾਂ ਆ ਰਹੀਆਂ ਨੇ ਜੀ, ਅਸ਼ਰਫ ਗਾਨੀ ਹੈ ਜਿਹੜਾ, ਉਹ UAE ਦੇ ਵਿੱਚ ਹੈ, ਦੁਬਈ ਦੇ ਵਿੱਚ ਹੈ। 3-3 ਲੱਖ ਫੌਜ, 20-20 ਸਾਲ ਦੀ ਟ੍ਰੇਨਿੰਗ, ਰਾਸ਼ਟਰਪਤੀ ਖੜਿਆ ਹੀ ਨਹੀਂ, ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਚਲੇ ਗਿਆ। ਤਾਲਿਬਾਨਾਂ ਦਾ ਇਹਦੇ 'ਚ ਕੋਈ ਕਸੂਰ ਹੈ? ਜਦ ਸਰੈਂਡਰ ਕਰ ਗਏ ਲੋਕ ਜਿਨ੍ਹਾਂ ਦੇ ਦੇਸ਼ ਦੀ ਜ਼ਿੰਮੇਵਾਰੀ ਦੀ। ਕੱਲ੍ਹ ਯੂਨਾਈਟਿਡ ਨੇਸ਼ਨ ਦੇ ਸਿਕਿਉਰਿਟੀ ਜਨਰਲ ਨੇ ਇਹ ਗੱਲ ਕੀਤੀ ਕਿ ਇਹ ਕਾਹਦੇ ਲਈ ਇਹ ਗੱਲ ਹੋਈ, ਕਿਉਂ ਭੱਜੇ? ਲੀਡਰਸ਼ਿਪ ਦੀ ਟੋਟਲੀ ਲੀਡਰਸ਼ਿਪ ਦੀ ਫੇਲਰ। ਸਰ ਰਵਿੰਦਰ ਸਿੰਘ ਧਾਲੀਵਾਲ, ਬਿੱਲਾ ਧਾਲੀਵਾਲ, ਜਿਹੜੇ ਪਿਛਲੇ ਦਿਨੀਂ ਜਦ ਆਪਾਂ ਘੁੱਦਾ ਸਿੰਘ ਉਹਨਾਂ ਨਾਲ ਗੱਲ ਕੀਤੀ, ਘੁੱਦਾ ਸਿੰਘ ਹੋਣੀ ਚੰਡੀਗੜ੍ਹ ਪਹੁੰਚੇ ਹੋਏ ਸੀ ਅਤੇ ਮੁਹਾਜ ਮੁੰਡਿਆਂ ਨੇ ਛੇੜਿਆ ਹੋਇਆ ਉੱਥੇ ਵੀ ਪੰਜਾਬ ਯੂਨੀਵਰਸਿਟੀ ਸਾਡੀ ਬਚ ਜਾਵੇ, ਸੈਨੇਟ ਖਤਮ ਕਰ ਦਿੱਤੀ ਤਾਂ ਯੂਨੀਵਰਸਿਟੀ ਗਈ। BC ਚੱਕ ਕੇ ਬਾਹਰੋਂ ਜਿਹੜਾ ਲੈ ਕੇ ਆਏ ਸੀ, ਹੁਣ ਵੀ ਹੈ। ਅਤੇ ਇਹ ਯੂਨੀਵਰਸਿਟੀ ਦੇ ਵਿੱਚ ਕਿਤੇ ਗੱਲਾਂ ਹੋਈਆਂ ਗੁਰੂ ਗੋਬਿੰਦ ਸਿੰਘ ਚੇਅਰ ਦੀਆਂ, ਅਤੇ ਉਸ ਦੀ ਵਿਰੋਧਤਾ ਵੀ ਹੁੰਦੀ ਰਹੀ। ਅਤੇ ਪੰਜਾਬ ਯੂਨੀਵਰਸਿਟੀ ਵੱਡੀ ਯੂਨੀਵਰਸਿਟੀ ਹੈ ਜਿਹਦਾ ਨਾਂ ਸਾਡੇ ਨਾਲ ਜੁੜਿਆ ਹੋਇਆ, ਪਰ ਕੀ ਉਹ ਨਾਂ ਦੀ ਰਹਿ ਜਾਏਗੀ? ਕਿੱਧਰ ਨੂੰ ਜਾਏਗੀ ਗੱਲ? ਬਿੱਲਾ ਧਾਲੀਵਾਲ ਜੀ ਪੰਜਾਬ ਯੂਨੀਵਰਸਿਟੀ 'ਤੇ ਧਰਨੇ 'ਤੇ ਬੈਠੇ ਨੇ, ਉੱਥੋਂ ਹੀ ਗੱਲ ਕਰਦੇ। ਸਰ ਰਵਿੰਦਰ ਸਿੰਘ ਧਾਲੀਵਾਲ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ ਜੀ, ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਬਹੁਤ ਬਹੁਤ। ਪਹਿਲਾਂ ਤਾਂ ਆਪਣੇ ਵਿਦਿਆਰਥੀ ਜੀਵਨ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਪੰਜਾਬ 'ਚ ਕਿੱਥੋਂ ਵੱਡੇ ਹੋਏ, ਕਿਹੜੇ ਪਿੰਡਾਂ 'ਚੋਂ, ਤੇ ਹੁਣ ਕੀ ਪੜ੍ਹ ਰਹੇ ਹੋ ਪੰਜਾਬ ਯੂਨੀਵਰਸਿਟੀ 'ਚ? ਸਰ ਜੀ, ਮੈਂ ਰਾਮਪੁਰਾ ਫੂਲ ਦੇ ਨੇੜੇ ਮੇਰਾ ਮਹਿਰਾਜ ਪਿੰਡ ਹੈ ਜੀ। ਵਾਹ। ਤੇ ਮੈਂ ਆਪਣੀ ਜਿਹੜੀ ਗ੍ਰੈਜੂਏਸ਼ਨ ਹੈ ਜੀ, ਉਹ ਮੈਂ ਰਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ ਆ। ਤੇ 2009 ਤੋਂ ਲੈ ਕੇ ਜੀ ਮੈਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ, ਕੈਂਪਸ ਦੇ ਵਿੱਚ ਮੇਰੀ ਸਾਰੀ ਸਟੱਡੀ ਹੈ ਜੀ। 9 ਤੋਂ 11 ਜੀ ਮੈਂ MA ਕੀਤੀ ਹੈ ਪੰਜਾਬੀ ਦੀ, ਤੇ 11 ਤੋਂ 14 ਮੈਂ LLB ਕੀਤੀ ਹੈ ਜੀ। 14 ਤੋਂ 16 ਮੈਂ MPhil ਕੀਤੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ। ਤੇ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ PhD ਉਹ ਲਗਾਤਾਰ ਚੱਲ ਰਹੀ ਹੈ ਜੀ 2016 ਤੋਂ ਬਾਅਦ। ਤੇ ਮੈਂ ਨੈਟ ਕੁਆਲੀਫਾਈਡ ਆ ਜੀ, JRF ਕਲੀਅਰ ਹੈ ਜੀ ਮੇਰਾ। ਤੇ ਬਾਕੀ ਸਾਰੀ ਦੀ ਸਾਰੀ ਸਟੱਡੀ ਹੈ ਮੇਰੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਹੋਈ ਹੈ ਜੀ। ਬਿਲਕੁਲ, ਮੀਰੀ ਪੀਰੀ ਦੇ ਪਾਤਸ਼ਾਹ ਦੀ ਚਰਨਛੋਹ ਧਰਤ ਤੋਂ ਆਏ ਹੋ ਤੁਸੀਂ। ਨਤਮਸਤਕ ਹੈ ਉਸ ਧਰਤ ਨੂੰ, ਯੋਧਿਆਂ ਦੀ ਧਰਤੀ ਹੈ। ਬਠਿੰਡੇ ਦੇ ਏਰੀਆ, ਉਸ ਪਿੰਡਾਂ ਨੂੰ, ਉਹਨਾਂ ਨੂੰ ਪੁੱਛੋ, ਮਹਾਰਾਜ, ਵੱਡਾ ਛੋਟੇ ਨਥਾਣਿਆਂ ਨੂੰ, ਪੂਲੇ ਵਾਲਿਆਂ ਨੂੰ। ਉਹ ਮਾਣ ਹੈ ਭਗਤੇ ਭਾਈਕੇ ਨੂੰ, ਬਾਬਾ ਭਾਈ ਭਗਤੂ ਦਾ ਏਰੀਆ ਉਹ। ਅੱਛਾ, ਮੈਨੂੰ ਹੁਣ ਇਹ ਦੱਸਿਓ ਵੀ ਖੜਕੀ ਕਿੱਥੋਂ ਗੱਲ, ਧੱਕਾ ਕਿੱਥੋਂ ਹੋ ਰਿਹਾ ਜਿਹਦੇ ਕਰਕੇ ਹੁਣ ਇਹ ਮਹਾਜ ਵਿੱਢਿਆ? ਗੱਲ ਭਾਜੀ ਇਹ ਹੈ ਜੀ, ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇੱਕ ਸੈਨੇਟ ਦੇ ਇਹਦਾ ਵਿੱਚ ਇੱਕ ਨਾ ਲੋਕਤੰਤਰਿਕ ਢਾਂਚਾ ਜਿਹੜਾ ਬੜਾ ਜ਼ਬਰਦਸਤ ਖੂਬਸੂਰਤ ਸੁਮੇਲ ਇੱਥੇ ਬਣਾਇਆ ਗਿਆ ਜੀ ਪੰਜਾਬ ਯੂਨੀਵਰਸਿਟੀ ਦਾ ਜੀ। ਉਹਦੇ ਵਿੱਚ ਕੀ ਹੈ ਜੀ, ਇਲੈਕਟਡ ਤੇ ਨੋਮੀਨੇਟਡ ਜਿਹੜੇ ਬੰਦੇ ਆ ਉਹਨਾਂ ਦੋਨਾਂ ਨੂੰ ਮਤਲਬ ਖੂਬਸੂਰਤ ਤਰੀਕੇ ਨਾਲ ਸੁਮੇਲ ਕਰਕੇ ਇੱਕ ਬੋਡੀ ਬਣਾਈ ਜਾਂਦੀ ਹੈ ਜੀ, ਜਿਹੜੀ ਯੂਨੀਵਰਸਿਟੀ ਦੀ ਗਵਰਨਿੰਗ ਬੋਡੀ ਆ ਜੀ। ਜਿਵੇਂ ਦੇਸ਼ ਨੂੰ ਪਾਰਲੀਮੈਂਟ ਚਲਾਉਂਦੀ ਆ, ਉਵੇਂ ਪੰਜਾਬ ਯੂਨੀਵਰਸਿਟੀ ਨੂੰ ਜਿਹੜੀ ਆ ਉਹ ਸੈਨੇਟ ਚਲਾਉਂਦੀ ਆ ਜੀ। ਤੇ ਹੁਣ ਕੀ ਹੋਇਆ ਜੀ, ਪਿਛਲੇ ਕੁਝ ਸਮੇਂ ਤੋਂ ਕੀ ਹੋਇਆ, ਇਹਨਾਂ ਨੇ ਇਹ ਜਿਹੜੀ ਸੈਨੇਟ ਦੀ ਇੱਕ ਜਿਹੜੀ ਮਿਆਦ ਹੁੰਦੀ ਹੈ ਜੀ ਸੈਨੇਟ ਦੀ, ਉਹ 4 ਸਾਲ ਦੀ ਹੁੰਦੀ ਆ। ਤੇ ਪਿਛਲੀ ਵਾਰੀ ਜਿਹੜੀਆਂ ਚੋਣਾਂ ਸੀ ਉਹ 2016 ਦੇ ਵਿੱਚ ਹੋਈਆਂ ਸੀ। ਇਸ ਵਾਰੀ ਇਹ 2016 ਪਿਛਲੇ ਸਾਲ 2020 ਨੂੰ ਹੋਣੀਆਂ ਸੀਗੀਆਂ। 2016 ਦੇ ਵਿੱਚ ਸਤੰਬਰ ਦੇ ਵਿੱਚ ਹੋਣੀਆਂ ਸੀਗੀਆਂ। 4 ਸਾਲ ਮਤਲਬ 2016 ਚ ਹੋਈਆਂ, 20 ਚ ਹੋਣੀਆਂ ਸੀਗੀਆਂ। ਤਾਂ ਹੁਣ ਕੀ ਹੋਇਆ ਜੀ, ਸਤੰਬਰ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਸੀ ਤਾਂ ਇਹਨਾਂ ਨੇ ਚੋਣਾਂ ਮੁਲਤਵੀ ਕਰ ਦਿੱਤੀਆਂ ਕੋਵਿਡ ਦਾ ਬਹਾਨਾ ਲਾ ਕੇ। ਅੱਛਾ ਜੀ। ਤੇ ਉਸ ਤੋਂ ਬਾਅਦ ਕੀ ਹੋਇਆ ਜੀ, ਜਦੋਂ ਅਗਲੀ ਵਾਰ ਇਹਨਾਂ ਦੀ ਜਿਹੜੀ ਵੋਟਾਂ ਦੀ ਤਰੀਕ ਆ ਉਹ ਮਿੱਥੀ ਗਈ 16 ਮਈ 2021। ਤਾਂ ਉਦੋਂ ਫਿਰ ਇਹਨਾਂ ਨੇ ਸੈਕੰਡ ਵੇਵ ਦਾ ਜਿਹੜਾ ਮਤਲਬ ਹਵਾਲਾ ਦਿੱਤਾ ਤੇ ਸੈਕੰਡ ਵੇਵ ਤੋਂ ਬਾਅਦ ਇਹ ਚੋਣਾਂ ਇੱਕ ਵਾਰੀ ਫਿਰ ਮੁਲਤਵੀ ਕਰ ਦਿੱਤੀਆਂ ਗਈਆਂ। ਤਾਂ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਮਤਲਬ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਜਾਂ ਸਾਡੇ ਵਰਗੇ ਬੰਦੇ ਸੀ ਜਿਹੜੇ, ਉਹਨਾਂ ਨੇ ਪ੍ਰੋਟੈਸਟ ਕੀਤੇ, ਧਰਨੇ ਲਾਏ, ਮੁਜ਼ਾਹਰੇ ਕੀਤੇ ਗਏ। ਤੇ ਮਾਣਯੋਗ ਹਾਈ ਕੋਰਟ ਨੇ ਫਿਰ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ, ਮਤਲਬ ਯੂਨੀਵਰਸਿਟੀ ਦੀ ਖਿਚਾਈ ਕੀਤੀ ਯੂਨੀਵਰਸਿਟੀ ਅਥਾਰਟੀ ਦੀ, ਕਿ ਤੁਸੀਂ ਇਹ ਚੋਣਾਂ ਕਰਾਓ ਜਲਦੀ ਤੋਂ ਜਲਦੀ। ਤਾਂ ਫਿਰ ਇਹਨਾਂ ਨੇ ਕੀ ਕੀਤਾ ਜੀ, ਇੱਕ ਇਹਨਾਂ ਨੇ 18 ਤਰੀਕ ਜਿਹੜੀ 18 ਅਗਸਤ ਹੈ ਅੱਜ ਦੇ ਦਿਨ ਜਦੋਂ ਆਪਾਂ ਗੱਲ ਕਰ ਰਹੇ ਹਾਂ, ਚੋਣਾਂ ਹੋਣੀਆਂ ਸੀਗੀਆਂ। ਤੇ ਇਹਨਾਂ ਨੇ ਆਪਣੇ ਵੱਲੋਂ ਪ੍ਰੈਪਰੇਸ਼ਨ ਕਰਕੇ ਕੋਰਟ ਨੂੰ ਸਬਮਿਟ ਕਰ ਦਿੱਤੀ ਕਿ ਇਹ ਜਿਹੜੀਆਂ ਚੋਣਾਂ ਨੇ ਅਸੀਂ 18 ਅਗਸਤ ਨੂੰ ਕਰਾਵਾਂਗੇ। ਪਰ ਤੁਸੀਂ ਦੇਖੋ, ਇਹਨਾਂ ਨੇ ਜਿਹੜੀ ਇਹਨਾਂ ਦੀ ਮਨਸ਼ਾ ਸੀ, ਜਿਹੜੀ ਇਹਨਾਂ ਦੀ ਨੀਅਤ ਸੀ, ਉਹਦੇ ਵਿੱਚ ਖੋਟ ਸੀ ਤੇ ਇਹਨਾਂ ਨੇ ਇੱਕ ਚੋਰ ਮੋਰੀ ਲੱਭੀ। ਉਹ ਚੋਰ ਮੋਰੀ ਇਹ ਲੱਭੀ ਜੀ, ਹੁਣ ਤੱਕ ਇਹ ਚੋਣਾਂ ਨੇ ਜਿਹੜੀਆਂ ਚੋਣਾਂ ਦਾ ਇਤਿਹਾਸ ਆ, ਇਹ ਹਮੇਸ਼ਾ ਐਤਵਾਰ ਵਾਲੇ ਦਿਨ ਹੁੰਦੀਆਂ ਰਹੀਆਂ ਨੇ, ਸੰਡੇ ਵਾਲੇ ਦਿਨ ਹੁੰਦੀਆਂ ਰਹੀਆਂ ਨੇ। ਵਰਕਿੰਗ ਡੇ ਦੇ ਵਿੱਚ ਇਹ ਵੋਟਾਂ ਅੱਜ ਤੱਕ ਕਦੇ ਵੀ ਨਹੀਂ ਪਈਆਂ। ਤੇ ਇਹਨਾਂ ਨੇ ਜਾਣਬੁੱਝ ਕੇ ਬੁੱਧਵਾਰ ਦਾ ਦਿਨ ਚੁਣਿਆ। ਤੇ ਜਦੋਂ ਫਿਰ ਬੁੱਧਵਾਰ ਦੇ ਦਿਨ ਚੋਣਾਂ ਹੋਣੀਆਂ ਸੀ ਜੀ, ਤੋਂ 3-4 ਦਿਨ ਪਹਿਲਾਂ ਮੈਂ ਤੁਹਾਨੂੰ ਭਾਜੀ ਦੱਸ ਦੇਵਾਂ, ਜਿਹੜੀਆਂ ਚੋਣਾਂ ਨੇ ਇਹਦੇ ਚ 270-80 ਦੇ ਕਰੀਬ ਪੋਲਿੰਗ ਬੂਥ ਲੱਗਦੇ ਨੇ। ਬਹੁਤ ਵੱਡਾ ਇਹਦਾ ਏਰੀਆ ਹੁੰਦਾ ਜੀ, ਜਿਵੇਂ ਪੂਰੇ ਦਾ ਪੂਰਾ ਪੰਜਾਬ ਆ ਜਿਹੜਾ, ਉੱਥੇ ਪੋਲਿੰਗ ਬੂਥ ਲੱਗਦੇ ਨੇ। ਜਿਵੇਂ ਆਪਾਂ ਆਪਣੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ 2 ਪੋਲਿੰਗ ਬੂਥ ਲੱਗਦੇ ਨੇ, ਇੱਕ ਬਠਿੰਡਾ ਸ਼ਹਿਰ ਦੇ ਵਿੱਚ ਲੱਗਦਾ ਤੇ ਇੱਕ ਰਾਮਪੁਰਾ ਫੂਲ ਲੱਗਦਾ ਜੀ। ਤੇ ਐਵੇਂ ਕਰਕੇ ਮਤਲਬ ਡਿਸਟ੍ਰਿਕਟ ਵਾਈਜ਼ ਨੇ ਜਿਹੜੇ, ਉਹ ਸਾਰੇ ਜ਼ਿਲ੍ਹਿਆਂ 'ਚ ਪੰਜਾਬ 'ਚ ਬੂਥ ਲੱਗਦੇ ਨੇ। ਫਿਰ ਹਰਿਆਣੇ ਦੇ ਵਿੱਚ ਕਾਫੀ ਬੂਥ ਲੱਗਦੇ ਨੇ, ਰਾਜਸਥਾਨ ਦੇ ਵਿੱਚ ਬੂਥ ਲੱਗਦੇ ਨੇ, ਹਿਮਾਚਲ ਲੱਗਦੇ ਨੇ, ਉੱਤਰਾਖੰਡ, ਦਿੱਲੀ, ਮਤਲਬ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਇਹਨਾਂ ਚੋਣਾਂ ਦਾ ਮਤਲਬ ਜਿਹੜਾ ਕਾਰਜ ਖੇਤਰ ਆ ਜਿਹੜਾ ਚੋਣਾਂ ਦਾ, ਉਹ ਇੰਨਾ ਜ਼ਿਆਦਾ ਵੱਡਾ ਹੋ ਜਾਂਦਾ। ਤਾਂ ਇਹਨਾਂ ਨੂੰ ਪਤਾ ਸੀ ਇਹ ਚੀਜ਼ ਕਿ ਪੰਜਾਬ ਸਰਕਾਰ ਨੇ ਸਕੂਲ ਖੋਲ ਦਿੱਤੇ ਨੇ ਤੇ ਸਕੂਲਾਂ ਦੇ ਵਿੱਚ ਬੱਚੇ ਆਉਣੇ ਸ਼ੁਰੂ ਹੋ ਗਏ ਨੇ। ਤੇ ਪੰਜਾਬ ਦੇ ਤਕਰੀਬਨ 50 ਦੇ ਕਰੀਬ ਜਿਹੜੇ ਪੋਲਿੰਗ ਬੂਥ ਸੀਗੇ ਉਹ ਸਕੂਲਾਂ ਦੇ ਵਿੱਚ ਸੀਗੇ। ਤਾਂ ਇਹਨਾਂ ਨੂੰ ਮਤਲਬ ਇਹਨਾਂ ਨੇ ਦਿਨ ਬੁੱਧਵਾਰ ਦਾ ਇਸ ਲਈ ਰੱਖਿਆ ਸੀ ਕਿ ਪੰਜਾਬ ਸਰਕਾਰ ਨੇ ਮਨਾ ਕਰਨਾ ਹੀ ਕਰਨਾ। ਪੰਜਾਬ ਸਰਕਾਰ ਨੇ ਐਨ ਮੌਕੇ ਤੇ ਆ ਕੇ ਇਹਨਾਂ ਨੂੰ ਜਵਾਬ ਦੇ ਦਿੱਤਾ ਕਿ ਸਕੂਲਾਂ ਦੇ ਵਿੱਚ ਬੱਚੇ ਆ ਰਹੇ ਆ, ਵਰਕਿੰਗ ਡੇ ਵਾਲੇ ਦਿਨ ਇਹ ਚੋਣਾਂ ਕਰਾਉਣੀਆਂ ਮਤਲਬ ਉਹਨਾਂ ਲਈ ਸੰਭਵ ਨਹੀਂ ਹੈਗੀਆਂ। ਤੇ ਉੱਤਰਾਖੰਡ ਦੀ ਸਰਕਾਰ ਜਿਹੜੀ BJP ਦੀ ਸਰਕਾਰ ਹੈ, ਉਹਨਾਂ ਨੇ ਸਾਫ਼-ਸਾਫ਼ ਮਨਾ ਕਰਤਾ ਕਿ ਅਸੀਂ ਪਰਮਿਸ਼ਨ ਨਹੀਂ ਦੇਵਾਂਗੇ। ਤਾਂ ਤੁਸੀਂ ਜਾਣਦੇ ਹੋ ਕਿ ਡੈਮੋਕ੍ਰੇਸੀ ਆ, ਇਹ ਮੰਨ ਕੇ ਚੱਲੋ 280 ਬੂਥਾਂ ਦੇ ਵਿੱਚੋਂ ਕੋਈ ਇੱਕ ਬੂਥ ਵੀ ਕਿਤੇ ਮੌਕੇ ਤੇ ਮਨਾ ਕਰ ਦਿੰਦਾ ਤਾਂ ਤੁਹਾਨੂੰ ਪਤਾ ਵੀ ਚੋਣਾਂ ਨਹੀਂ ਹੋ ਸਕਦੀਆਂ, ਕਿਉਂਕਿ ਇੱਕ ਵੋਟ ਜਿਹੜੀ ਆ ਵੋਟਰ ਦੀ ਉਹ ਜ਼ਰੂਰੀ ਹੁੰਦੀ ਆ। ਤਾਂ ਇਹ ਸਾਰੇ ਜਿਹੜੇ ਬਹਾਨੇ ਆ, ਇਹ ਸਾਰੇ ਜਿਹੜੇ ਕਾਰਨ ਨੇ, ਇਹ ਦਿੱਤੇ ਗਏ ਤੇ ਇਹਨਾਂ ਨੇ ਇਹ ਹਵਾਲੇ ਦੇ ਕੇ, ਇਹ ਕਾਰਨ ਦੇ ਕੇ ਚੋਣਾਂ ਮੁਲਤਵੀ ਇੱਕ ਵਾਰ ਫੇਰ ਕਰ ਦਿੱਤੀਆਂ।
ਤਾਂ ਜਦੋਂ ਮੈਨੂੰ ਪਤਾ ਲੱਗਿਆ, ਜਿਸ ਦਿਨ ਮੈਨੂੰ ਪਤਾ ਲੱਗਦੀ ਹੈ ਇਹ ਚੀਜ਼, ਅੱਜ ਮੈਨੂੰ 6ਵਾਂ ਦਿਨ ਹੈ ਜੀ ਇੱਥੇ DC ਆਫਿਸ ਦੇ ਅੱਗੇ ਪ੍ਰੋਟੈਸਟ ਦੇ ਬੈਠੇ ਨੂੰ, ਤਾਂ ਮੈਂ ਸਿੱਧੀ ਇੱਕ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਕਾਲ ਦਿੱਤੀ ਕਿ ਮੈਨੂੰ ਬਾਕੀ ਕੈਂਡੀਡੇਟਸ ਦਾ ਪਤਾ ਨਹੀਂ। ਅਸੀਂ ਭਾਜੀ ਟੋਟਲ 43 ਕੈਂਡੀਡੇਟ ਜਿਹੜੇ ਆ ਉਹ ਲੜ ਰਹੇ ਸੀਗੇ। 43 ਦੇ ਵਿੱਚੋਂ ਜਿਹੜੇ ਬੰਦਿਆਂ ਨੇ ਜਿੱਤਣਾ ਉਹ ਗਿਣਤੀ ਹੈਗੀ ਆ ਜੀ 15, ਮਤਲਬ 15 ਜਿਹੜੇ 43 ਦੇ ਵਿੱਚੋਂ ਜ਼ਿਆਦਾ ਵੋਟਾਂ ਲੈ ਜਾਣਗੇ ਉਹ ਸੈਨੇਟ ਦੇ ਮੈਂਬਰ ਚੁਣੇ ਜਾਣਗੇ। ਤੇ ਮੈਂ ਆਪਣੀ ਉਸੇ ਦਿਨ ਕਾਲ ਦਿੱਤੀ ਕਿ ਮੈਂ ਅਣਮਿੱਥੇ ਸਮੇਂ ਲਈ, ਜਿੰਨਾ ਚਿਰ ਸਾਨੂੰ ਇਹ ਅਗਲੀ ਤਰੀਕ ਨਹੀਂ ਦਿੰਦੇ, ਮੈਂ DC ਆਫਿਸ ਦੇ ਅੱਗੇ ਪੱਕੇ ਧਰਨੇ ਤੇ ਬੈਠੂੰਗਾ, ਜਿਵੇਂ ਆਪਣੇ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ। ਤੇ ਬਿਲਕੁਲ ਉਸੇ ਤਰਜ਼ ਤੇ ਅਸੀਂ ਆਪਣਾ ਜਿਹੜਾ ਮੰਜਾ ਬਿਸਤਰਾ ਉੱਥੇ ਲਾ ਲਿਆ ਜੀ ਉਸੇ ਦਿਨ ਤੋਂ DC ਦਫ਼ਤਰ ਦੇ ਗੇਟ ਤੇ। ਤੇ ਉਸ ਦਿਨ ਤੋਂ ਮੈਂ ਉੱਥੇ ਬੈਠਾ ਹੋਇਆ ਜੀ, ਰਾਤ ਨੂੰ ਸੌਣਾ ਵੀ ਉੱਥੇ ਆ ਤੇ ਦਿਨੇ ਮੈਂ ਸਾਰਾ ਦਿਨ ਉੱਥੇ ਹੀ ਹੋਈਦਾ, ਕੋਈ ਨਾ ਕੋਈ ਸਾਡਾ ਪ੍ਰੋਗਰਾਮ ਹੁੰਦਾ ਜੀ। ਤੇ ਉਸ ਤੋਂ ਬਾਅਦ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਜਿਹੜੀ ਲਹਿਰ ਹੈ ਜੀ ਹੌਲੀ ਹੌਲੀ ਵੱਧਦੀ ਗਈ। ਜਿੰਨੇ ਪੰਜਾਬ ਹਿਤੈਸ਼ੀ, ਪੰਜਾਬ ਯੂਨੀਵਰਸਿਟੀ ਦੇ ਮੋਹ ਪਿਆਰ ਕਰਨ ਵਾਲੇ ਬੰਦੇ ਆ, ਪੰਜਾਬ ਯੂਨੀਵਰਸਿਟੀ ਦਾ ਭਲਾ ਚਾਹਣ ਵਾਲੇ ਸੱਜਣ ਨੇ ਜਿਹੜੇ, ਜਿਨ੍ਹਾਂ ਚੋਂ ਬੜੇ ਵੱਡੇ ਵੱਡੇ ਨਾਂ ਨੇ, ਤੇ ਉਹ ਸਾਰੀਆਂ ਹਸਤੀਆਂ ਮੇਰੇ ਕੋਲੇ ਇੱਕ ਇੱਕ ਕਰਕੇ ਜੁੜਦੀਆਂ ਗਈਆਂ। ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਹੋਇਆ ਤੇ ਅੱਜ ਸਾਡਾ ਇੱਕ ਬੜਾ ਵੱਡਾ ਪ੍ਰੋਗਰਾਮ ਸੀਗਾ। ਅਸੀਂ VC ਦੇ ਦਫ਼ਤਰ ਤੋਂ ਲੈ ਕੇ ਵਾਈਸ ਚਾਂਸਲਰ ਦੇ ਦਫ਼ਤਰ ਤੋਂ ਲੈ ਕੇ ਉਹਦੇ ਘਰ ਤੱਕ ਇੱਕ ਬਹੁਤ ਵੱਡਾ ਮਾਰਚ ਕੀਤਾ। ਤਕਰੀਬਨ 200-250 ਦੇ ਕਰੀਬ ਉਹਦੇ 'ਚ ਜਿਹੜੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਕਾਫੀ ਪੰਜਾਬ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਸ਼ਾਮਿਲ ਹੋਈਆਂ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਥੋੜ੍ਹੀ ਬਹੁਤ ਕੰਨ ਤੇ ਜੂੰ ਸਰਕੀ ਤੇ ਅੱਜ ਇਹਨਾਂ ਨੇ ਸਾਨੂੰ ਅਫੀਸ਼ੀਅਲ ਨਹੀਂ ਕਿਹਾ, ਪਰ ਸਾਨੂੰ ਆਫ ਰਿਕਾਰਡ ਇਹਨਾਂ ਨੇ ਬੁਲਾ ਕੇ ਇਹ ਗੱਲ ਕਹੀ ਹੈ ਕਿ 12 ਸਤੰਬਰ ਨੂੰ ਅਸੀਂ ਅਗਲੀ ਤਰੀਕ ਰੱਖਾਂਗੇ। ਪਰ ਅਸੀਂ ਮਤਲਬ ਇੱਕ ਵਾਰੀ ਜੇ ਚਾਹੁੰਦੇ ਤਾਂ ਆਪਾਂ ਇਹ ਜਿਹੜਾ ਕੋਈ ਬਹਾਨਾ ਜਿਹਾ ਬਣਾ ਕੇ ਅੱਜ ਧਰਨੇ ਨੂੰ ਖਤਮ ਕਰ ਸਕਦੇ ਸੀ, ਪਰ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਕਿ ਇੱਕ ਵਾਰੀ ਜਿੰਨਾ ਜਿਹੜੇ ਆਪਾਂ ਨੂੰ ਲਿਖ ਕੇ ਨਹੀਂ ਦਿੰਦੇ, ਕਿਉਂਕਿ ਇਹਨਾਂ ਨੇ ਇਦੋਂ ਪਹਿਲਾਂ ਤਾਂ ਲਿਖ ਕੇ ਦੇ ਕੇ ਵੀ ਮੁੱਕਰੇ ਨੇ, ਤਾਂ ਹੁਣ ਤਾਂ ਆਪਾਂ ਇਹਨਾਂ ਤੇ ਭਰੋਸਾ ਨਹੀਂ ਕਰ ਸਕਦੇ। ਜਦੋਂ ਇਹ ਲਿਖ ਕੇ ਦੇਣਗੇ ਕਿ ਅਗਲੀ ਤਰੀਕ ਇਹ 12 ਸਤੰਬਰ ਹੈ ਜਾਂ ਹੋਰ ਵੀ ਕੋਈ ਜਿਹੜੀ ਤਰੀਕ ਰੱਖਣੀ ਆ ਉਹ ਤਰੀਕ ਹੈ, ਉਸ ਤੋਂ ਬਾਅਦ ਆਪਾਂ ਇਹ ਧਰਨਾ ਸਮਾਪਤ ਕਰਾਂਗੇ। ਅੱਛਾ ਸਰ ਰਵਿੰਦਰ ਸਿੰਘ ਜੀ, ਇਹ ਦੱਸਿਓ ਕਿ ਇਹਦੇ ਵਿੱਚ ਖੋਟ ਕੀ ਹੈ? ਜੇ ਵੀ ਸੈਨੇਟ ਦੀ ਚੋਣ ਨਹੀਂ ਹੋਣ ਦੇਣਗੇ ਤਾਂ ਫਿਰ ਇਹਦੇ 'ਚ ਪੈਂਤੜਾ ਕੀ ਆ, ਕਰਨਗੇ ਕੀ? ਇਹ ਭਾਜੀ ਇਹਨਾਂ ਦੀ ਮਨਸ਼ਾ ਜਿਹੜੀ ਉਹ ਸਿੱਧੀ ਤੇ ਸਿੱਧੀ ਇਹ ਆ, ਮੈਂ ਤੁਹਾਨੂੰ ਕਲੀਅਰਲੀ ਸਮਝਾਉਣਾ ਕਿ ਸੈਨੇਟ ਕੰਮ ਕਿਵੇਂ ਕਰਦੀ ਹੈ, ਥੋੜਾ ਬਰੀਫ ਚ ਸਮਝਾਉਣਾ। ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਹੈ ਜੀ, ਉਹ ਇੱਕ 91 ਮੈਂਬਰੀ ਕਮੇਟੀ ਆ। ਉਹਦੇ ਵਿੱਚ ਟੋਟਲ 91 ਜਿਹੜੇ ਮੈਂਬਰ ਹੁੰਦੇ ਨੇ। ਉਹਦੇ ਵਿੱਚ ਜੀ ਕੀ ਹੁੰਦਾ, ਕੁਝ ਬੰਦੇ ਇਲੈਕਟਡ ਹੁੰਦੇ ਨੇ, ਕੁਝ ਬੰਦੇ ਨੋਮੀਨੇਟਡ ਹੁੰਦੇ ਨੇ। ਨੋਮੀਨੇਟਡ ਬੰਦੇ ਕਿਹੜੇ ਹੁੰਦੇ ਨੇ? ਪੰਜਾਬ ਤੇ ਹਰਿਆਣੇ ਦਾ ਮੁੱਖ ਮੰਤਰੀ ਹੈ ਜਿਹੜਾ, ਉਹ ਇਹਦਾ ਨੋਮੀਨੇਟਡ ਮੈਂਬਰ ਹੈ। ਪੰਜਾਬ ਤੇ ਹਰਿਆਣੇ ਦਾ ਸਿੱਖਿਆ ਮੰਤਰੀ ਹੈ ਜਿਹੜਾ, ਉਹ ਇਹਦਾ ਨੋਮੀਨੇਟਡ ਮੈਂਬਰ ਹੈ। ਦੋਨਾਂ ਸਰਕਾਰਾਂ ਵੱਲੋਂ 3-3 MLA ਵੀ ਜਿਹੜੇ ਉਹ ਨੋਮੀਨੇਟ ਕੀਤੇ ਜਾਂਦੇ ਨੇ। ਤੇ ਜਿਹੜੀਆਂ ਚੋਣਾਂ ਹੁੰਦੀਆਂ ਨੇ, ਜਿਹੜੇ ਬੰਦੇ ਚੁਣ ਕੇ ਆਉਂਦੇ ਨੇ, ਇਲੈਕਟਡ ਜਿਹੜੇ ਬੰਦੇ ਹੁੰਦੇ ਨੇ, ਉਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਕੈਟਾਗਰੀਜ਼ ਬਣਾਈਆਂ ਹੋਈਆਂ ਨੇ। ਜਿਵੇਂ ਇੱਕ ਟੀਚਰ ਦੀ, ਅਧਿਆਪਕਾਂ ਦੀ ਕੈਟਾਗਰੀ ਆ, ਉਹਦੇ 'ਚ ਅਧਿਆਪਕ ਹੀ ਚੋਣ ਲੜਦੇ ਨੇ ਤੇ ਅਧਿਆਪਕ ਹੀ ਉਹਦੀਆਂ ਵੋਟਾਂ ਪਾਉਂਦੇ ਨੇ। ਤੇ ਜਿਹੜੀ ਪ੍ਰਿੰਸੀਪਲ ਕੈਟਾਗਰੀ ਹੈ, ਜਿਹਦੇ 'ਚ ਪ੍ਰਿੰਸੀਪਲ ਹੀ ਚੋਣ ਲੜਦੇ ਨੇ ਤੇ ਪ੍ਰਿੰਸੀਪਲ ਹੀ ਵੋਟ ਪਾਉਂਦੇ ਨੇ। ਤਾਂ ਜਿਹੜੀ ਇਹ ਸਾਡੇ ਵਾਲੀ ਕੈਟਾਗਰੀ ਹੈ, ਜਿਹਦੇ 'ਚੋਂ ਮੈਂ ਚੋਣ ਲੜ ਰਿਹਾ, ਉਹਦਾ ਨਾਂ ਹੈਗਾ ਰਜਿਸਟਰਡ ਗ੍ਰੈਜੂਏਟ। ਉਹ ਗ੍ਰੈਜੂਏਟ ਖੇਤਰ ਨੂੰ ਗ੍ਰੈਜੂਏਟ ਕੌਂਸਟੀਟਿਊਂਸੀ ਬੋਲ ਦਿੰਦੇ ਨੇ। ਤਾਂ ਉਹਦੇ ਵਿੱਚ ਹੁਣ ਜਿਹੜੀ ਸਮਝਣ ਵਾਲੀ ਗੱਲ ਹੈ ਉਹ ਇਹ ਆ ਕਿ ਜਿਹੜੇ ਅਧਿਆਪਕ ਹੁੰਦੇ ਨੇ ਜਾਂ ਜਿਹੜੇ ਪ੍ਰਿੰਸੀਪਲ ਹੁੰਦੇ ਨੇ ਜਾਂ ਜਿਹੜੇ ਹੋਰ ਨੌਕਰੀ ਪੇਸ਼ਾ ਲੋਕ ਹੁੰਦੇ ਨੇ, ਜਿਹੜੇ ਸੈਨੇਟ ਦੇ ਵਿੱਚ ਚੁਣ ਕੇ ਆਉਂਦੇ ਨੇ, ਉਹਨਾਂ ਦੀਆਂ ਇੱਕ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬੋਲਣ ਤੇ ਲੈ ਕੇ ਸੇਵਾਵਾਂ ਹੋ ਸਕਦੀਆਂ ਨੇ, ਕਿਉਂਕਿ ਉਹ ਅਥਾਰਟੀ ਦੇ ਅਧੀਨ ਆਪਣੀ ਨੌਕਰੀ ਕਰ ਰਹੇ ਨੇ, ਉਹਦੇ ਅਧੀਨ ਉਹ ਰੁਜ਼ਗਾਰ ਹੈ ਉਹਨਾਂ ਦਾ। ਤਾਂ ਉਹ ਉਹਨੇ ਕਲੀਅਰ ਢੰਗ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਜਾਂ ਯੂਨੀਵਰਸਿਟੀ ਦੀਆਂ ਜਾਂ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੀਆਂ ਜਾਂ ਵਿਦਿਆਰਥੀਆਂ ਦੀਆਂ ਜਿਹੜੀਆਂ ਮੰਗਾਂ ਨੇ, ਉਹਨਾਂ ਦੇ ਹੱਕ 'ਚ ਉਨੀ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਤਾਂ ਹੁਣ ਤੱਕ ਦੀ ਇਹ ਰੀਤ ਰਹੀ ਹੈ, ਜਿਹੜੇ ਗ੍ਰੈਜੂਏਟ ਦੇ ਵਿੱਚੋਂ ਚੁਣੇ ਹੋਏ ਬੰਦੇ ਆ, ਇਹਦੇ 'ਚੋਂ ਜ਼ਿਆਦਾਤਰ ਨੌਜਵਾਨ ਵਰਗ ਚੁਣ ਕੇ ਆਉਂਦਾ। ਜਿਵੇਂ ਮੈਂ ਇਹਦੀ ਚੋਣ ਲੜ ਰਿਹਾ, ਮੈਨੂੰ ਉਮੀਦ ਹੈ ਕਿ ਮੈਂ ਜਿਹੜੀ ਇਹ ਚੋਣ ਇਹਨੂੰ ਜਿੱਤੂਗਾ ਤੇ ਸੈਨੇਟ ਦੇ ਵਿੱਚ ਮੈਂ ਜਾਊਂਗਾ। ਤਾਂ ਜਿਹੜੇ ਨੌਜਵਾਨ ਨੇ ਉਹਨਾਂ ਦੀ ਉਹ ਜ਼ਿਆਦਾ ਮਤਲਬ ਜਿਹੜੀ ਵਿਦਿਆਰਥੀਆਂ ਦੇ ਹੱਕ ਦੀ ਜਾਂ ਯੂਨੀਵਰਸਿਟੀ ਦੇ ਫੇਵਰ ਦੀ ਜਾਂ ਪੰਜਾਬ ਦੇ ਪੱਖ ਦੀ ਗੱਲ ਉਹ ਕਰਦੇ ਨੇ, ਕਿਉਂਕਿ ਉਹਨਾਂ ਦੀ ਕੋਈ ਸੀਮਾ ਨਹੀਂ ਹੁੰਦੀ। ਅਸੀਂ ਨਾ ਤਾਂ ਇਹਨਾਂ ਤੋਂ ਕੋਈ ਤਨਖਾਹ ਲੈਣੀ ਆ, ਨਾ ਅਸੀਂ ਇਹਨਾਂ ਤੋਂ ਕੋਈ ਨੌਕਰੀ ਲੈਣੀ ਆ। ਤਾਂ ਮੈਨੂੰ ਇਹ ਆ ਵੀ ਜੇ ਮੰਨ ਲਓ ਮੈਂ ਚੁਣ ਕੇ ਆਉਣਾ ਤਾਂ ਮੈਂ ਜਿੰਨੇ ਵਧੀਆ ਢੰਗ ਨਾਲ ਆਵਾਜ਼ ਚੱਕ ਸਕਦਾ। ਤਾਂ ਇਹ ਜਿਹੜਾ ਮੇਨ ਮੁੱਦਾ ਜਿਹੜੀ ਇਹ ਤੁਸੀਂ ਕਿਹਾ ਵੀ ਪੈਂਤੜਾ ਕੀ ਆ, ਉਹ ਪੈਂਤੜਾ ਇਹ ਆ, ਬਾਕੀ ਸਾਰੀਆਂ ਚੋਣਾਂ ਹੋ ਰਹੀਆਂ ਨੇ ਜਾਂ ਹੋ ਚੁੱਕੀਆਂ ਨੇ। ਕੱਲੀ ਸਾਡੇ ਵਾਲੀ ਜਿਹੜੀ ਇਹ ਗ੍ਰੈਜੂਏਟ ਖੇਤਰ ਆ ਉਹਨੂੰ ਰੋਕਿਆ ਜਾ ਰਿਹਾ। ਇਹਦਾ ਮਕਸਦ ਸਿੱਧਾ ਤੇ ਸਿੱਧਾ ਇਹ ਆ ਵੀ ਇਹੀ ਆਵਾਜ਼ ਚੱਕਦੇ ਨੇ, ਇਹੀ ਬੋਲਦੇ ਨੇ। ਤੇ ਇਹ ਵੀ ਜਿਹੜੇ 15 ਜਿਹੜੇ ਚੁਣ ਕੇ ਆਉਂਦੇ ਆ, ਇਹਨਾਂ ਦੀ ਥਾਂ ਤੇ ਆਪਣੇ ਬੰਦੇ ਉਵੇਂ ਜਿਵੇਂ ਦੂਜੇ ਨੋਮੀਨੇਟ ਕੀਤੇ ਜਾਂਦੇ ਆ ਉਵੇਂ ਨੋਮੀਨੇਟ ਕਰਕੇ ਬਿਠਾ ਲਈਏ ਤੇ ਉੱਥੇ ਕੋਈ ਗੱਲ ਕਰਨ ਵਾਲਾ ਰਹੀ ਨਾ। ਤੇ ਪੂਰੇ ਦਾ ਪੂਰਾ ਜਿਹੜਾ ਭਗਵਾਂ ਕਰਨਾ, ਜਿਹੜੀ ਇਹਨਾਂ ਦੀ ਜਿਹੜੀ ਨੀਤ, ਜਿਹੜੀ ਇੱਕ ਪਾਲਿਸੀ ਚੱਲ ਰਹੀ ਹੈ ਨਾ ਪੂਰੇ ਦੇ ਪੂਰੇ ਮੁਲਕ ਦੇ ਵਿੱਚ, ਇਹ ਸਾਰਾ ਦੇਸ਼ ਇੱਕੋ ਰੰਗ ਦਾ ਹੋਣਾ ਚਾਹੀਦਾ, ਇੱਕੋ ਟਾਈਪ ਦੇ ਮਤਲਬ ਲੋਕ ਇੱਥੇ ਜਿਵੇਂ ਅਸੀਂ ਕਹੀਏ ਲੋਕ ਉਵੇਂ ਹੀ ਰਹਿਣ ਤੇ ਉਵੇਂ ਖਾਣ ਪੀਣ ਉਵੇਂ ਹੀ ਵਸਣ।
ਤਾਂ ਉਹੀ ਇਹ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨ ਨੂੰ ਫਿਰਦੇ ਨੇ। ਧੰਨਵਾਦ ਬਹੁਤ ਬਹੁਤ, ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਇਹੀ ਸੰਘਰਸ਼ ਨੇ, ਸੰਘਰਸ਼ ਦੇ ਰੂਪ ਨੇ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਨੇ, ਤੇ ਇਹ ਗੱਲਾਂ ਨਹੀਂ ਮੁੱਕਦੀਆਂ। ਤੇ ਇਸੇ ਤਰ੍ਹਾਂ ਹੀ ਸਾਖਰ ਹੋ ਕੇ ਬੈਠੇ ਰਹਿਣਾ ਹੈ, ਗੱਲਬਾਤ ਕਰਨੀ ਹੈ, ਤੇ ਅਪਡੇਟ ਕਰਦੇ ਰਹਾਂਗੇ ਆਪਾਂ ਹਰ ਹਫਤੇ। ਤੇ ਤੁਹਾਡੇ ਕੋਲ ਕੰਟੈਕਟ ਨੰਬਰ ਨੇ, ਕਦੇ ਵੀ ਕੋਈ ਜ਼ਰੂਰਤ ਹੋਵੇ ਇੱਥੇ ਸੁਨੇਹਾ ਦੇਣ ਲਈ ਸਾਡੇ ਲਾਇਕ, ਤੇ ਉਸੇ ਸਮੇਂ ਸਾਡੇ ਨਾਲ ਕੰਟੈਕਟ ਕਰਨਾ ਤੁਸੀਂ। ਜੀ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰੀ ਆਵਾਜ਼ ਨੂੰ ਅੰਤਰਰਾਸ਼ਟਰੀ ਮੰਚ ਤੇ ਲੈ ਕੇ ਗਏ ਹੋ, ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੇਰੇ ਪੰਜਾਬ ਰੇਡੀਓ ਦਾ। ਤੇ ਤੁਸੀਂ ਇੱਦਾਂ ਹੀ ਭਾਜੀ, ਇੱਦਾਂ ਜਿਹੜੇ ਪੰਜਾਬ ਦੇ ਜਾਂ ਪੰਜਾਬ ਪੱਖੀ ਇਸ਼ੂ ਨੇ, ਜਾਂ ਜਿਹੜੇ ਅੱਜ ਦੇ ਟਾਈਮ ਦੀ ਲੋੜ ਆ ਜਿਹੜੇ ਮੁੱਦੇ ਚੱਕਣ ਦੀ, ਉਹਨਾਂ ਤੇ ਗੱਲ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਹੈ ਭਾਜੀ। ਧੰਨਵਾਦ ਬਹੁਤ ਬਹੁਤ ਸਰਦਾਰ ਸੁਖਵੰਤ ਸਿੰਘ ਬਰਾੜ ਉਹਨਾਂ ਦਾ, ਤੇ ਨਾਲ ਇਹ ਸਰਦਾਰ ਜਸ਼ਨਦੀਪ ਸਿੰਘ ਬਰਾੜ ਉਹਨਾਂ ਦਾ, ਜਿਨ੍ਹਾਂ ਨੇ ਇਸ ਗੱਲਬਾਤ ਨੂੰ ਆਰਗੇਨਾਈਜ਼ ਕਰਾਇਆ। ਜਿਉਂਦੇ ਵਸਦੇ ਰਹੋ। ਥੈਂਕ ਯੂ। ਸ਼ੁਕਰੀਆ ਬਾਈ ਜੀ, ਸ਼ੁਕਰੀਆ, ਮਿਹਰਬਾਨੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਾਡੇ ਯਾਤਰੀਆਂ ਦੀ ਜਿਹੜੀ ਲੁੱਟ ਖਸੁੱਟ ਹੋ ਰਹੀ ਹੈ, ਜਿਹੜੇ ਭਾਰਤ ਤੋਂ ਆ ਰਹੇ ਨੇ, $5,000 ਦੇ ਕੇ ਕਿੱਧਰ ਦੀ ਘੁੰਮ ਕੇ ਉਹ ਪਹੁੰਚ ਰਹੇ ਨੇ। ਪਹਿਲਾਂ ਫਰਾਂਸ, ਦੁਬਈ, ਫਰਾਂਸ, ਮੈਕਸੀਕੋ, ਟੋਰਾਂਟੋ, ਹਰ ਜਗ੍ਹਾ ਟੈਸਟ ਤੇ ਟੈਸਟ। $5,002 ਇੱਕ ਜਣਾ ਦਾ ਖਰਚ ਹੋਇਆ। ਤੇ ਸਰਦਾਰ ਰਮਨ ਸਿੰਘ ਸਿੱਧੂ ਉਹਨਾਂ ਨੇ ਦੱਸਿਆ ਵੀ $10,000 ਅਸੀਂ 2 ਜਣੇ ਮੀਆਂ ਬੀਵੀ ਦੇ ਕੇ ਆਏ ਹਾਂ, ਤੇ ਚੀਨ ਤੋਂ ਭਰੀਆਂ ਫਲਾਈਟਾਂ ਆਉਂਦੀਆਂ ਨੇ, ਉਹਦੇ ਤੇ ਕੋਈ ਰੋਕਥਾਮ ਨਹੀਂ, ਜਿੱਥੋਂ ਸ਼ੁਰੂ ਹੋਇਆ ਹੈ। ਮੁੜ ਕੇ ਆ ਕੇ ਗੱਲਬਾਤ ਕਰਦੇ ਹਾਂ। ਰੋਮਨਪ੍ਰੀਤ ਮੇਰੇ ਨਾਲ ਰਹਿਣਗੇ, ਕਿਉਂਕਿ ਏਅਰਪੋਰਟ ਤੇ ਕੰਮ ਕਰਦੇ ਨੇ ਅਰਾਈਵਲ ਏਰੀਆ ਦੇ ਵਿੱਚ, ਤੇ ਉਹ ਦੱਸਣਗੇ ਆਪਣਾ ਤਜਰਬਾ ਕਿ ਕੀ ਹੈ। ਦਾ ਨਵਜੋਤ ਢਿੱਲੋਂ ਜਿਹੜਾ ਸ਼ੋਅ ਹੈ ਨਵਜੋਤ ਹੋਰਾਂ ਦਾ, ਉਹ ਬੁੱਧਵਾਰ ਨੂੰ ਖਾਸ ਸ਼ਖਸੀਅਤ ਲੈ ਕੇ ਆਉਂਦੇ ਨੇ, ਵੰਡਰਫੁਲ ਵੂਮਨਸ ਵੈਡਨਸਡੇ। ਉਹ ਸੁਣਨ ਵਾਲਾ ਹੁੰਦਾ ਹੈ, ਤੇ ਮੇਰੇ ਤੋਂ ਬਾਅਦ 1 ਤੋਂ 3 ਵਜੇ ਤੱਕ ਦਾ ਨਵਜੋਤ ਢਿੱਲੋਂ ਸ਼ੋਅ ਜ਼ਰੂਰ ਸੁਣਿਆ ਕਰੋ। ਅੱਛਾ, ਗੱਲਬਾਤ ਮੈਂ ਕਰਨੀ ਹੈ ਜਿਹੜੇ ਮੁਸਾਫਰ ਰਾਹ ਦੇ ਵਿੱਚ ਤੰਗ ਹੋ ਕੇ ਆਉਂਦੇ ਨੇ ਦੂਜਿਆਂ ਦੇਸ਼ਾਂ 'ਚ। ਉਦੋਂ ਪਹਿਲਾਂ ਇੱਕ ਕਾਲਰ ਨੇ, ਉਹਨਾਂ ਨਾਲ ਗੱਲਬਾਤ ਕਰ ਲਵਾਂ। ਸਰਦਾਰ ਅਮਰਿੰਦਰ ਸਿੰਘ ਧਾਲੀਵਾਲ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਬੜੀ ਮਿਹਰਬਾਨੀ, ਤੁਸੀਂ ਯੂਨੀਵਰਸਿਟੀ ਦਾ ਮੁੱਦਾ ਲਿਆਂਦਾ ਜੀ, ਧੰਨਵਾਦ। ਇਹਦੇ ਵਿੱਚ ਮੈਂ ਗੱਲ ਜੋੜਨੀ ਚਾਹੁੰਦਾ ਸੀ ਜੀ। ਹੁਣ ਇਹ ਜਿਹੜੇ ਕਾਲਜਸ ਵੱਲ ਨੂੰ ਹੋਏ ਨੇ, ਹੁਣ ਇਹ ਉੱਥੇ ਆਪਣਾ ਪੈਨਲ ਬਣਾਉਂਦਾ ਵੀ ਸੀ, ਉਹਦੇ ਪੈਨਲ ਦੇ ਵਿੱਚ RSS ਦੇ ਬੰਦੇ ਹੁੰਦੇ ਆ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਦੇ ਦੇਣਾ, ਤਾਜੀ ਸੁਧਾਰ ਕਾਲਜ ਤੁਸੀਂ ਸੁਣਿਆ ਹੀ ਆ। ਬਿਲਕੁਲ ਜੀ। ਉੱਥੇ ਪ੍ਰਿੰਸੀਪਲ ਦੀ ਪੋਸਟ ਨਿਕਲੀ ਹੋਈ ਆ। ਉੱਥੇ ਜਿਹੜਾ ਹੁਣ ਇੰਟਰਵਿਊ ਹੋ ਕੇ ਹਟੀ ਆ, ਸਾਰੇ ਬੰਦੇ ਨੇ ਆਪਦੇ ਬਣਾ ਕੇ ਭੇਜਿਆ, ਉੱਥੇ ਆਪਦਾ ਬੰਦਾ ਫਿੱਟ ਕਰਨ ਨੂੰ ਫਿਰਦੇ ਆ। ਇਹ ਪੇਂਡੂ ਕਾਲਜ, ਜਿਹੜੀ ਪੇਂਡੂ ਯੂਨੀਵਰਸਿਟੀ ਆ ਸਾਡੀ। ਹਾਂਜੀ, ਆ ਚੱਲ ਰਿਹਾ ਜੀ ਉੱਥੇ। ਬੜੀ ਮਿਹਰਬਾਨੀ ਤੁਹਾਡੀ, ਧੰਨਵਾਦ ਜੀ। ਥੈਂਕ ਯੂ। RSS ਤਾਂ ਜੀ ਘਰ ਘਰ ਵੜ ਗਈ ਹੁਣ ਤਾਂ ਸਮਾਨ ਨਾ ਚੱਕਿਆ ਜਾਵੇ, ਘਰ ਦਾ ਇਹ ਖਿਆਲ ਰੱਖਣ ਦੀ ਲੋੜ ਹੈ। ਤੇ ਇਹ ਸੁਧਾਰ ਕਾਲਜ ਦੇ ਵਿੱਚ ਕਿਤੇ ਧਾਂਕ ਰਹੀ ਸੀ। ਸਰਦਾਰ ਮਨਜੀਤ ਸਿੰਘ ਖੱਟੜਾ ਪ੍ਰਿੰਸੀਪਲ ਰਹੇ ਨੇ ਇਸ ਕਾਲਜ ਦੇ, ਤੇ ਇਹ ਕਾਲਜ ਕਿਵੇਂ ਯੂਨੀਵਰਸਿਟੀ ਦੇ ਲੈਵਲ ਤੱਕ ਚੱਲਿਆ ਹੁਣ ਤੱਕ, ਤੇ ਚੱਲਦਾ ਰਹੇਗਾ। ਬੜੀ ਤਰੱਕੀ ਸੁਧਾਰ ਕਾਲਜ ਦੇ ਬਹੁਤ ਵਿਦਿਆਰਥਣਾਂ ਨੇ ਇੱਥੇ, ਤੇ ਬਹੁਤ ਮਿਹਨਤ ਨਾਲ ਉਹਨਾਂ ਨੇ ਇਹ ਕਾਲਜ ਚਲਾਇਆ। ਪਿਛਲੇ ਦਿਨੀਂ ਸਾਡੇ ਇੱਕ ਦੋਸਤ ਸਰਬੱਤ ਦਾ ਭਲਾ ਦੇ ਵਿੱਚ ਬਹੁਤ ਕੰਮ ਕਰਦੇ ਮਿੱਤਰ ਗਰੇਵਾਲ ਹੋਣੀ, ਸੰਦੀਪ ਗਰੇਵਾਲ ਹੋਣੀ ਪੰਜਾਬ ਨੂੰ ਗਏ। ਉਹਨਾਂ ਦੇ ਪਿਤਾ ਜੀ ਢਿੱਲੇ ਸੀ। ਐਡਾ ਜਰਖਲਿਆ ਇੱਥੇ ਮੁੰਡਾ, ਉੱਧਰੋਂ ਤਾਂ ਫਾਦਰ ਢਿੱਲੇ, ਉੱਧਰੋਂ ਇਹ ਕਹਿਣ ਕਿ 72 ਘੰਟੇ ਤੋਂ ਪਹਿਲਾਂ ਟੈਸਟ ਕਰਾਉਣਾ, ਅਤੇ ਲਾਈਫ ਲੈਬ ਦੀ ਫਲਾਈ ਕਲੀਅਰ ਇਸ 'ਤੇ ਜਾਣਾ। ਉਹ ਕਹਿਣ ਸਾਡੇ ਕੋਲ ਪਹਿਲਾਂ ਔਨਲਾਈਨ ਬੁੱਕ ਕਰੋ। ਔਨਲਾਈਨ ਬੁੱਕ 72 ਘੰਟੇ ਦੀ, ਉਹਦੀ ਫਲਾਈਟ ਮਸਾਂ ਮਿਲੀ, ਵੀਜ਼ਾ ਮਸਾਂ ਮਿਲਿਆ, ਫਲਾਈਟ ਮਸਾਂ ਮਿਲੀ। ਫਲਾਈਟ ਤੋਂ ਪਹਿਲਾਂ 72 ਘੰਟੇ 'ਚੋਂ ਕਹਿੰਦੇ ਅਪਾਇੰਟਮੈਂਟ ਹੈ ਨਹੀਂ ਸਾਡੀ। ਉਹ ਕਹਿੰਦਾ ਯਾਰ ਮੈਂ ਕਿਹੜਾ ਵਿਆਹ ਜਾਣਾ, ਮੇਰਾ ਪਿਤਾ ਬਹੁਤ ਢਿੱਲਾ ਹੈ, ਅਤੇ ਮੈਨੂੰ ਤੁਸੀਂ ਇਹ ਚੈੱਕ ਕਰੋ। ਕਹਿੰਦੇ ਆ ਜਾ, ਦੋਨੇ ਜੀ ਕੱਢੋ $235 ਮੈਂ ਉਹਨੂੰ ਗਰੇਵਾਲ ਨੂੰ ਕਿਹਾ, ਮੈਂ ਕਿਹਾ ਤੂੰ ਡਰਾਈਵ ਥਰੂ ਜਾ ਕੇ ਨਹੀਂ ਕਰਾਇਆ ਵੀ ਮੈਨੂੰ ਟੈਸਟ ਕਰੋ? ਕਹਿੰਦਾ ਨਾ, ਉਹ ਮੰਨਦੇ ਨਹੀਂ। ਤੁਹਾਨੂੰ ਕੰਪਿਊਟਰ ਦੇ ਇਸ ਸਿਸਟਮ 'ਤੇ ਜਾਣਾ, ਉੱਥੋਂ ਹੀ ਇੰਟੀਮੇਸ਼ਨ ਏਅਰਲਾਈਨ ਇੰਡਸਟਰੀ ਨੂੰ ਪਤਾ ਲੱਗੇਗੀ, ਕਾਊਂਟਰ 'ਤੇ ਪਤਾ ਲੱਗੇਗੀ ਵੀ ਇਹਦਾ ਟੈਸਟ ਹੋਇਆ। ਉੱਧਰੋਂ ਮੁਰਦਿਆਂ ਦਾ ਜਿਹੜਾ ਹਾਲ ਹੁੰਦਾ ਹੈ ਉਹ ਬਹੁਤ ਔਖਾ ਹੈ। ਇਕੱਲੇ ਏਅਰਪੋਰਟ 'ਤੇ ਮੈਂ ਜਦ ਪਹਿਲਾਂ ਗੱਲ ਕੀਤੀ, ਕੋਵਿਡ ਕਹਿੰਦੇ ਵੈਕਸੀਨ ਇੰਡੀਆ 'ਚ ਅਸੀਂ ਕਰ ਦਿੱਤੀ, ਉਹਦੇ ਬਾਅਦ ਫਰਾਂਸ 'ਚ ਟੈਸਟ, ਮੈਕਸੀਕੋ 'ਚ ਟੈਸਟ, ਟੋਰਾਂਟੋ ਉਤਰ ਕੇ ਫਿਰ ਟੈਸਟ।
ਟੋਰਾਂਟੋ ਵਾਲੇ ਟੈਸਟ ਦਾ ਕੋਈ ਖਰਚਾ ਨਹੀਂ ਤੇ ਟੋਟਲ $5,002 ਦੇ ਕੇ ਕਹਿੰਦੇ ਅਸੀਂ ਘਰੇ ਪਹੁੰਚੇ ਹਾਂ 4 ਦਿਨ ਰਾਹ ਦੇ ਵਿੱਚ। ਅੱਛਾ, ਹੁਣ 에ਅਰਪੋਰਟ ਤੇ ਜਦ ਉਤਰਦੇ ਨੇ ਤਜਰਬਾ ਫਸਟ ਹੈਂਡ ਐਕਸਪੀਰੀਅੰਸ ਆ ਜਿਹੜਾ ਉਹ ਰੋਮਨ ਦਾ ਹੈ। ਰੋਮਨ ਕਿਉਂਕਿ 에ਅਰਪੋਰਟ ਤੇ ਇੱਕ ਦਿਨ ਕੰਮ ਕਰਨ ਜਾਂਦੀ ਹੈ ਤੇ ਉੱਥੇ ਕੀ ਹੁੰਦਾ, ਕਿਵੇਂ ਪੈਸੇਂਜਰ ਆਉਂਦੇ ਨੇ, ਕੀ ਹੁੰਦਾ? ਰੋਮਨ, ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿਸਟਰ ਗਿੱਲ ਤੇ ਸਾਰੇ ਸਰੋਤਿਆਂ ਨੂੰ ਰੋਮਨਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਉੱਥੇ ਕੀ ਹੁੰਦਾ ਰੋਮਨ ਜਦ ਆਪਣੇ ਆਉਂਦੇ ਨੇ? ਬਾਕੀ ਦੁਨੀਆ ਤੋਂ ਜਿਹੜੀਆਂ ਫਲਾਈਟਸ ਡਾਇਰੈਕਟ ਆਉਂਦੀਆਂ ਨੇ ਤੇ ਭਾਰਤ ਤੋਂ ਕਿਉਂ ਡਾਇਰੈਕਟ ਨਹੀਂ ਆਉਂਦੀ? ਮਿਸਟਰ ਗਿੱਲ, ਇਹ ਤਾਂ ਲਾਈਕ ਕੰਟਰੀ ਦੇ ਅਲੱਗ-ਅਲੱਗ ਕੰਟਰੀ ਦੇ ਰੂਲਸ ਨੇ। ਜਿੱਦਾਂ ਆਪਣੇ ਕੈਨੇਡੀਅਨ ਗਵਰਨਮੈਂਟ ਨੇ 21 ਸਤੰਬਰ ਤੱਕ ਇੰਡੀਅਨ ਫਲਾਈਟਸ ਆ ਜਿਹੜੀਆਂ ਉਹ ਬੈਨ ਕੀਤੀਆਂ ਹੋਈਆਂ ਦੈਟ ਡਾਇਰੈਕਟ ਫਲਾਈਟ ਆ ਜਿਹੜੀ ਇੰਡੀਆ ਤੋਂ ਨਹੀਂ ਆ ਸਕਦੀ। ਉਹਦੇ ਵਿੱਚ ਐਗਜ਼ੈਂਪਸ਼ਨਸ ਨੇ ਕਿ ਲਾਈਕ ਜੇਕਰ ਮੈਡੀਕਲ ਫੀਲਡ ਵਿੱਚ ਨੇ, ਲਾਈਕ ਮੈਡੀਕਲ ਐਮਰਜੈਂਸੀ ਆ ਕੋਈ, ਜਾਂ ਫਿਰ ਮਿਲਟਰੀ ਫਲਾਈਟਸ ਆਉਣੀਆਂ ਉਹ ਅਲਾਉਡ ਨੇ। ਬਟ ਲਾਈਕ ਜਿੱਦਾਂ ਕਮਰਸ਼ੀਅਲ ਟਰੈਵਲ ਜਾਂ ਫਿਰ ਪਰਸਨਲ ਟਰੈਵਲ ਉਹ ਡਾਇਰੈਕਟ ਫਲਾਈਟਸ ਨਹੀਂ ਆ ਰਹੀਆਂ। ਬਟ ਇੱਥੇ ਹੀ ਇੱਕ ਹੋਰ ਗੱਲ ਆ ਕਿ ਜਿਹੜੀਆਂ ਇੰਡੀਆ ਤੋਂ ਫਲਾਈਟਸ ਆ, ਇੱਦਾਂ ਨਹੀਂ ਹੈਗਾ ਕਿ ਇੰਡੀਆ ਤੋਂ ਲੋਕ ਨਹੀਂ ਆ ਰਹੇ, ਇੰਡੀਆ ਤੋਂ ਲੋਕ ਆ ਰਹੇ ਨੇ ਬਟ ਉਹ ਡਿਫਰੈਂਟ 에ਅਰਪੋਰਟਸ ਤੇ ਸਟੇ ਕਰਕੇ ਆ ਰਹੇ ਨੇ। ਡਾਇਰੈਕਟ ਨਹੀਂ ਆ ਸਕਦੇ ਤਾਂ ਫਿਰ ਉਹ ਮੈਕਸੀਕੋ ਤੋਂ ਹੋ ਕੇ ਆ ਗਏ, ਲੰਡਨ ਤੋਂ ਹੋ ਕੇ ਆ ਗਏ, ਫਰੈਂਕਫਰਟ ਤੋਂ ਹੋ ਕੇ ਆ ਗਏ, ਲਾਈਕ ਸਪੇਨ ਵਾਲੀ ਸਾਈਡ ਤੋਂ ਹੋ ਕੇ ਆ ਗਏ। ਉਹ ਇਨਡਾਇਰੈਕਟ ਫਲਾਈਟਸ ਆ ਰਹੀਆਂ। ਪਰ ਜਿੱਥੇ ਤੱਕ ਮੈਂ ਦੇਖਿਆ ਵਾ ਕਿ ਜਿੱਦਾਂ ਹਾਂਗਕਾਂਗ ਤੋਂ ਡਾਇਰੈਕਟ ਫਲਾਈਟਸ ਆ ਰਹੀਆਂ ਵਾ, ਲਾਈਕ ਚਾਈਨਾ ਜਿੱਦਾਂ ਤੁਸੀਂ ਕਿਹਾ ਕਿ ਹੱਬ ਆ, ਉੱਥੋਂ ਦੀ ਵੀ ਡਾਇਰੈਕਟ ਫਲਾਈਟਸ ਆ ਰਹੀਆਂ। ਤਾਂ ਫਿਰ ਜਿਹੜੀ ਆਪਣੀ ਗਵਰਨਮੈਂਟ ਆ ਬਟ ਉਹਨੇ ਹਲੇ ਵੀ ਇੰਡੀਆ ਤੋਂ ਫਲਾਈਟਸ ਆ ਜਿਹੜੀਆਂ ਉਹ ਬੰਦ ਕੀਤੀਆਂ ਹੋਈਆਂ ਵਾ। ਇਹਦਾ ਰੀਜ਼ਨ ਤਾਂ ਮੈਂ ਕੁਝ ਕਹਿ ਨਹੀਂ ਪਾਉਂਗੀ, ਪਰ ਇਹ ਜੋ ਮੈਂ ਦੇਖਿਆ ਵਾ ਮੈਂ ਉਹ ਜ਼ਰੂਰ ਦੱਸਿਆ ਕਿ ਕਿੱਥੋਂ ਦੀ ਫਲਾਈਟਸ ਆ ਰਹੀਆਂ ਵਾ। ਹੋਰ ਵੀ ਗਾਈਡਲਾਈਨਸ ਦਿੱਤੀਆਂ ਕੈਨੇਡੀਅਨ ਗਵਰਨਮੈਂਟ ਨੇ ਜਿਹੜੇ ਇੰਡੀਆ ਤੋਂ ਫਲਾਈ ਕਰਦੇ ਆ, ਹੋਰ ਵੀ ਉਹਨਾਂ ਲਈ ਸਪੈਸੀਫਿਕਲੀ ਕੁਝ ਕਿਹਾ ਹੋਇਆ? ਮੈਂ ਸਵੇਰੇ ਹੀ ਹਲੇ ਕੈਨੇਡੀਅਨ ਗਵਰਨਮੈਂਟ ਦੀ ਸਾਈਟ ਚੈੱਕ ਕਰਦੀ ਪਈ ਸੀਗੀ। ਉਹਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ ਸਪੈਸੀਫਾਈ ਕੀਤਾ ਹੋਇਆ ਵਾ ਕਿ ਜਿੱਦਾਂ ਜੇਕਰ ਕੋਈ ਪੋਜ਼ਿਟਿਵ ਟੈਸਟ ਹੋਇਆ ਵਾ, ਕੋਈ ਜਿੱਦਾਂ ਫੋਰ ਐਗਜ਼ਾਮਪਲ ਮਹੀਨੇ 2 ਮਹੀਨੇ ਪਹਿਲਾਂ ਵੀ ਕੋਈ ਪੋਜ਼ਿਟਿਵ ਟੈਸਟ ਹੋਇਆ ਸੀ ਕੋਵਿਡ ਦਾ, ਤਾਂ ਫਿਰ ਉਹਨਾਂ ਨੂੰ ਜਿਹੜੀ ਐਂਟਰੀ ਆ ਉਹਨਾਂ ਦੀ ਥੋੜ੍ਹੀ ਜਿਹੀ ਰਿਸਟ੍ਰਿਕਟਡ ਆ। ਬਾਕੀ ਉਹ ਸਪੈਸੀਫਿਕ ਜਿਹੜੇ CBSE ਉਹ ਸਪੈਸੀਫਿਕ ਕੇਸਿਸ ਤੇ ਦੇਖਦੇ ਨੇ ਕਿ ਕਿੱਦਾਂ ਕਰਕੇ ਕੀ ਆ। ਤੇ ਜਿਹੜੇ ਵੀ ਲੋਕ ਇੰਡੀਆ ਤੋਂ ਜਿੱਦਾਂ ਆ ਰਹੇ ਨੇ ਤਾਂ ਫਿਰ ਉਹਨਾਂ ਦੇ ਕੋਲ ਆਪਣੀ ਪ੍ਰੋਪਰ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਆ, ਕਹਿੰਦੀ ਆ ਕਿ 3 ਦਿਨ ਪਹਿਲਾਂ ਜਿਹੜਾ ਵਾ ਉਹਨਾਂ ਦਾ ਟੈਸਟ ਹੋਇਆ ਹੋਣਾ ਚਾਹੀਦਾ ਵਾ। 3 ਦਿਨ ਤੋਂ ਪੁਰਾਣਾ ਉਹ ਟੈਸਟ ਆ ਜਿਹੜਾ ਉਹ ਐਕਸੈਪਟ ਨਹੀਂ ਕਰਦੇ ਹੈਗੇ। ਉਹਦੇ ਵਿੱਚ ਉਹਨਾਂ ਦਾ ਜਿਹੜਾ ਨੈਗੇਟਿਵ ਟੈਸਟ ਆਇਆ ਹੋਣਾ ਚਾਹੀਦਾ ਵਾ, ਫੇਰ ਹੀ ਉਹ ਫਲਾਈ ਇਨ ਕਰ ਸਕਦੇ ਨੇ ਵਾਪਸ। ਜਿਹੜੇ ਫਿਰ ਹੁਣ ਪੈਸੇਂਜਰ ਜਦ ਅਰਾਈਵਲ ਤੇ ਮਿਲਦੇ ਨੇ, ਤੁਸੀਂ ਮਿਲਦੇ ਹੋ, ਜਿਹੜੇ ਸਾਡੇ ਲੋਕ ਆਉਂਦੇ ਨੇ, ਵਿਦਿਆਰਥੀ ਆਉਂਦੇ ਨੇ, ਉਹ ਕਿੰਨੇ 3 ਦਿਨ ਰਾਹ 'ਚ ਲੱਗ ਜਾਂਦੇ ਆ? ਕਿੱਥੇ ਘੁੰਮ ਕੇ ਆਉਂਦੇ ਆ ਉਹ? ਕਈ ਵਾਰ ਤਾਂ ਬਹੁਤ ਬੁਰਾ ਹਾਲ ਆ। ਇੱਕ ਤਾਂ ਸਪੈਸੀਫਿਕਲੀ ਗੱਲ ਇਹ ਆ ਕਿ ਜਿਹੜੀਆਂ ਟਿਕਟਸ ਆ ਉਹ ਬਹੁਤ ਜ਼ਿਆਦਾ ਮਹਿੰਗੀਆਂ ਮਿਲ ਰਹੀਆਂ ਵਾ। ਕਈ ਕਹਿੰਦੇ ਆ ਕਿ ਅਸੀਂ 2,000 ਦੀ, 3,000 ਦੀ, 4,000 ਦੀ, 5,000 ਤੱਕ ਦੀ ਟਿਕਟ ਆਇਆ ਜੀ ਸਿੱਧੂ ਹੋਣਾ ਦਾ ਜੀ, ਕਿ ਇੰਨੀਆਂ ਮਹਿੰਗੀਆਂ ਟਿਕਟਸ ਮਿਲਦੀਆਂ ਪਈਆਂ ਵਾ। ਟਿਕਟਸ ਬਹੁਤ ਮਹਿੰਗੀਆਂ ਵਾ, ਉਤੋਂ ਔਨ ਟੌਪ ਆਫ ਦੈਟ ਸਟੇ 1-2 에ਅਰਪੋਰਟਸ ਤੇ ਹੁੰਦੀ ਆ। ਤਾਂ ਫਿਰ ਜਿਹੜੇ 에ਅਰਪੋਰਟ ਤੇ ਹੁਣ ਜਿੱਦਾਂ ਰੁਕੇ ਆ ਰਾਈਟ, ਉੱਥੇ ਵੀ ਉਹਨਾਂ ਦਾ ਟੈਸਟ ਹੋਣਾ ਵਾ ਅਕੋਰਡਿੰਗ ਟੂ ਕੰਟਰੀਜ਼ ਗਾਈਡਲਾਈਨਸ। ਜੇਕਰ ਉਹਨਾਂ ਨੇ ਕਿਹਾ ਵਾ ਜਿੱਦਾਂ ਆਪਣੇ ਕੈਨੇਡਾ ਦੇ ਵਿੱਚ ਪੋਰਟ ਆਫ ਐਂਟਰੀ ਤੇ ਜਦੋਂ ਉਹ ਕੈਨੇਡਾ ਐਂਟਰ ਕਰਦੇ ਨੇ ਉਹਨਾਂ ਨੂੰ ਟੈਸਟ ਕਰਵਾਉਣਾ ਪੈਂਦਾ। ਇੱਦਾਂ ਬਾਕੀ ਕੰਟਰੀਜ਼ ਦੀਆਂ ਵੀ ਆਪਣੀਆਂ ਗਾਈਡਲਾਈਨਸ ਆ। ਜਿੱਦਾਂ ਹੁਣ ਥੋੜ੍ਹੇ ਕੁ ਦਿਨ ਪਹਿਲਾਂ ਇੱਕ ਨਿਊਜ਼ ਮੈਂ ਸੁਣਦੀ ਪਈ ਸੀ, ਮਸਕਟ ਦੀ ਸੀਗੀ ਉਹ, ਦੁਬਈ 에ਅਰਪੋਰਟ ਦੀ। ਉੱਥੇ ਉਹਨਾਂ ਨੇ ਕਈ ਮਤਲਬ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਵਿਦਿਆਰਥੀ ਨੇ ਉਹਨਾਂ ਨੂੰ ਰੋਕਿਆ ਹੋਇਆ ਸੀਗਾ, ਕਿਉਂਕਿ ਉਹਨਾਂ ਦਾ ਜਿਹੜਾ ਟੈਸਟ ਸੀਗਾ ਉੱਥੋਂ ਦੀ ਤਾਂ ਉਹ 3 ਦਿਨ ਦਾ ਕਰਾ ਕੇ ਆ ਗਏ, ਉਸ ਤੋਂ ਬਾਅਦ ਉਹ ਟੈਸਟ ਪੁਰਾਣਾ ਹੋ ਗਿਆ। ਤਾਂ ਫਿਰ ਇਟਸ ਲਾਈਕ ਰਿਸਕੀ ਚੀਜ਼ ਆ। ਜੇਕਰ ਤੁਸੀਂ ਰਾਈਟ ਨਾਓ ਟਰੈਵਲ ਵੀ ਕਰਦੇ ਪਏ ਹੋ ਤਾਂ ਨਵਾਂ ਟੈਸਟ ਫੇਰ ਹੁੰਦਾ ਵਾ, ਤੇ ਕਾਫੀ ਰਿਸਕੀ ਚੀਜ਼ ਆ। ਜੇਕਰ ਹੁਣ ਤੁਸੀਂ ਟਰੈਵਲ ਕਰਦੇ ਵੀ ਪਏ ਹੋ, ਜੇਕਰ ਤੁਸੀਂ ਟਰੈਵਲ ਕਰਨਾ ਵੀ ਆ ਕਿਸੇ ਹੋਰ ਕੰਟਰੀ ਦੇ ਥਰੂ, ਉਹਦੀਆਂ ਗਾਈਡਲਾਈਨਸ ਪ੍ਰੋਪਰਲੀ ਚੈੱਕ ਕਰ ਲਓ ਕਿ ਜੇ ਤੁਸੀਂ ਉਹ ਕੰਟਰੀ ਦੇ ਵਿੱਚ ਐਂਟਰ ਕਰ ਰਹੇ ਹੋ, ਭਾਵੇਂ ਟ੍ਰਾਂਜ਼ਿਟ ਹੀ ਕਰ ਰਹੇ ਹੋ, ਤੁਸੀਂ ਉਹ ਕੰਟਰੀ ਦੇ ਵਿੱਚ ਲਾਈਕ ਐਗਜ਼ਿਟ ਨਹੀਂ ਕਰਨਾ ਹੈਗਾ, ਕਿ ਉਹਦੀਆਂ ਗਾਈਡਲਾਈਨਸ ਕੀ ਆ। ਨਹੀਂ ਤਾਂ ਤੁਸੀਂ ਉੱਥੇ ਫਸ ਵੀ ਸਕਦੇ ਹੋ। ਕਈ ਜਣੇ ਲਾਈਕ ਇੱਕੋ ਜਿੱਦਾਂ ਹੁਣ ਫੋਰ ਐਗਜ਼ਾਮਪਲ ਆਪਾਂ ਕਹਿ ਲਈਏ ਮਸਕਟ ਦੇ ਵਿੱਚ ਉਦਣ ਵਿਦਿਆਰਥੀ 1 ਜਾਂ ਫਿਰ 2 ਦਿਨ ਲਈ ਉੱਥੇ ਹੀ ਬੈਠੇ ਰਹੇ ਭਾਰੀ ਗਿਣਤੀ ਦੇ ਵਿੱਚ, ਬਹੁਤ ਵੱਡੀ ਗਿਣਤੀ 'ਚ ਜੀ, ਤੇ ਕਾਫੀ ਔਖਾ ਹੋ ਜਾਂਦਾ ਵਾ। ਸੋ ਬਾਕੀ ਜਿਹੜੀਆਂ ਫਲਾਈਟਸ ਹੁਣ ਤੁਸੀਂ 에ਅਰਪੋਰਟ ਤੇ ਜਦ ਦੇਖਦੇ ਹੋ, ਡਾਇਰੈਕਟ ਫਲਾਈਟਸ ਬਾਕੀ ਕੰਟਰੀਜ਼ ਤੋਂ ਆ ਰਹੀਆਂ ਨੇ? ਕਾਫੀ ਕੰਟਰੀਜ਼ ਤੋਂ ਆ ਰਹੀਆਂ ਵਾ। ਮੈਂ ਦੇਖਿਆ ਲਾਈਕ US ਤੋਂ ਤਾਂ ਆਮ ਫਲਾਈਟਸ ਆ ਹੀ ਰਹੀਆਂ ਵਾ। ਹਾਂਗਕਾਂਗ ਤੋਂ ਲਾਈਕ ਸਟੂਡੈਂਟਸ ਹੀ ਉਹਨਾਂ ਦੇ ਕਾਫੀ ਜ਼ਿਆਦਾ ਫਲਾਈਟਸ ਭਰ ਕੇ ਆ ਰਹੇ ਹੈਗੇ ਨੇ। ਤੇ ਆਪਣੇ ਫਰੈਂਕਫਰਟ ਤੋਂ ਫਲਾਈਟਸ ਆ ਰਹੀਆਂ ਵਾ, ਲੰਡਨ ਤੋਂ ਫਲਾਈਟਸ ਆ ਰਹੀਆਂ ਵਾ, ਮੈਕਸੀਕੋ ਤੋਂ ਵੀ ਓਬਵੀਅਸਲੀ ਆ ਰਹੀਆਂ, ਮਾਊਈ ਤੋਂ ਜਿੱਦਾਂ ਮੈਂ ਸਵੇਰੇ ਤੁਹਾਨੂੰ ਦੱਸਦੀ ਹੋਈ ਪਈ ਸੀਗੀ। ਲਾਈਕ ਕਾਫੀ ਫਲਾਈਟਸ ਆ ਰਹੀਆਂ। ਮੈਨੂੰ ਵੀ ਨਹੀਂ ਇਹ ਸਮਝ ਆ ਰਹੀ ਲਾਈਕ ਕਿ ਸਪੈਸੀਫਿਕਲੀ ਇੰਡੀਆ ਤੋਂ
ਉਹ ਹੀ ਕਾਹਤੋਂ ਬੰਦ ਕਰ ਰਹੇ ਨੇ? ਬਿਲਕੁਲ ਜੀ, ਜਿਵੇਂ ਪਹਿਲਾਂ ਦੱਸਿਆ ਸਰ ਰਮਨ ਸਿੰਘ ਸਿੱਧੂ ਹੋਣਾ ਨੇ ਦੱਸਿਆ ਕਿ ਅਸੀਂ ਇੰਡੀਆ, ਫਰਾਂਸ, ਮੈਕਸੀਕੋ, ਟੋਰਾਂਟੋ, ਦੈਨ ਵੈਨਕੂਵਰ ਤੇ ਸਿਟੀਜ਼ਨ ਨੇ ਕੈਨੇਡੀਅਨ। $5,002 ਪਰ ਪਰਸਨ ਉਹਨਾਂ ਦਾ ਖਰਚਾ ਆਇਆ। ਡਾਇਰੈਕਟ ਫਲਾਈਟਸ ਕਿਉਂ ਨਹੀਂ? 604 204 0600। ਤੁਹਾਡੇ ਵੀ ਕੋਈ ਕੰਸਰਨ ਹੋਣ ਇਸ ਦੇ ਬਾਰੇ, ਤੁਹਾਡਾ ਵੀ ਤਜਰਬਾ ਹੋਵੇ ਤਾਂ ਸ਼ਾਮਲ ਹੋਣਾ 6042040600। ਕਾਲਰ ਕੁਛ ਆਪਣਾ ਮਸ਼ਵਰਾ ਦੇਣਾ ਚਾਹੁੰਦੇ ਨੇ ਜੀ। ਸ਼ਾਹ ਹਰਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 1। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤੁਹਾਡਾ ਸੁਣ ਰਿਹਾ ਸੀ ਜੀ, ਕਹਿੰਦੇ $5,000 ਚ ਪੈਂਦਾ ਇੱਥੇ ਆਉਣਾ ਇੰਡੀਆ ਤੋਂ ਜੀ। ਅੱਜ ਮੈਨੂੰ ਲੱਗਣ ਲੱਗ ਗਿਆ ਵੀ ਜਦੋਂ ਤੁਸੀਂ 1.5 ਸਾਲ ਪਹਿਲਾਂ ਸੁੱਖੀ ਸੰਧੂ ਹੋਣੀ ਲੀਡ ਕਰਦੇ ਸੀ ਨਾ ਚਾਰਟਰ ਫਲਾਈਟ ਅਰੇਂਜਮੈਂਟ, ਤੁਸੀਂ ਰੇਡੀਓ ਤੇ ਅਕਸਰ ਟਾਕ ਸ਼ੋ ਲਗਾਤਾਰ ਕੀਤੇ ਸੀ ਲੋਕਾਂ ਨੂੰ ਇੱਥੇ ਲਿਆਉਣ ਲਈ ਜੀ। ਉਹਨਾਂ ਦੇ ਵਿੱਚ ਮੈਂ ਵੀ ਸੀ, ਮੇਰੀ ਫੈਮਿਲੀ ਵੀ ਸੀ, ਹੈਨਾ। ਤੁਸੀਂ ਪੰਜਾਬ ਅੱਜ ਉਦੋਂ ਟਿਕਟ ਮਿਲੀ ਸੀ 3200 ਦੀ, ਅੱਜ 5000 ਦੀ। ਅੱਜ ਮੈਨੂੰ ਲੱਗਦਾ ਵੀ ਅਸੀਂ ਤਾਂ ਸਸਤੇ 'ਚ ਆ ਗਏ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਪਰ ਬਾਈ ਜੀ ਜਿਹੜੀ ਗੱਲ ਆ ਨਾ, ਮੈਂ ਇੱਥੇ ਆ ਕੇ ਸੁੱਖੀ ਸੰਧੂ ਹੋਣਾ ਨੂੰ ਫੋਨ ਕਰ ਹੰਭ ਗਿਆ ਬਈ ਮੈਨੂੰ ਪੇਪਰ ਦਿਓ, ਮੈਂ ਕੋਈ ਨਾ ਕੋਈ ਲੀਗਲ ਐਡਵਾਈਸ ਲੈ ਕੇ ਕਲਾਸ ਐਕਸ਼ਨ ਲਾ ਸੂਟ ਦਾ ਪਲਾਨ ਬਣਾਉਣਾ ਚਾਹੁੰਦਾ ਸੀ, ਇਹ ਹੋ ਸਕਦਾ ਹੁੰਦਾ ਤਾਂ। ਲੇਕਿਨ ਸੁੱਖੀ ਸੰਧੂ ਨੂੰ ਫੋਨ ਤੇ ਲੈ ਕੇ ਪੁੱਛੋ, ਇੱਕ ਦੀ ਫੋਨ ਦਾ ਮੈਨੂੰ ਰਿਟਰਨ ਨਹੀਂ ਕੀਤੀ ਕਾਲ ਉਹਨਾਂ ਨੇ। ਬਈ ਚੱਲੇ ਮੈਂ ਰੀਅਲੀ ਟੋਟਲੀ ਡਿਸਅਪੁਆਇੰਟਡ ਵਿਦ ਦੈਟ ਕਾਈਂਡ ਆਫ ਲੀਡਰਸ਼ਿਪ। ਮੈਨੂੰ ਨਹੀਂ ਪਤਾ ਕਿੱਥੇ ਚਲੇ ਗਏ, ਹਨਾ। ਹੋ ਸਕਦਾ ਫੇਰ ਕਿਤੇ ਯਾਰੀਆਂ ਲਿਬਰਲ ਪਾਰਟੀਆਂ ਇੱਧਰ ਉੱਧਰ ਪੈ ਗਈਆਂ, ਹੁਣ ਮੈਨੂੰ ਨਹੀਂ ਪਤਾ, ਹਨਾ। ਇਹ ਹੁਣ ਤੁਸੀਂ ਕਨਫਰਮ ਕਰਿਓ ਜੀ। ਹੁਣ ਉਦੋਂ ਅਗਲੀ ਜਿਹੜੀ ਗੱਲ ਹੈਗੀ, ਜਿਹੜੀ 에ਅਰ ਕੈਨੇਡਾ, ਇਹ ਕੀ ਹੁਣ ਇਹ ਇਲੈਕਸ਼ਨ ਦੇ ਵਿੱਚ ਇਹ ਇਸ਼ੂ ਲੋਕਾਂ ਨੂੰ ਉਠਾਉਣਾ ਚਾਹੀਦਾ, ਚਾਹੇ ਲਿਬਰਲ ਪਾਰਟੀ ਦੀ ਮੈਜੋਰਟੀ ਬਣ ਜਾਵੇ ਨਾ ਬਣੇ, ਉਹਨਾਂ ਦੀ ਕਿਸਮਤ ਆ ਜਾਂ ਲੋਕਾਂ ਤੇ ਡਿਪੈਂਡ ਆ। ਲੇਕਿਨ ਇਸ਼ੂ ਇਹ ਉਠਾਉਣਾ ਜ਼ਰੂਰ ਚਾਹੀਦਾ ਕਿ ਜਿਹੜੀ 에ਅਰ ਕੈਨੇਡਾ ਇਹ ਟੈਕਸ ਪੇਅਰ ਦੇ ਪੈਸੇ ਇਕੱਠਿਆਂ ਹਾਂ ਦੇ ਵਿੱਚੋਂ ਉਹਨਾਂ ਨੂੰ ਫੰਡਿੰਗ ਦੇਣ ਲਈ ਰੱਖੀ ਆ, ਜਾਂ ਇਹ ਸਾਡੇ ਲਈ ਕੁਝ ਕਰਨ, ਇਹਨਾਂ ਦੀ ਕੋਈ ਜ਼ਿੰਮੇਵਾਰੀ ਵੀ ਬਣਦੀ ਆ। ਜਿਹੜੇ ਅੱਜ ਕੱਲ ਅਫਗਾਨਿਸਤਾਨ ਦੇ ਵਿੱਚੋਂ ਤਾਂ ਰਿਫਿਊਜੀਜ਼ ਲਿਆਉਣ ਦਾ ਬੜਾ ਡਰਾਮਾ ਹੋ ਰਿਹਾ 에ਅਰ ਕੈਨੇਡਾ ਚ, ਹਨਾ, 에ਅਰ ਕੈਨੇਡਾ ਦੇ ਵਿੱਚ ਜਿੰਨਾ ਉਹ ਲੋਕਾਂ ਨੂੰ ਲਿਆਉਣ ਦਾ ਡਰਾਮਾ ਹੋ ਰਿਹਾ, ਪੋਲੀਟੀਸਾਈਜ਼ ਹੋ ਰਹੀ ਹੈ ਗੱਲ, ਜਿਨ੍ਹਾਂ ਦੀ ਇਸ ਕੰਟਰੀ ਲਈ 1 ਸੈਂਟ ਦੀ ਵੀ ਟੈਕਸ ਕੰਟਰੀਬਿਊਸ਼ਨ ਨਹੀਂ ਹੈ। ਜਿਹੜੇ ਸਾਡੇ ਵਰਗਿਆਂ ਨੇ 20-30 ਸਾਲ ਹੋ ਗਏ ਟੈਕਸ ਭਰਦਿਆਂ ਨੂੰ, ਉਹਨਾਂ ਦੇ ਲਈ ਇਹਨਾਂ ਨੇ ਕੀ ਕੀਤਾ ਉਦੋਂ ਔਰ ਹੁਣ ਕੀ ਕਰ ਰਹੇ ਨੇ। ਇਹ ਇਸ਼ੂ ਬਣਨਾ ਚਾਹੀਦਾ, ਮੇਰਾ ਖਿਆਲ ਲੋਕਾਂ ਨੂੰ ਉਠਾਉਣਾ ਚਾਹੀਦਾ, ਕਿਉਂਕਿ ਜੇ ਤੁਸੀਂ ਉਠਾਓਗੇ ਨਾ ਤਾਂ ਇਹਨਾਂ ਨੇ ਠੱਪਾ ਠਾ ਲਾ ਦੇਣਾ ਵੀ ਇਹ NDPR ਆ। ਥੈਂਕ ਯੂ ਬਾਈ ਜੀ। ਆਟਾ ਗੋਂਦੀ ਦਾ ਸਿਰ ਹਿਲਦਾ, ਲੋਕ ਕਹਿੰਦੇ ਨੇ ਇਹੋ ਜਿਹੀ ਕੋਈ ਇਸ਼ੂ ਨਹੀਂ ਹੈ। ਮੈਂ ਕੋਈ ਇਹ ਨਹੀਂ ਕਹਾਣੀ ਹੈ ਕੋਈ ਜਿੱਤੇ ਕੋਈ ਬਰਾਬਰ। ਮੈਂ ਨਾਲ ਹੀ ਜਗਮੀਤ ਸਿੰਘ ਨੂੰ ਵੀ ਅਕਾਊਂਟੇਬਲ ਕਰਦਾ, ਜਦ ਫਲਾਈਟਸ ਵੇਲੇ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਕੱਖ ਨਹੀਂ ਕੀਤਾ। ਪਾਰਟੀ ਪੂਟੀ ਵਾਲੀ ਕੋਈ ਕਹਾਣੀ ਨਹੀਂ, ਜਦ ਮਾਈਕ ਤੇ ਬੈਠੇ ਆ ਇਹੋ ਜਿਹਾ ਕੋਈ ਇਸ਼ੂ ਨਹੀਂ। ਪਰ ਜੇ ਬਿਲੀਅਨਸ ਆਫ ਡਾਲਰ ਨੈਸ਼ਨਲ ਕੈਰੀਅਰ ਨੂੰ ਤੁਸੀਂ ਦਿੰਦੇ ਹੋ, ਜਿਹੜਾ ਤੁਹਾਡਾ ਮੇਪਲ ਲੀਫ ਲਈ ਬੈਠਾ, ਕਿਉਂ ਨਹੀਂ ਅੰਮ੍ਰਿਤਸਰੋਂ ਫਲਾਈਟਾਂ ਲੈ ਕੇ ਆ ਸਕਦੇ ਬਈ? ਉਹਦੇ 'ਚ ਜਹਾਜ਼ ਨਹੀਂ ਉਤਰਦੇ ਉੱਥੇ ਬਾਕੀ ਦੇਸ਼ਾਂ ਦੇ। ਗੱਲਾਂ ਡੀਂਗਾਂ ਮਾਰਦੇ ਹੋ ਤੁਸੀਂ, ਆਹ ਕਰ ਦਾਂਗੇ ਫਾਰ ਕਮਿਊਨਿਟੀ, ਆਹ ਕਮਿਊਨਿਟੀ ਤੇ ਮੈਂ ਬੈਂਕ ਵਿੱਚ ਕਮਿਊਨਿਟੀ ਤੇ ਕਮਿਊਨਿਟੀ ਦੇ ਵਿੱਚ ਹੀ, ਪਰ ਕਮਿਊਨਿਟੀ ਲਈ ਕਰਨਾ ਕੀ ਨੇ? ਸੁਖੀ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਦੇਖੋ ਮੈਨੂੰ ਤਾਂ ਇਹ ਲੱਗਦਾ ਭਾਜੀ ਨੇ ਗੱਲ ਕਰਕੇ ਗਿਆ, ਇਹ ਵੀ ਹੋ ਸਕਦੀ। ਦੂਸਰਾ ਇੱਕ ਇਹ ਹੈ ਨਾ, ਆਪਣੇ 5-6 ਮਹੀਨੇ ਪਹਿਲਾਂ ਜਿੰਨਾ ਆਪਣੇ ਕਰੋਨਾ ਫੈਲਿਆ ਸੀਗਾ ਇੰਡੀਆ ਦੇ ਵਿੱਚ, ਉੱਥੋਂ ਦੀਆਂ ਸਰਕਾਰਾਂ ਨੇ ਉਹਦਾ ਕੁਝ ਨਹੀਂ ਕੀਤਾ। ਆਕਸੀਜਨ ਦੀ ਪ੍ਰੋਬਲਮ ਮੈਨੂੰ ਲੱਗਦਾ ਇਸ ਕਰਕੇ ਇਹਨਾਂ ਨੇ ਬੈਨ ਕੀਤਾ ਹੈ ਵੀ ਆਪਣੇ ਉੱਥੋਂ ਵੇਵ ਹੋਰ ਨਾ ਆ ਜਾਵੇ, ਕਿਉਂਕਿ ਜਿੱਦਾਂ ਆਪਾਂ ਨੀਤੀਆਂ ਘੜਦੇ ਹਾਂ, ਆਪਾਂ ਲੀਡਰ ਜਾਂ ਮੋਦੀ ਦੀ ਆਪਾਂ ਗੱਲ ਕਰਦੇ ਹਾਂ, ਸੋ ਉਹਦੇ ਆਧਾਰ ਦੇ ਨਾਲ ਲੱਗਦਾ ਮੈਨੂੰ ਵੀ ਇਸ ਕਰਕੇ ਬੰਦ ਕੀਤਾ ਵੀ ਹੈ ਨਾ, ਕਰੋਨਾ ਨਾ ਆਏ। ਪਰ ਹੁਣ ਚਲੋ ਕਰੋਨਾ ਉੱਥੇ ਬੰਦਿਆਂ ਦੀ ਛਿੱਲ ਲਾ ਕੇ ਰਾਹ 'ਚ ਰੋਕ ਕੇ ਆਉਂਦੇ ਨੇ ਬੰਦੇ, ਤਾਂ ਫੇਰ ਵੀ ਆਉਂਦੇ ਨੇ। ਹਾਂਜੀ, ਉਹੀ ਗੱਲ ਉਹੀ ਹੈ ਨਾ, ਫਿਰ ਤੁਸੀਂ ਸਿੱਧੀਆਂ ਫਲਾਈਟਾਂ ਮੇਰੇ ਹਿਸਾਬ ਨਾਲ ਚਲਾਉਣੀਆਂ ਚਾਹੀਦੀਆਂ। ਪਰ ਮੈਨੂੰ ਲੱਗਦਾ ਉਹ ਤੋਂ ਡਰੇ ਹੋਏ ਹੋਣ ਕਰਕੇ ਵੀ ਹੋ ਸਕਦਾ। ਪਰ ਦੂਜੇ ਬੰਦੇ ਇਹ ਵੀ ਗੱਲ ਆ ਵੀ ਇਸ ਟਾਈਮ ਵਿਚਾਰਾ ਇੱਕ ਬੰਦਾ ਪਹਿਲਾਂ ਆਪਣੇ ਕਰੋਨਾ ਕਰਕੇ ਡਰਿਆ ਹੋਇਆ, ਦੂਜਾ ਉਹਦੇ ਉੱਤੇ ਉਹਦੇ ਇੰਨੇ ਪੈਸੇ ਲੱਗ ਰਹੇ ਆ। ਇਹ ਇੱਕ ਮਾੜੀ ਨੀਤੀ ਆਪਣੇ ਸਰਕਾਰ ਦੀਆਂ ਹੈਗੀਆਂ, ਸੋ ਇਹਨਾਂ ਨੂੰ ਇਹਦੇ ਤੋਂ ਸਬਕ ਸਿੱਖਣਾ ਚਾਹੀਦਾ। ਗਾਂ ਤੋਂ ਜੇ ਇਲੈਕਸ਼ਨ ਇਹਨਾਂ ਜਿੱਤਣੀਆਂ ਹੈਗੀਆਂ ਤੇ ਇਹਨਾਂ ਨੂੰ ਇਹਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਸਗੋਂ ਮੁੱਦੇ ਚੱਕਣੇ ਚਾਹੀਦੇ, ਇਹ ਵੀ ਆਪਣੇ ਵੀ ਤੁਸੀਂ ਆਪਣੀਆਂ ਜਿਹੜੀਆਂ ਨੀਤੀਆਂ ਹੈਗੀਆਂ ਤੁਹਾਨੂੰ ਚੇਂਜ ਕਰਨੀਆਂ ਪੈਣੀਆਂ। ਬਿਲਕੁਲ ਜੀ, ਚਲੋ ਇਲੈਕਸ਼ਨ ਜਿੱਤਣ ਹਾਰਨ, ਪਰ ਲੋਕਾਂ ਲਈ ਤਾਂ ਸਦਾ ਗੱਲ ਕਰੋ ਨਾ। ਸਾਹ ਤਰਲੋਚਨ ਸਿੰਘ ਜੀ, ਲਾਈਨ ਨੰਬਰ 4। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ
ਮੈਂ ਇਸ ਪ੍ਰੋਗਰਾਮ ਹੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਇਸ ਟਾਈਮ ਤੇ ਹੁਣ ਕੈਨੇਡੀਅਨ ਲੋਕਾਂ ਨੂੰ ਅਕਲ ਦਿਖਾਉਣ ਦੀ ਲੋੜ ਹੈਗੀ ਆਪਦੀ। ਇਹ ਪੰਜਾਬ ਬੈਠੇ ਲੋਕਾਂ ਨੂੰ ਕਹਿ ਦਿੰਦੇ ਆ ਵੀ ਪੰਜਾਬ ਵਾਲਿਆਂ ਨੂੰ ਅਕਲ ਹੈ ਨਹੀਂ ਗੀ, ਉਹ ਲੀਡਰ ਆਪਦੇ ਕਿਹੋ ਜਿਹੇ ਚੁਣ ਲੈਂਦੇ ਆ। ਤੇ ਅੱਜ ਕੈਨੇਡੀਅਨ ਲੋਕਾਂ ਨੂੰ ਚਾਹੀਦਾ ਹੈਗਾ ਵੀ ਜਿਹੜੇ ਪਿਛਲੇ ਸਾਲ ਜਿਨ੍ਹਾਂ ਦੇ ਮਾਂ ਪਿਓ ਭੈਣ ਭਰਾ ਉੱਥੇ ਖਰਾਬ ਹੋਏ ਸੀਗੇ ਕਰੋਨਾ ਦੇ ਟਾਈਮ, ਦੂਜੇ ਅਮਰੀਕਾ ਨੇ ਆਪਦੀਆਂ ਫਲਾਈਟਾਂ ਸਿੱਧੀਆਂ ਡਾਇਰੈਕਟ ਫਲਾਈਟਾਂ ਚਲਾਈਆਂ ਸੀ, ਉਦੋਂ ਕੈਨੇਡੀਅਨ ਜਿਹੜੇ MP ਬੈਠੇ ਆ, MLA ਬੈਠੇ ਆ, ਇਹਨਾਂ ਨੂੰ ਵੀ ਚਾਹੀਦਾ ਸੀ ਵੀ ਸਰਕਾਰ ਤੇ ਦਬਾਅ ਪਾਉਣ ਵੀ ਸਾਡੇ ਭਾਈ ਭੈਣ ਭਰਾ ਉੱਥੇ ਬੈਠੇ ਆ, ਰਾਈਟ ਜੀ। ਇਹਨਾਂ ਨੇ ਉਸ ਟਾਈਮ ਤੇ ਵੋਟਾਂ ਵੀ ਕਿਸੇ ਦੀ ਚੌਧਰ ਬਣੂਗੀ, ਅਸੀਂ ਵਿੱਚ ਅਸੀਂ ਉਹ ਲੋਕ ਆਉਣ ਨਹੀਂ ਦੇਣਗੇ, ਤੇ ਉਦੋਂ ਲੋਕਾਂ ਨੂੰ ਖੱਜਲ ਬਹੁਤ ਕੀਤਾ, ਖਰਾਬ ਕੀਤਾ। ਮੇਰੇ ਆਪ ਪੇਰੈਂਟਸ ਖੁਦ ਇਸ ਚੀਜ਼ ਨੂੰ ਲੈ ਕੇ ਮੈਨੂੰ ਵੀ ਹੋਇਆ ਵੀ ਕੀਤੇ ਆ। ਮੈਂ ਆਪ ਕਹਿੰਦਾ ਵੀ ਅੱਜ ਲਿਬਰਲ ਦਾ ਕੋਈ ਵੀ ਬੰਦਾ ਮੇਰੇ ਘਰੇ ਵੋਟ ਮੰਗਣ ਆਉਂਦਾ ਤੇ ਮੈਂ ਕਦੇ ਵੀ ਨੈਵਰ ਲਿਬਰਲ ਨੂੰ ਕਦੇ ਵੀ ਵੋਟ ਨਹੀਂ ਪਾਊਂਗਾ ਇਸ ਮੁੱਦੇ ਤੇ ਤਾਂ ਭਾਜੀ, ਖਾਸ ਕਰਕੇ। ਠੀਕ ਹੈ ਜੀ, ਲੋਕਾਂ ਨੂੰ ਵੀ ਅਕਲ ਆਉਣੀ ਚਾਹੀਦੀ ਆ, ਥੋੜੀ ਜਿਹੀ ਅਕਲ ਦਿਖਾਉਣ ਵਾਲੀ ਨਹੀਂ, 2-4% ਹੀ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਆ ਵੀ ਸਾਡੇ ਨਾਲ ਪਿਛਲੇ ਸਾਲ ਕੀ ਕੁਛ ਹੋਇਆ, ਸਾਡੇ ਮਾਂ ਪਿਓ ਨਾਲ, ਸਾਡੇ ਭੈਣ ਭਰਾਵਾਂ ਨਾਲ ਕੀ ਕੁਛ ਹੋਇਆ। ਅੱਗੇ ਤੋਂ ਕੋਈ ਲੀਡਰ ਏਦਾਂ ਦਾ ਭਾਜੀ ਨਾ ਕਰੇ, ਤੇ ਮੈਂ ਆਹੀ ਕਹਿਣਾ ਚਾਹੁੰਦਾ ਜੀ। ਥੈਂਕ ਯੂ ਵੀਰ ਜੀ, ਚੌਹਾਨ ਸਾਹਿਬ, ਥੈਂਕ ਯੂ। ਸਰ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜਿੱਦਾਂ ਦੇਖੋ ਗੱਲ ਸਿੱਧੀ ਜਿਹੀ ਆ, ਜੇ ਤੁਹਾਡੀ ਜੇਬ 'ਚ ਪੈਸੇ ਹੈਗੇ ਆ ਤਾਂ ਫੇਕ ਕਰੋਨਾ ਕੋਈ ਨਹੀਂ, ਜੇ ਤੁਹਾਡੇ ਕੋਲ ਪੈਸੇ ਹੈ ਨਹੀਂ ਤਾਂ ਸਿੱਧੀ ਫਲਾਈਟ ਤੇ ਨਹੀਂ ਆ ਸਕਦੇ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ 5000 ਖਰਚੇ ਦੇ ਉਦੋਂ ਕਰੋਨਾ ਕਿੱਦਾਂ ਉਹ ਭੱਜ ਜਾਂਦਾ ਆ, ਤੇ ਜੇ ਸਸਤੀ ਟਿਕਟ ਤੇ ਆਉਗੇ, ਸਿੱਧੇ ਆ ਜਾਓਗੇ, ਤਾਂ ਫੇਰ ਉਹ ਕਰੋਨਾ ਕਿੱਦਾਂ ਇੱਥੇ ਪਹੁੰਚ ਜਾਂਦਾ। ਇਹ ਜਿਹੜਾ ਡਬਲ ਸਟੈਂਡਰਡ ਆ, ਸਿੱਧੀ ਗੱਲ ਆ, ਇਹਨਾਂ ਨੂੰ ਪਤਾ ਆ ਕਿ ਵੋਟਾਂ ਅਸੀਂ ਉਹੀ ਲਾਈ ਲੱਗ ਬਣ ਕੇ ਉਹਨਾਂ ਨੂੰ ਪਾ ਦੇਣੀ ਆ ਜਿਹੜੇ ਸਾਡੇ ਭੋਗਾਂ ਤੇ ਜਾਂ ਕਿੰਨਾ ਸਾਡੇ ਫੰਕਸ਼ਨਾਂ ਤੇ ਆਉਂਦੇ ਆ, ਅਸੀਂ ਨਹੀਂ ਦੇਖਦੇ, ਸਾਨੂੰ ਕੋਈ ਤੰਗੀ ਹੁੰਦੀ ਨਹੀਂ ਹੁੰਦੀ। ਸੋ ਜਿੱਦਾਂ ਜਿੰਨੀ ਦੇਰ ਅਸੀਂ ਜਾਗਦੇ ਨਹੀਂ, ਜਿੰਨੀ ਦੇਰ ਇਹ ਇਸ਼ੂ ਰੇਸ ਨਹੀਂ ਕਰਦੇ, ਜਿੱਦਾਂ ਹੁਣ ਭਾਈ ਸਾਹਿਬ ਕਹਿੰਦੇ ਸੀ ਮੈਂ ਲਾ ਸੂਟ ਕਰਨਾ ਸੀ ਵੀ ਉਹ ਸੁੱਖੀ ਸੰਧੂ ਹੁਣੀ ਨਹੀਂ ਕੁਛ ਕੀਤਾ, ਬਿਲਕੁਲ ਉਹਨਾਂ ਨੂੰ ਕਰਨਾ ਚਾਹੀਦਾ ਸੀ, ਪਰ ਭਾਈ ਸਾਹਿਬ ਨੂੰ ਵੀ ਜੇ ਉਹ ਵਿੱਚ ਵਿਕਟਮ ਸੀਗੇ ਤਾਂ ਆਪਣੇ ਤੌਰ ਤੇ ਹੀ ਕਰ ਸਕਦੇ ਸੀਗੇ। ਏਦਾਂ ਹੀ ਜਿਹੜੇ ਹੁਣ ਆ ਰਹੇ ਹੈਗੇ ਆ ਉਹ ਵੀ ਆ ਕੇ ਕੇਸ ਕਰ ਸਕਦੇ ਆ। ਜੇ ਮੇਰੇ ਵਰਗਾ ਉੱਠ ਕੇ ਕਰੂਗਾ ਤਾਂ ਉਹ ਉਹਨਾਂ ਉਹਦਾ ਇੰਪੈਕਟ ਨਹੀਂ ਹੋਣਾ ਜਿਹੜਾ ਹੁਣ ਇੱਥੇ ਦਾ ਸਿਟੀਜ਼ਨ ਆ। ਜੇ ਉਹ $5002 ਦੀ ਟੈਕਸ ਲੈ ਕੇ ਆਇਆ ਤੇ ਅਦਾਲਤ ਕਿੰਨੀ ਕੁ ਦੂਰ ਆ, ਉੱਥੇ ਜਾ ਕੇ ਕਾਹਤੇ ਨਹੀਂ ਕੇਸ ਕਰਦੇ ਸਰਕਾਰ ਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੁਖੀ ਸੰਧੂ ਉਹਨਾਂ ਨੇ ਫੋਨ ਕਰਕੇ ਕਿਹਾ, ਕਹਿੰਦੇ ਮੈਂ ਹਰ ਵਕਤ ਕਮਿਊਨਿਟੀ ਦੀ ਸਰਵ ਕਰਦਾ। ਹਰਵੀਰ ਗਰੇਵਾਲ ਉਹਨਾਂ ਨੇ ਜਿਹੜਾ ਕਿਹਾ ਮੈਂ ਤੇ ਫੋਨ ਨਹੀਂ, ਕਈ ਵਾਰ ਮੈਂ ਜ਼ਿੰਮੇਵਾਰੀਆਂ ਜ਼ਿੰਦਗੀ 'ਚ ਹੋਰ ਨੇ, ਬਿਜ਼ੀ ਹੋ ਜਾਂਦਾ, ਪਰ ਉਹ ਕਹਿੰਦਾ ਮੈਂ ਸਟਿਲ ਆਈ ਐਮ ਵਿਦ ਹਰਵੀਰ ਆਲਵੇਜ਼। ਜੇ ਕਦੇ ਵੀ ਕੋਈ ਗੱਲਬਾਤ ਕਰਨੀ ਹੈ ਮੈਂ ਸਦਾ ਅਵੇਲੇਬਲ, ਇਹ 'ਚ ਕੋਈ ਸ਼ੱਕ ਨਹੀਂ। ਜਿੰਨੇ ਵੀ ਐਕਟਿਵਿਜ਼ਮ ਦੇ ਵਿੱਚ ਐਕਟਿਵਿਸਟਸ ਨੇ ਜਿਹੜੇ ਚੀਜ਼ ਅਸੀਂ ਤੋੜ ਲੈਂਦੇ ਹਾਂ, ਤੋਰੀ ਹੋਈ ਚੀਜ਼ ਅੱਗੇ ਪਰਸਿਊ ਨਹੀਂ ਕਰਦੇ ਬਸ, ਕਿਉਂਕਿ ਬਰਨ ਆਊਟ ਹੋ ਜਾਂਦੇ ਆ, ਕੋਈ ਰਿਜ਼ਲਟ ਨਹੀਂ ਮਿਲਦਾ, ਕਮਿਊਨਿਟੀ ਸਾਥ ਨਹੀਂ ਦਿੰਦੀ, ਫਿਰ ਬੰਦੇ ਘਰੇ ਬਹਿ ਜਾਂਦੇ ਨੇ। ਇਨਸਾਨ ਹੀ ਹੈ ਉਹ, ਕਿਹੜੇ ਆਪਾਂ ਕਿਹੜਾ ਰਿਪਿਊਟਡ ਕਿਸੇ ਜਗ੍ਹਾ ਡਿਪਿਊਟਡ ਆ ਵੀ ਤਨਖਾਹਾਂ ਆਉਂਦੀਆਂ ਨੇ, ਬੰਦੇ ਥੱਕ ਜਾਂਦੇ ਨੇ। ਸੋ ਉਹ ਕਹਿੰਦੇ ਮੈਂ ਕਿਤੇ ਬਿਜ਼ੀ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ। ਸੋ ਐਨੀਵੇਜ਼ ਆਪਣੇ ਆਪਣੇ ਕੰਸਰਨ ਨੇ, ਸੁਖੀ ਹੋਣੀ ਆਪਣੀ ਗੱਲ ਕਲੀਅਰ ਕਰਨੀ ਚਾਹੁੰਦੇ ਸੀ। ਕਿੰਗ ਜੋਰਜ ਹੱਬ ਤੋਂ ਦਾ ਫੇਜ਼ 2 ਹੁਣ ਦੁਬਾਰਾ ਸੈੱਲ ਹੋ ਰਿਹਾ। ਅੱਛਾ ਜੀ, ਐਲੈਕਸ ਫਰੇਜਰ ਸਰ ਆਪਣੇ ਐਬਸਫੋਰਡ ਵੈਨਕੂਵਰ ਵੱਲ ਨੂੰ ਆਉਂਦੇ ਆ, ਸਾਰਾ ਬੈਕਅਪ ਹੈ, ਸਰੀ ਤੋਂ ਆਲਟਰਨੇਟਿਵ ਰੂਟ ਲੈ ਲਿਓ। ਨਿੰਮੀ ਜੀ ਵੀ ਰਾਹ ਦੇ ਵਿੱਚ ਸਟਕ ਨੇ। ਸੋ ਇਹ ਸੀ ਅੱਜ ਦਾ ਸ਼ੋਅ ਜੀ। ਇੱਕ ਮੈਂ ਬੇਨਤੀ ਕਰਾਂ ਲਿਸਨਰਸ ਨੂੰ, ਜਦ ਕੋਈ ਵੀ ਕਿਤੇ ਇੱਕ ਦੂਜੇ ਨੂੰ ਆਪਾਂ ਖਬਰ ਪਾਸ ਆਨ ਕਰਦੇ ਹਾਂ, ਕੋਈ ਗੱਲਬਾਤ ਹੁੰਦੀ ਹੈ, ਗੱਲ ਹੁੰਦੀ ਹੈ ਰੇਡੀਓ 'ਤੇ। ਇਹ ਰੇਡੀਓ ਤਵੇ ਲਾਉਣ ਨੂੰ ਨਹੀਂ ਹੈ, ਥੋੜ੍ਹੀ ਜਿਹੀ ਕਿਰਪਾ ਰੱਖਿਆ ਕਰੋ। ਜਦ ਤੁਸੀਂ ਸੈਕਿੰਡ ਹੈਂਡ ਇਨਫੋਰਮੇਸ਼ਨ ਕਿਤੇ ਦਿੰਦੇ ਹੋ, ਇਹ ਦੱਸਿਆ ਕਰੋ ਵੀ ਤੇਰੇ ਸੰਬੰਧੀ ਕੋਈ ਗੱਲ ਚੱਲ ਰਹੀ। ਇੱਕ ਸ਼ਬਦ ਪੰਜਾਬੀਆਂ 'ਚ ਬੜਾ ਪੋਪੂਲਰ ਹੋਇਆ, ਤਵਾ। ਅੱਜ ਕਿਹਦੇ 'ਤੇ ਤਵਾ ਲਾਓਗੇ? ਮਰਾਸੀ ਬੈਠੇ ਨੇ ਇੱਥੇ ਤਵੇ ਲਾਉਣ ਨੂੰ। ਅਸੀਂ ਸਰਵ ਕਰਦੇ ਹਾਂ ਕਮਿਊਨਿਟੀ ਨੂੰ। ਆਪਣੀ ਵੀ ਇੱਜ਼ਤ ਬਣਾ ਕੇ ਰੱਖੋ ਅਤੇ ਸਾਨੂੰ ਵੀ ਇੱਜ਼ਤ ਦਿਓ। ਰੱਬ ਰਾਖਾ ਤੇ ਕੱਲ੍ਹ ਨੂੰ ਮਿਲਦੇ ਹਾਂ।